ਉਹਨਾਂ ਵਕਤਾਂ ਦੇ ਜਿਹੜੇ ਖਾੜਕੂ ਸੀ ਉਹ ਪਾਗਲ ਨਹੀਂ ਸੀ ਹੈਗੇ, ਉਹ ਉਸ ਮੇਲੇ 'ਚ ਵੀ ਗੋਲੀ ਚਲਾ ਸਕਦੇ ਜੇ ਉਹਨੂੰ ਲੱਗਦਾ ਕਿ ਲੋਕ ਦੁਸ਼ਮਣ ਨੇ। ਤਾਂ ਹੁਣ ਪ੍ਰੋਬਲਮ ਕੀ ਹੋ ਗਈ ਸਾਡੀ ਕਿ ਅਸੀਂ ਇੰਨੇ ਜ਼ਿਆਦਾ ਲੱਕੜ ਹੋ ਗਏ ਹਾਂ ਸੁਭਾਅ ਨੂੰ, ਸੰਵੇਦਨਸ਼ੀਲ ਨਾ ਰਹਿਣ ਕਰਕੇ, ਕਿ ਸਾਨੂੰ ਹੁਣ ਭੰਗੜਾ ਪਾਉਂਦੇ ਬੁੱਤਾਂ ਤੋਂ ਵੀ ਭੈ ਆਉਣ ਲੱਗ ਗਿਆ। ਅਸੀਂ ਜੜ੍ਹੋਂ ਖਾੜ ਰਹੇ ਹਾਂ। ਪਰ ਗੱਲ ਸਿਰਫ ਇੰਨੀ ਸੀ ਕਿ ਦਲਜੀਤ ਇੱਕ ਸਧਾਰਨ ਬੱਚਾ, ਜਿੰਨਾ ਮਰਜ਼ੀ ਹੀਰੋ ਸ਼ੀਰੋ ਬਣ ਜਾਓ, ਅਜੇ ਵੀ ਸਾਡਾ ਸਧਾਰਨ ਬੱਚਾ ਹੀ ਹੈ। ਪਰ ਜਿੱਥੇ ਕਿਤੇ ਹੱਕ ਸੱਚ ਇਨਸਾਫ ਹੈ ਉੱਥੇ ਕੌੜਾ ਮੈਂ, ਜਣੇ ਖਣੇ ਤੇ ਗੱਲ ਨਹੀਂ ਪੈਂਦਾ। ਕਹਿੰਦੇ ਨੇ ਕਿ ਸ਼ਾਇਰ ਸਦੀਆਂ ਤੋਂ ਵੀ ਵੱਡੇ ਹੁੰਦੇ ਨੇ। ਇਹੋ ਜਿਹੇ ਇੱਕ ਮਕਬੂਲ ਸ਼ਾਇਰ ਨੇ ਜਿਨ੍ਹਾਂ ਨਾਲ ਬੀ ਸੋਸ਼ਲ ਦੇ ਇਸ ਸਾਹਿਤਕ ਪ੍ਰੋਗਰਾਮ ਦਸਤਕ ਦੇ ਵਿੱਚ ਅੱਜ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ। ਉਹਨਾਂ ਦਾ ਨਾਂ ਹੈ ਸਰਦਾਰ ਗੁਰਭਜਨ ਸਿੰਘ ਗਿੱਲ। ਗੁਰਭਜਨ ਸਿੰਘ ਗਿੱਲ ਹੁਣਾਂ ਦਾ ਜਨਮ 2 ਮਈ ਸੰਨ 1953 ਨੂੰ ਹੋਇਆ। ਉਹਨਾਂ ਤੋਂ ਵੱਡੇ ਉਹਨਾਂ ਦੇ 2 ਭਰਾ ਅਤੇ 1 ਭੈਣ ਨੇ। ਜੇਕਰ ਮੈਂ ਉਹਨਾਂ ਦੇ ਪਰਿਵਾਰਕ ਪਿਛੋਕੜ ਦੀ ਗੱਲ ਕਰਾਂ ਤਾਂ ਸੰਨ 1947 ਦੇ ਬਟਵਾਰੇ ਸਮੇਂ ਉਹਨਾਂ ਦਾ ਪਰਿਵਾਰ ਲਹਿੰਦੇ ਪੰਜਾਬ ਤੋਂ ਉੱਜੜ ਕੇ ਚੜ੍ਹਦੇ ਪੰਜਾਬ ਦੇ ਜ਼ਿਲ੍ਹੇ ਗੁਰਦਾਸਪੁਰ ਦੇ ਪਿੰਡ ਬਸੰਤਕੋਟ ਆਣ ਕੇ ਵਸ ਗਿਆ। ਪਰਿਵਾਰ ਦੇ ਮੁਖੀ ਉਹਨਾਂ ਦੇ ਪਿਤਾ ਸਰਦਾਰ ਹਰਨਾਮ ਸਿੰਘ ਤੇ ਮਾਤਾ ਤੇਜ ਕੌਰ ਜੀ ਭਾਵੇਂ ਬਹੁਤ ਜ਼ਿਆਦਾ ਪੜ੍ਹੇ ਲਿਖੇ ਨਹੀਂ ਸਨ, ਪਰ ਫਿਰ ਵੀ ਆਪਣੀ ਦੂਰ ਅੰਦੇਸ਼ੀ ਦੇ ਸਦਕਾ ਉਹਨਾਂ ਨੇ ਆਪਣੇ 4 ਬੱਚਿਆਂ ਨੂੰ ਉੱਚ ਸਿੱਖਿਆ ਦਿਵਾਈ ਅਤੇ ਅੱਜ ਉਹ 4 ਬੱਚੇ ਉੱਚੇ ਅਹੁਦਿਆਂ ਤੋਂ ਰਿਟਾਇਰ ਹੋ ਕੇ ਆਪਣੀ ਆਪਣੀ ਸੁਖਾਵੀਂ ਜ਼ਿੰਦਗੀ ਦਾ ਆਨੰਦ ਮਾਣ ਰਹੇ ਨੇ। ਗੁਰਭਜਨ ਸਿੰਘ ਗਿੱਲ ਹੁਣਾਂ ਨੇ ਆਪਣੀ ਸ਼ੁਰੂਆਤੀ ਪੜ੍ਹਾਈ ਪਿੰਡ ਦੇ ਹੀ ਸਕੂਲ ਤੋਂ ਕਰਨ ਉਪਰੰਤ ਗ੍ਰੈਜੂਏਸ਼ਨ GGN ਕਾਲਜ ਲੁਧਿਆਣਾ ਅਤੇ ਪੋਸਟ ਗ੍ਰੈਜੂਏਸ਼ਨ ਗਵਰਨਮੈਂਟ ਕਾਲਜ ਲੁਧਿਆਣਾ ਤੋਂ ਕੀਤੀ। ਇਸ ਉਪਰੰਤ ਉਹ ਅਧਿਆਪਨ ਦੇ ਕਿੱਤੇ ਨਾਲ ਜੁੜ ਗਏ ਅਤੇ ਗੁਰੂ ਨਾਨਕ ਨੈਸ਼ਨਲ ਕਾਲਜ ਦੋਰਾਹਾ ਅਤੇ 6 ਸਾਲ DAV ਕਾਲਜ ਜਗਰਾਓਂ ਵਿਖੇ ਪੜ੍ਹਾਉਣ ਉਪਰੰਤ 1983 ਵਿੱਚ ਉਹਨਾਂ ਦੀ ਨਿਯੁਕਤੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਬਤੌਰ ਪੰਜਾਬੀ ਦੇ ਐਡੀਟਰ ਦੇ ਤੌਰ 'ਤੇ ਹੋ ਗਈ, ਜਿੱਥੇ ਉਹਨਾਂ ਨੇ ਬਹੁਤ ਸਾਰੀਆਂ ਸਾਹਿਤਕ ਸ਼ਖਸੀਅਤਾਂ ਦੀ ਸੰਗਤ ਮਾਣੀ। ਆਓ ਸਵਾਗਤ ਕਰਦੇ ਹਾਂ ਗੁਰਭਜਨ ਸਿੰਘ ਗਿੱਲ ਜੀ ਦਾ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ। ਮੇਰੇ ਵੱਡੇ ਭਾਗ ਕੇ ਬੀ ਸੋਸ਼ਲ ਦੀ ਟੀਮ ਨੂੰ ਲੈ ਕੇ ਪੁੱਤਰ ਤੁਸੀਂ ਸਾਡੇ ਘਰ ਆਏ। ਮੈਂ ਤੁਹਾਡੀਆਂ ਵੱਖ-ਵੱਖ ਮੁਲਾਕਾਤਾਂ ਵੇਖਦਾ ਰਹਿੰਦਾ, ਕਿਉਂਕਿ ਮੇਰੇ ਲਈ ਰੁਪਿੰਦਰ ਔਰ ਖਾਸ ਕਰਕੇ ਗੁਰਦੀਪ ਦੀਆਂ ਜਿੰਨੀਆਂ ਵੀ ਮੁਲਾਕਾਤਾਂ ਹੁੰਦੀਆਂ ਨੇ ਉਹ ਇੱਕ ਐਸੈਟ ਵਰਗੀਆਂ ਹੁੰਦੀਆਂ, ਕਿਉਂਕਿ ਜਿਸ ਅੰਦਾਜ਼ 'ਚ ਤੁਸੀਂ ਆਦਮੀ ਨੂੰ ਪੇਸ਼ ਕਰਦੇ ਹੋ ਔਰ ਜਿੰਨਾ ਖੂਬਸੂਰਤ ਕੁਰੇਦਦੇ ਹੋ ਅਗਲੇ ਨੂੰ, ਅੰਦਰੋਂ ਉਹਦੇ ਗੱਲਾਂ ਕਢਾਉਂਦੇ ਹੋ, ਉਹ ਪੁੱਤਰ ਬਹੁਤ ਅੱਛਾ ਅੰਦਾਜ਼ ਹੈ। ਔਰ ਮੈਂ ਤੁਹਾਨੂੰ ਇਸ ਗੱਲ ਦੀ ਸ਼ਾਬਾਸ਼ ਦਿੰਦਾ, ਤੁਸੀਂ ਇਸ ਕੰਮ ਦੇ ਵਾਸਤੇ ਆਪਣੇ ਆਪ ਨੂੰ ਆਪਟ ਕੀਤਾ। ਸਾਨੂੰ ਖੁਦ ਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਸਾਨੂੰ ਉਹਨਾਂ ਅਦਬੀ ਸ਼ਖਸੀਅਤਾਂ ਦਾ ਜਿਹੜਾ ਆਨੰਦ, ਉਹਨਾਂ ਦੀ ਇੱਕ ਸੇਧ ਸਾਨੂੰ ਮਿਲ ਰਹੀ ਹੈ ਕਿ ਸਾਨੂੰ ਉਹਨਾਂ ਨੂੰ ਮਿਲਣ ਦਾ ਮੌਕਾ ਮਿਲ ਰਿਹਾ। ਮਿਹਰਬਾਨੀ ਬੇਟੇ। ਜਦੋਂ ਮੈਂ ਤੁਹਾਡੇ ਬਾਰੇ ਪੜ੍ਹ ਰਹੀ ਸੀ ਤਾਂ ਇੱਕ ਥਾਂ 'ਤੇ ਜ਼ਿਕਰ ਆਉਂਦਾ ਹੈ ਕਿ ਤੁਹਾਡੇ ਜਨਮ ਤੋਂ ਪਹਿਲਾਂ ਇੱਕ ਤੁਹਾਡੇ ਭੈਣ ਭਰਾ ਜਿਹੜੇ ਉਹਨਾਂ ਦੀ ਮੌਤ ਹੋ ਜਾਂਦੀ ਆ। 2 ਦੀ। ਹਾਂਜੀ। ਜਿਸ ਕਰਕੇ ਤੁਹਾਡੇ ਜਨਮ ਦੇ ਨਾਲ ਇੱਕ ਕਿੱਸਾ ਜੁੜ ਗਿਆ, ਇੱਕ ਘਟਨਾ ਜੁੜ ਗਈ। ਮੈਂ ਚਾਹੂੰਗੀ ਕਿ ਸਭ ਤੋਂ ਪਹਿਲਾਂ ਤੁਸੀਂ ਉਸ ਘਟਨਾ ਦਾ ਹੀ ਜ਼ਿਕਰ ਕਰੋ। ਅਜੇ ਕੁਝ ਦਿਨ ਪਹਿਲੇ ਮੇਰੇ ਵੱਡੇ ਭਾਈ ਸਾਹਿਬ ਟੈਲੀਫੋਨ 'ਤੇ ਮੈਨੂੰ ਸੁਣਾ ਰਹੇ ਸੀ ਬਟਾਲੇ ਤੋਂ। ਕਹਿੰਦੇ ਤੈਨੂੰ ਪਤਾ ਇਸ ਗੱਲ ਦਾ ਵੀ ਜਦੋਂ ਤੂੰ ਜੰਮਿਆ ਸੀ ਅਤੇ ਸਾਡੇ ਮਾਪਿਆਂ ਨੂੰ ਡਰ ਸੀ ਕਿ ਤੂੰ ਵੀ ਪਹਿਲੇ 2 ਭਰਾਵਾਂ ਵਾਂਗ ਕਿਤੇ ਮਰ ਮੁੱਕ ਨਾ ਜਾਵੇਂ। ਅਤੇ ਸਾਡੇ ਪਿੰਡ ਇੱਕ ਘਰਾਂ 'ਚੋਂ ਸਾਡੀ ਰਿਸ਼ਤੇਦਾਰੀ ਤਾਂ ਕੋਈ ਨਹੀਂ ਸੀ, ਪਰ ਅਸੀਂ ਉਹਨੂੰ ਭੂਆ ਜੀ ਕਹਿੰਦੇ ਸੀ। ਭੂਆ ਨਾਮੋ ਸੀ ਅਤੇ ਭੂਆ ਨਾਮੋ ਕਹਿੰਦੀ ਮੈਂ ਨਹੀਂ ਇਹਨੂੰ ਮਰਨ ਦਿੰਦੀ, ਮੇਰੇ ਕੋਲ ਤਰੀਕਾ ਹੈਗਾ। ਕਹਿੰਦੇ ਕੀ ਤਰੀਕਾ? ਬਾਪੂ ਜੀ ਮੇਰਾ ਨੇ ਕਿਹਾ, ਕਹਿੰਦੇ ਮੈਂ ਇਹਨੂੰ ਛੱਜ 'ਚ ਪਾ ਕੇ ਨਾ ਅਤੇ ਗਲੀ 'ਚ ਵੇਚਣ ਆਵਾਂਗੇ ਅਤੇ ਲੂਣ ਕਹਾਂਗੀ ਲੂਣ ਬਦਲੇ ਮੁੰਡਾ ਲੈ ਲਓ, ਲੂਣ ਬਦਲੇ ਮੁੰਡਾ ਲੈ ਲਓ, ਅਤੇ ਜਿੰਨੇ ਵਜ਼ਨ ਦਾ ਤੁਹਾਡਾ ਬੱਚਾ ਹੋਏਗਾ ਉਹਨਾਂ ਲੂਣ ਤੁਹਾਨੂੰ ਦੇਣਾ ਪਏਗਾ ਮੈਨੂੰ। ਅਤੇ ਇਹਨੂੰ ਫਿਰ ਤੱਤੀ ਵਾਰ ਨਹੀਂ ਲੱਗਦੀ। ਉਹਨੇ ਇਸ ਤਰ੍ਹਾਂ ਹੀ ਕੀਤਾ, ਉਹਨੇ ਛੱਜ 'ਚ ਮੈਨੂੰ ਪਾਇਆ ਅਤੇ ਹੁੱਕਾ ਗਲੀ 'ਚ ਦੇਣ ਆ ਗਈ ਸਿਰ 'ਤੇ ਰੱਖ ਕੇ ਮੈਨੂੰ, ਮੁੰਡਾ ਲੈ ਲਓ ਮੁੰਡਾ, ਮੁੰਡਾ ਲੈ ਲਓ ਮੁੰਡਾ। ਅਤੇ ਉਹ ਗੱਲ ਤੋਂ ਪਹਿਲਾਂ ਹੀ ਗੰਢੀ ਹੋਈ ਸੀ। ਮੇਰੀ ਮਾਂ ਕਹਿੰਦੀ ਮੈਨੂੰ ਦੇ ਜਾ। ਫਿਰ ਮੈਨੂੰ ਲੂਣ ਵੱਟੇ ਮੇਰੀ ਮਾਂ ਨੇ ਲੈ ਲਿਆ। ਅੱਛਾ ਜੀ, ਬਿਲਕੁਲ। ਉਸ ਸਮੇਂ ਅਸੀਂ ਹੋਰ ਵੀ ਐਵੇਂ ਦੀਆਂ ਘਟਨਾਵਾਂ ਹੁਣ ਤੱਕ ਵੀ ਸੁਣਦੇ ਆਏ ਹਾਂ ਕਿ ਪਹਿਲਾਂ ਜਦੋਂ ਵੀ ਕੋਈ ਬੱਚਾ ਜਿਹੜਾ ਬੜਾ ਮੰਗ ਕੇ ਲਿਆ ਜਾਂਦਾ ਸੀ ਤਾਂ ਐਵੇਂ ਦੇ ਨਾਂ ਵੀ ਰੱਖ ਦਿੱਤੇ ਜਾਂਦੇ ਸੀ। ਮੇਰਾ ਨਾਂ ਰੱਖਿਆ ਬੇਟੇ ਰਮਦਾਸ। ਮੇਰੀ ਮਾਂ ਦੀ ਸ਼ਰਧਾ ਬਹੁਤ ਸੀ ਬਾਬਾ ਬੁੱਢਾ ਜੀ 'ਚ। ਬਾਬਾ ਬੁੱਢਾ ਜੀ ਕਿਉਂਕਿ ਤੁਹਾਨੂੰ ਪਤਾ ਆਖਰੀ ਸਵਾਸ ਉਹਨਾਂ ਨੇ ਰਮਦਾਸ 'ਚ ਲਏ। ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਪਣੀ ਹੱਥੀਂ ਜਾ ਕੇ ਉੱਥੇ ਸੰਸਕਾਰ ਕੀਤਾ ਉਹਨਾਂ ਦਾ।
ਤੇ ਉੱਥੇ ਇੱਕ ਬਾਬਾ ਜਸਵੰਤ ਸਿੰਘ ਹੁੰਦੇ ਸਨ ਤੇ ਉਹ ਤਲਾਬ ਵਾਲੇ ਬਾਬਾ ਜੀ ਦੇ ਨਾਂ ਨਾਲ ਮਸ਼ਹੂਰ ਸਨ। ਤੇ ਉੱਥੇ ਮੱਸਿਆ ਸੰਗਰਾਂਦ 'ਤੇ ਸਾਡੇ ਪਿੰਡਾਂ 'ਚੋਂ ਟਾਂਗੇ ਲੱਦ ਕੇ ਲੋਕ ਮੱਥਾ ਟੇਕਣ ਜਾਂਦੇ ਹੁੰਦੇ ਸੀ। ਤੇ ਮੇਰੀ ਮਾਂ ਨੇ ਵੀ ਉੱਥੇ ਜਾ ਕੇ ਤੇ ਸੁੱਖਣਾ ਸੁੱਖੀ ਕਿ ਪਰਮਾਤਮਾ ਜਿਹੜਾ ਮੈਨੂੰ ਹੁਣ ਲਾਲ ਦੇਵੇਗਾ ਵੀ ਉਹ ਜਿਉਣ ਯੋਗ ਹੋਵੇ। ਤੇ ਮੈਂ ਜਦੋਂ ਮੇਰਾ ਬਰਥ ਹੋਇਆ ਤਾਂ ਮੇਰਾ ਨਾਂ ਜਦੋਂ ਰੱਖਣਾ ਸੀ ਤੇ ਮੇਰੇ ਮਾਪੇ ਮੈਨੂੰ ਉੱਥੇ ਲੈ ਕੇ ਗਏ ਤੇ ਮੇਰਾ ਨਾਂ ਉਹਨਾਂ ਬਾਬਾ ਜੀ ਨੇ ਰੱਖਿਆ ਗੁਰਭਜਨ। ਆਮ ਹਰਭਜਨ ਹੁੰਦੇ ਨੇ ਬਹੁਤੇ, ਮੇਰਾ ਨਾਂ ਗੁਰਭਜਨ ਰੱਖਿਆ। ਤੇ ਮੇਰੇ ਹਾਣੀ ਉਹਨਾਂ ਦਾ ਆਪਣਾ ਪੁੱਤਰ ਸੀ, ਉਹਦਾ ਨਾਂ ਉਹਨਾਂ ਨੇ ਭਗਵੰਤ ਭਜਨ ਸਿੰਘ ਰੱਖਿਆ। ਤੁਹਾਡੇ ਜਾਣਨ ਵਾਲੇ ਕਹਿੰਦੇ ਨੇ ਕਿ ਜਵਾਨੀ ਵੇਲੇ ਤੁਸੀਂ ਬੜੇ ਅੜਬ ਜੇ ਸੁਭਾਅ ਦੇ ਸੀ। ਤੇ ਹੁਣ ਵੀ ਸਿੱਧਾ ਪੱਤਰ ਤੇ ਪੁੱਤ ਹੁਣ ਵੀ ਨਹੀਂ ਮੈਂ। ਬਿਲਕੁਲ। ਤੇ ਉਹਨਾਂ ਦੇ ਕਹਿਣ ਮੁਤਾਬਕ ਇਸੇ ਲਈ ਤੁਹਾਨੂੰ ਤੁਹਾਡੇ ਵੱਡੇ ਭਾਈ ਸਾਹਿਬ ਕੋਲੇ ਭੇਜ ਦਿੱਤਾ ਗਿਆ ਨਾ ਲੁਧਿਆਣੇ ਕਿ ਪੜ੍ਹਾਈ ਕਰ ਲਵੇ। ਪਰ ਜਦੋਂ ਗੱਲ ਆਉਂਦੀ ਹੈ ਕਵੀ ਜਾਂ ਸ਼ਾਇਰਾਂ ਦੀ ਤਾਂ ਕਿਹਾ ਜਾਂਦਾ ਕਿ ਉਹ ਬੜੇ ਕੋਮਲ ਦਿਲ ਹੁੰਦੇ ਨੇ। ਤੇ ਤੁਸੀਂ ਹਮੇਸ਼ਾ ਕਹਿੰਦੇ ਹੋ ਕਿ ਜਿਸ ਧਰਤੀ ਤੇ ਤੁਹਾਡਾ ਜਨਮ ਹੋਇਆ ਉੱਥੇ ਸ਼ਿਵ ਕੁਮਾਰ ਬਟਾਲਵੀ ਹੋਣੇ, ਗੁਰਬਖਸ਼ ਸਿੰਘ ਪ੍ਰੀਤਲੜੀ ਜੀ ਹੋਣਾ ਦੀ ਜਾਂ ਕਾਦਰ ਯਾਰ ਹੋਣਾ ਦਾ ਜਿਹੜਾ ਉਸ ਧਰਤੀ ਨਾਲ ਇੱਕ ਅਨਿੱਖੜਵਾਂ ਜਿਹੜਾ ਰਿਸ਼ਤਾ ਸੀ, ਕਿਉਂਕਿ ਉਸ ਭੋਏ ਦੀ ਉਹ ਵੀ ਸਪੂਤ ਸੀਗੇ। ਤੇ ਪਰ ਇੱਕ ਅੱਖੜ ਸੁਭਾਅ ਦਾ ਜਿਹੜਾ ਨੌਜਵਾਨ ਸੀ ਉਹ ਲਿਖਣ ਵੱਲ ਕਿੱਦਾਂ ਆ ਗਿਆ? ਬੇਟੇ ਪੰਜਾਬ 'ਚ ਤਾਂ ਨਹੀਂ ਹੁੰਦਾ, ਪਰ ਤੂੰ ਨਾਰੀਅਲ ਤਾਂ ਵੇਖੇ ਹੋਏਗਾ ਨਾ। ਹਾਂਜੀ। ਉੱਤੋਂ ਕਿਹੋ ਜਿਹਾ ਹੁੰਦਾ, ਵਿੱਚੋਂ ਕਿਹੋ ਜਿਹਾ ਹੁੰਦਾ। ਹਾਂਜੀ। ਜੇ ਮੇਰਾ ਇੱਕ ਸਕੈਚ ਬਣਾਉਣਾ ਹੋਵੇ ਨਾ ਤਾਂ ਮੇਰੇ ਚਿਹਰਾ ਦਿਖਾਉਣ ਦੀ ਲੋੜ ਨਹੀਂ ਹੈ, ਇੱਕ ਨਾਰੀਅਲ ਦਿਖਾ ਦਿਓ, ਮੈਂ ਆਪੇ ਵਿੱਚੋਂ ਉਦਯਮਾਨ ਹੋ ਜਾਵਾਂਗਾ। ਜਿਹੜੀ ਜ਼ਿੰਦਗੀ ਮੈਨੂੰ ਨਸੀਬ ਹੋਈ ਹੈ ਉਸ ਜ਼ਿੰਦਗੀ ਦੇ ਵਿੱਚ ਸਟਰਗਲ ਬਹੁਤ ਵੱਡੀ ਸੀ। ਮੈਂ ਆਪਣੇ ਮਾਪਿਆਂ ਨੂੰ ਬੜੀਆਂ ਥੋੜ੍ਹਾਂ ਹੰਡਾਉਂਦਿਆਂ ਵੇਖਿਆ, ਮਾਣਦਿਆਂ ਨਹੀਂ ਕਹਾਂਗਾ, ਹੰਡਾਉਂਦਿਆਂ ਵੇਖਿਆ। ਦੇਸ਼ ਦੀ ਵੰਡ ਤੋਂ ਪਹਿਲਾਂ ਜਿਹੜੇ ਸੌਖੇ ਟੱਬਰ ਸੀ ਉਹ ਜਦੋਂ ਉੱਜੜਦੇ ਨੇ ਨਾ ਬੇਟੇ, ਉਹ ਪੀੜ ਮੇਰੇ ਮਾਪਿਆਂ ਰਾਹੀਂ, ਮੇਰੇ ਵੱਡੇ ਭਰਾ ਤੇ ਮੇਰੀ ਵੱਡੀ ਭੈਣ ਰਾਹੀਂ ਜਿਹੜੀ ਮੇਰੇ ਤੱਕ ਕੱਪੜੀ, ਉਹ ਪੀੜ ਹੁਣ ਵੀ ਕੰਬਾ ਦਿੰਦੀ ਹੈ। ਰਾਵੀ ਤੇ 7 ਦਿਨ ਦਾ ਇਹ ਕਿੱਸਾ ਬੜੀ ਵਾਰੀ ਦੱਸ ਚੁੱਕਿਆ ਮੈਂ ਕਿ ਕਿਵੇਂ ਦਰਿਆ 'ਚ ਹੜ੍ਹ ਆਇਆ ਹੋਇਆ ਸੀ ਤੇ ਮੇਰਾ ਟੱਬਰ ਉੱਥੇ ਸਟਕ ਆਫ ਹੋ ਗਿਆ, ਰੁਕ ਗਿਆ। ਉੱਤੋਂ ਮੀਂਹ ਪੈ ਰਿਹਾ। 8 ਸਾਲ ਦੀ ਮੇਰੀ ਭੈਣ ਹੈ, 3.5 ਸਾਲ ਦਾ ਮੇਰਾ ਵੱਡਾ ਵੀਰ ਹੈ ਤੇ ਪੇਟ ਦੇ ਵਿੱਚ ਮੇਰੀ ਮਾਂ ਦੇ ਇੱਕ ਹੋਰ ਬੱਚਾ ਪਲ ਰਿਹਾ ਜਿਨ੍ਹਾਂ ਦਾ ਜਨਮ ਇੱਧਰ ਆ ਕੇ ਇੱਥੇ ਆ ਕੇ ਜਨਮ ਹੁੰਦਾ। ਹੁਣ ਉਸ ਸਿਚੁਏਸ਼ਨ ਦੇ ਵਿੱਚ ਅੰਨ ਨਹੀਂ, ਪਾਣੀ ਨਹੀਂ, ਕੋਲ ਕੁਛ, ਕਿਤੋਂ ਆਉਣ ਦੀ ਆਸ ਨਹੀਂ, ਉਮੀਦ ਨਹੀਂ। ਜਿੰਨਾ ਕੁ ਆਰਮੀ ਵਾਲੇ ਏਅਰ ਡ੍ਰੌਪਿੰਗ ਕਰਦੇ ਨੇ, ਕਿਉਂਕਿ ਹਜ਼ਾਰਾਂ ਲੋਕ ਸੀ ਉੱਥੇ ਘਿਰੇ ਹੋਏ, ਉਹ ਬੋਰੀਆਂ 'ਚ ਪਈਆਂ ਸੀ ਰੋਟੀਆਂ ਤੇ ਡਬਲ ਰੋਟੀ ਜਿਹੜੀ ਜਿਹਨੂੰ ਬ੍ਰੈਡ ਕਹਿੰਦੇ ਅਸੀਂ, ਉਹ ਸੁੱਟ ਰਹੇ ਨੇ। ਤੇ ਉਹ ਬੰਦੇ ਵੀ ਭੁੱਖੇ ਨੇ, ਕੁੱਤੇ ਵੀ ਭੁੱਖੇ ਨੇ। ਉਹ ਖੋਆ ਖਿੰਝ ਦੇ ਵਿੱਚ ਇੱਕ ਅੱਧ ਸੁੱਕੀ ਰੋਟੀ ਜਦੋਂ ਮੇਰੀ ਮਾਂ ਦੇ ਹੱਥ ਆਉਂਦੀ ਹੈ ਤਾਂ ਉਹਦੇ ਕੋਲ ਉਦੋਂ ਕੁੱਲ ਪ੍ਰਾਪਰਟੀ ਛੰਨਾ ਸੀ ਜਿਹਦੇ 'ਚ ਉਹ ਲੁਕਾ ਕੇ ਰੱਖ ਲੈਂਦੀ ਹੈ ਪੌਣੇ 'ਚ ਬੰਨ੍ਹ ਕੇ ਕਿ ਜਦੋਂ ਮੇਰੇ ਪੁੱਤਰ ਨੂੰ ਭੁੱਖ ਲੱਗੇਗੀ ਮੈਂ ਇਹਨੂੰ ਪਾਣੀ 'ਚ ਭਿਉਂ ਕੇ ਇਹਦੇ ਮੂੰਹ ਨੂੰ ਲਾ ਦਿਆਂਗੇ। ਤੇ ਇੱਕ ਰਾਤ, ਦੂਸਰੀ ਰਾਤ ਜਦੋਂ ਰੋਟੀ ਲਈ ਉਦੋਂ ਅਗਲੀ ਰਾਤ ਦੀ ਗੱਲ ਦੱਸਦੇ ਨੇ ਕਿ ਕਿਸੇ ਭੁੱਖੇ ਕੁੱਤੇ ਨੇ ਉਹ ਛੰਨਾ ਵੀ ਪੌਣਾ ਵੀ ਸੁੰਘ ਕੇ ਰੋਟੀ ਖਿੱਚ ਕੇ ਲੈ ਗਏ ਸਰਾਣਿਓ। ਤੂੰ ਅੰਦਾਜ਼ਾ ਲਾ ਪੁੱਤਰ, ਮੈਨੂੰ ਇੰਝ ਲੱਗਿਆ ਮੇਰੀ ਮਾਂ ਦੀ ਰੋਟੀ ਖੋ ਕੇ ਨਹੀਂ ਕੁੱਤਾ ਲੈ ਗਿਆ, ਸਾਡੀ ਟੋਟਲ ਪੂੰਜੀ ਖੋ ਕੇ ਲੈ ਗਿਆ। ਇਸੇ ਕਰਕੇ ਜਦੋਂ 97 ਵਿੱਚ ਪਾਕਿਸਤਾਨ ਗਿਆ ਤੇ ਮੈਨੂੰ ਨਨਕਾਣਾ ਸਾਹਿਬ ਕਵੀ ਦਰਬਾਰ ਸੀ ਤੇ ਮੈਨੂੰ ਕਹਿੰਦੇ ਕਿ 50ਵਾਂ ਸਾਲ ਹੈ, ਉਦੋਂ ਆਜ਼ਾਦੀ ਦਾ 50ਵਾਂ ਸਾਲ ਕਹਿੰਦੇ ਸੀ ਉਹਨੂੰ, ਤੇ ਤੂੰ ਵੀ ਕੁਛ ਸੁਣਾ। ਤੇ ਮੈਂ ਗਜ਼ਲ ਲਿਖੀ ਸੀ, ਜਿਹੜੇ ਸ਼ੇਰ ਅੱਗੇ ਵੀ ਬੜੀ ਵਾਰੀ ਸੁਣਾ ਬੈਠਾ ਪੁੱਤਰ, ਤੁਹਾਡੇ ਚੈਨਲ 'ਤੇ ਪਹਿਲੀ ਵਾਰ ਸੁਣਾ ਰਿਹਾ ਕਿ ਜ਼ਿੰਦਗੀ ਕਿਸ ਦੋਸ਼ ਬਦਲੇ ਦੇ ਗਈ ਕਰੜੀ ਸਜ਼ਾ, ਪਹਿਲਾਂ ਵਾਹ ਨੇ ਟਾਹਣ ਤੋੜੇ ਫਿਰ ਜੜ੍ਹਾਂ ਤੋਂ ਪੁੱਟਿਆ, ਮੇਰੀ ਮਾਂ ਭੁੱਲਦੀ ਨਹੀਂ ਅੱਧੀ ਸਦੀ ਪਹਿਲਾਂ ਦੀ ਬਾਤ, ਇੱਕ ਛੰਨਾ ਪੌਣੇ ਬੱਦੀ ਰੋਟੀ ਕੁੱਤਾ ਲੈ ਗਿਆ। ਉਹਦੇ ਇੱਕ ਸ਼ੇਰ ਮੇਰੀ ਭੂਆ ਜੀ ਬਾਰੇ ਸੀ ਜਿਨ੍ਹਾਂ ਦੇ ਜਵਾਨ ਪੁੱਤਰ ਦੀ ਬਲਵਾਕਾਰੀਆਂ ਨੇ ਵਰਸ਼ਾ ਮਾਰ ਕੇ ਜਾਨ ਲੈ ਲਈ ਸੀ। ਤੁਰਦਿਆਂ ਸਾਡੇ ਫੁੱਫੜ ਜੀ ਜਿਹੜੇ ਸਾਡੀ ਫੈਮਿਲੀ ਦੇ ਸਭ ਤੋਂ ਵੱਡੇ ਮੁਖੀ ਮੈਂ ਮੰਨਦਾ, ਜਿਨ੍ਹਾਂ ਨੇ ਸਿੱਖਿਆ ਦੇ ਤੰਤਰ ਸਾਡੇ ਟੱਬਰਾਂ ਨੂੰ ਪਾਇਆ,
ਮੇਰੇ ਪਰਿਵਾਰ 'ਤੇ ਵੀ ਉਹਨਾਂ ਦੀ ਛਤਰ ਛਾਇਆ ਸਿੱਖਿਆ ਪੱਖੋਂ ਉਹਨਾਂ ਦੇ ਪਰਿਵਾਰ ਦੀ ਹੀ ਹੈ ਸਾਰੀ ਦੀ ਸਾਰੀ। ਸਰਦਾਰ ਕੈਪਟਨ ਭਾਗ ਸਿੰਘ ਵੜੈਚ, ਉਹਨਾਂ ਦਾ ਕੁਜਨਾਲੇ 'ਚ ਪਿੰਡ ਸੀਗਾ, ਲੱਦੇਵਾਲਾ ਵੜੈਚ। ਉਹਨਾਂ ਦਾ ਵੀ ਮਰਡਰ ਹੋ ਜਾਂਦਾ ਤੁਰਦਿਆਂ ਤੁਰਦਿਆਂ, ਕਿਉਂਕਿ ਬਲਵਈਆਂ ਨੇ ਉਹਨਾਂ ਕੋਲ ਬੰਦੂਕ ਖੋਹਣ ਦੀ ਕੋਸ਼ਿਸ਼ ਕੀਤੀ। ਜ਼ਿਲ੍ਹਾ ਸੋਲਜਰ ਬੋਰਡ ਦੇ ਚੇਅਰਮੈਨ ਸੀ ਉਹ। ਅਤੇ ਜਦੋਂ ਮੇਰੀ ਭੂਆ ਦੇ ਸਾਹਮਣੇ ਪੁੱਤਰ ਦੀ ਮੌਤ ਹੁੰਦੀ ਹੈ ਅਤੇ ਜੀ ਭਿਆਣੀ ਭੂਆ ਅਤੇ ਬਾਕੀ ਟੱਬਰ ਸਾਰਾ ਤੋਂ ਭੱਜਦਾ, ਕਿਉਂਕਿ ਅਗਲੇ ਬਾਕੀ ਦੀ ਜਾਨ ਵੀ ਨਾ ਜਾਂਦੀ ਜਾਵੇ। ਅਤੇ ਉਹ ਸਿਰ ਦੀ ਚੁੰਨੀ ਲਾਸ਼ ਪੁੱਤਰ ਦੀ ਪਾ ਕੇ ਤੁਰ ਪੈਂਦੇ ਨੇ ਕਿ ਪੁੱਤਰਾ ਮੇਰੇ ਕੋਲ ਤੈਨੂੰ ਦੇਣ ਵਾਸਤੇ ਸਿਰਫ ਇਸ ਵੇਲੇ ਇਹੋ ਕੁਛ ਹੀ ਹੈ। ਉਹ ਮੈਂ ਲਿਖਿਆ, ਸ਼ੇਰ ਲਿਖਿਆ ਕਿ ਸਿਰ ਦੀ ਚੁੰਨੀ ਲਾਸ਼ ਪੁੱਤਰ ਦੀ ਤੇ ਪਾ ਅੱਗੇ ਤੁਰੀ, ਇਸ ਤੋਂ ਵੱਧ ਕੇ ਭਲਾ ਹੋਵੇਗਾ ਕਿਹੜਾ ਕਰਬਲਾ। ਆਖਰੀ ਫਿਰ ਸ਼ੇਰ ਸੀ, ਹੋਰ ਵੀ ਕੁਛ ਹੈਗੇ ਨੇ, ਪਰ ਜਿਹੜਾ ਮੈਨੂੰ ਲੱਗਦਾ ਲਾਸਟ ਮੁਕਾਈ ਗੱਲ ਜਿੱਥੇ ਜਾ ਕੇ ਮੈਂ ਕਿ ਅੱਗ ਲਾ ਕੇ ਕਸਰ ਤੂੰ ਛੱਡੀ ਨਾ ਕੋਈ ਐ ਹਵਾ, ਫਿਰ ਵੀ ਤੂੰ ਵੇਖ ਕਿੱਦਾਂ ਝੂਮਦਾ ਜੰਗਲ ਹਰਾ। ਕਸਰ ਤੂੰ ਛੱਡੀ ਨਾ ਕੋਈ, ਅੱਗ ਲਾ ਕੇ ਐ ਹਵਾ, ਫਿਰ ਵੀ ਤੂੰ ਵੇਖ ਕਿੱਦਾਂ ਝੂਮਦਾ ਜੰਗਲ ਹਰਾ। ਸੋ ਉਸ ਸਟ੍ਰੈਸ 'ਚੋਂ ਜਿਵੇਂ ਕੁਕਰਸ ਜੰਮਦਾ, ਸਵਾਹ ਦੇ ਵਿੱਚੋਂ ਮੁੜ ਉੱਗਦਾ, ਪੁੱਤਰ ਸਾਡੇ ਟੱਬਰ ਨੂੰ ਇਹ ਉੱਗਣਾ ਪਿਆ ਦੁਬਾਰਾ 47 ਤੋਂ ਬਾਅਦ ਵਿੱਚ। ਅਤੇ ਮੇਰੇ ਬਾਪੂ ਵੀ ਦੱਸਦੇ ਹੁੰਦੇ ਸੀ ਕਿ ਕੀ ਹਾਲਾਤ ਸੀ। ਸਾਡਾ ਉਜਾੜਾ ਹੋਵੇਗਾ ਲੋਕਾਂ ਨੂੰ ਵੱਖਰਾ ਉਜਾੜਾ ਹੈ, ਕਿਉਂਕਿ ਸਾਡੇ ਟੱਬਰ ਦੀ ਰਾਵੀ ਤੋਂ ਇਸ ਬੰਨੇ ਕਿਸੇ ਕਿਸਮ ਦੀ ਕੋਈ ਰਿਸ਼ਤੇਦਾਰੀ ਨਹੀਂ ਸੀ। ਚਿੜੀ ਪਰਿੰਦਾ ਵੀ ਨਹੀਂ ਸੀ ਜਾਣਦਾ। ਅਸੀਂ ਲੋਕਲ ਨਾਰੋਵਾਲ ਤਹਿਸੀਲ ਦਾ ਪਿੰਡ ਸੀ ਨਿੱਦੋ ਕੇ, ਜਿੱਥੋਂ ਉੱਜੜ ਕੇ ਆਏ ਸੀ। ਰਾਵੀ ਤੋਂ ਉਰਲੇ ਬੰਨੇ ਸਾਨੂੰ ਜਾਣਦਾ ਕੋਈ ਨਹੀਂ। ਅਤੇ ਜਿਹੜੇ ਬੰਦੇ ਨੂੰ ਰੁੱਖ ਨਾ ਜਾਣਦਾ ਹੋਵੇ, ਬਿਰਖ ਨਾ ਜਾਣਦਾ ਹੋਵੇ, ਰਾਹ ਖੇੜੇ ਦਾ ਨਾ ਪਤਾ ਹੋਵੇ, ਰਿਸ਼ਤੇਦਾਰੀ ਕੋਈ ਨਹੀਂ, ਅਤੇ ਉਹ ਬੰਦਾ ਉਹ ਕਿੱਧਰ ਨੂੰ ਜਾਏਗਾ। ਰਾਦਰ ਇੱਕ ਸਾਡੇ ਪਰਿਵਾਰ ਦੇ ਨਜ਼ਦੀਕੀ ਪਰਿਵਾਰ ਹੋਰ ਸੀ, ਉਹਨਾਂ ਦੀ ਕੋਈ ਭੈਣ ਵਿਆਹੀ ਹੋਈ ਸੀ ਕਿਸੇ ਪਿੰਡ, ਅਤੇ ਸਾਡੇ ਬਜ਼ੁਰਗ ਵੀ ਉਹਦੇ ਮਗਰੇ ਮਗਰ ਤੁਰ ਪਏ ਵੀ ਜਿੱਥੇ ਜਾਣਗੇ ਨਾਲ ਤੁਰਾਂਗੇ। ਜਿਹੜੇ ਅੱਗੇ ਜਾ ਰਹੇ ਸੀ ਉਹਨਾਂ ਨੂੰ ਭਰਮੇ ਵੀ ਜੇ ਸਾਡੇ ਨਾਲ ਚਲੇ ਗਏ ਅਤੇ ਇਹ ਤਾਂ ਫਿਰ ਬੋਝ ਬਣ ਜਾਣਗੇ ਉੱਥੇ ਸਾਡੀ ਉਸ ਰਿਸ਼ਤੇਦਾਰੀ 'ਚ। ਅਤੇ ਬੜਾ ਕੌੜੇ ਲਫ਼ਜ਼ਾਂ 'ਚ ਮੇਰੇ ਉਸ ਨਜ਼ਦੀਕੀ ਰਿਸ਼ਤੇਦਾਰ ਨੇ ਮੇਰੇ ਬਾਪੂ ਜੀ ਨੂੰ ਆਖਿਆ, ਤੁਸੀਂ ਕਿੱਧਰ ਮੂੰਹ ਚੱਕਿਆ ਹੋਇਆ, ਅਸੀਂ ਤਾਂ ਆਪਣੀ ਬੀਬੀ ਕੋਲ ਚੱਲੇ ਹਾਂ। ਅਤੇ ਮੇਰੇ ਬਾਪ ਨੇ ਸਾਰੀ ਜ਼ਿੰਦਗੀ ਵਾਸਤੇ ਸਹੁੰ ਪਾ ਲਈ ਕਿ ਮੈਂ ਕਿਸੇ ਦਾ ਅਧੀਨ ਨਹੀਂ ਰਹਿਣਾ, ਮੈਂ ਕਿਸੇ 'ਤੇ ਡਿਪੈਂਡ ਨਹੀਂ ਕਰਨਾ। ਔਰ ਇਹੀ ਸਬਕ ਸਾਨੂੰ ਉਹਨੇ ਦਿੱਤਾ ਕਿ ਜ਼ਿੰਦਗੀ ਉਸਾਰਨੀ ਤਾਂ ਆਪ ਉਹਦੀ ਮਿੱਟੀ ਗਾਉਣੀ ਪੈਣੀ ਹੈ, ਆਪ ਉਹਦਾ ਆਕਾਰ ਦੇਣਾ ਪੈਣਾ, ਅਤੇ ਜ਼ਿੰਦਗੀ ਜਿਹੜੀ ਹੈਗੀ ਕਿਸੇ ਦੇ ਆਸਰੇ ਨਹੀਂ ਕੱਟੀ ਜਾ ਸਕਦੀ। ਇਹ ਮੇਰਾ ਬਚਪਨ ਸੀ। ਇਹ 'ਚੋਂ ਅੜਬਾਈ ਕਹਿ ਲਓ, ਕਰੜਾਈ ਕਹਿ ਲਓ, ਸਿਦਕਦਿਲੀ ਕਹਿ ਲਓ, ਇਹ ਲਫ਼ਜ਼ ਲੋੜ ਮੁਤਾਬਕ ਕੋਈ ਵੀ ਬੰਦਾ ਕੱਢ ਸਕਦਾ। ਪਿੰਡ ਦੇ ਸਕੂਲ ਤੋਂ 10ਵੀਂ ਪ੍ਰਾਇਮਰੀ ਕਰਕੇ ਮੈਂ ਸਕੂਲ ਸਾਡੇ ਨੇੜੇ ਧਿਆਨਪੁਰ ਸੀ, ਉੱਥੋਂ 10ਵੀਂ ਜਦੋਂ ਕਰ ਰਹੇ ਸਾਂ ਤਾਂ ਸਾਨੂੰ ਸਿੱਖਿਆ ਤੰਤਰ ਦੇ ਵਿੱਚ ਜਿਵੇਂ ਪ੍ਰਾਈਵੇਟ ਸਕੂਲਾਂ ਦਾ ਹੁੰਦਾ, ਬੜੇ ਚੰਗੇ ਅਧਿਆਪਕ ਮਿਲੇ, ਬੜੇ ਚੰਗੇ ਅਧਿਆਪਕ ਮਿਲੇ। ਮਾਸਟਰ ਰਘਬੀਰ ਸਿੰਘ ਵਰਗੇ, ਗਿਆਨੀ ਜਸਵੰਤ ਸਿੰਘ ਗਿੱਲ ਵਰਗੇ, ਮਾਸਟਰ ਪ੍ਰੇਮਨਾਥ ਜੀ ਵਰਗੇ, ਮੰਗਲ ਦਾਸ ਵਰਗੇ, ਉਹ ਅਧਿਆਪਕ ਜਿਹੜੇ ਮਤਲਬ ਸਮਰਪਿਤ, ਪ੍ਰਕਾਸ਼ ਚੰਦ ਹੁੰਦੇ ਸਾਡੇ ਅਧਿਆਪਕ ਸੀ, ਉਹ ਸਮਰਪਿਤ ਭਾਵਨਾ ਵਾਲੇ। ਪਰ ਸਾਡਾ ਹੈਡ ਮਾਸਟਰ ਬੜਾ ਨਲਾਇਕ ਸੀ। ਉਹ ਸਕੂਲ ਹੀ ਨਹੀਂ ਸੀ ਵੜਦਾ, ਕਿਉਂਕਿ ਉਹਦਾ ਚਾਚਾ ਮੈਨੇਜਰ ਸੀ ਸਕੂਲ ਦਾ। ਉਹਨੇ ਜਿਹੜੇ ਚੰਗੇ ਟੀਚਰ ਸੀ ਉਹਨਾਂ ਦੇ ਵਿੱਚੋਂ 2-3 ਟੀਚਰ ਉਹਨੇ ਕੱਢਤੇ। ਅਸੀਂ ਹੜਤਾਲ ਕਰ ਦਿੱਤੀ। 8ਵੀਂ 9ਵੀਂ ਦੇ ਨਿਆਣਿਆਂ ਨੂੰ ਕਿੰਨੀ ਕੁ ਅਕਲ ਹੁੰਦੀ ਹੈ, ਅਸੀਂ ਜਿੰਦਾਬਾਦ ਮੁਰਦਾਬਾਦ ਬਾਹਰ ਲਾਉਣ ਲੱਗ ਗਏ। ਉਹ ਹੈਡ ਮਾਸਟਰ ਨੇ ਪਿੰਨ ਪੁਆਇੰਟ ਕਰਕੇ ਅਤੇ ਮੈਨੂੰ ਸਕੂਲ 'ਚੋਂ ਕੱਢਤਾ। ਕੱਢ ਦਿੱਤਾ ਅਤੇ ਮੈਂ ਹੁਣ ਡਰਦਾ ਮਾਰਾ ਘਰ ਵੀ ਨਾ ਦੱਸਾਂ ਵੀ ਕਿਉਂ ਕੱਢਿਆ। ਅਲਟੀਮੇਟਲੀ ਗੱਲ ਘਰ ਪਹੁੰਚ ਗਈ ਕਿ ਕਿਉਂ ਕੱਢਿਆ। ਅਤੇ ਮੈਂ ਆਪਣੇ ਬਾਪੂ ਜੀ ਨੂੰ, ਆਪਣੇ ਚਾਚਾ ਜੀ ਨੂੰ ਇੱਕ ਨਾਲ ਸਿਫਾਰਸ਼ੀ ਹੋਰ ਲੈ ਕੇ ਹੈਡ ਮਾਸਟਰ ਕੋਲ ਜਦੋਂ ਪੇਸ਼ ਹੋਏ, ਅਤੇ ਉਹ ਕਹਿੰਦਾ ਵੀ ਦਾਖਲ ਤਾਂ ਕਰ ਲਾਂਗੇ, ਪਰ ਇਹਨੂੰ ਸਜ਼ਾ ਮਾਰਨਿੰਗ ਪ੍ਰੇਅਰ 'ਤੇ ਦੇਣੀ ਹੈ। ਉਹ ਬੇਟੇ ਜਿਹੜੇ 8 ਰੂਲ ਮੇਰੇ ਹੱਥਾਂ 'ਤੇ ਸਿਆਲੂ ਦਿਨਾਂ 'ਚ ਉਸ ਹੈਡ ਮਾਸਟਰ ਨੇ ਖੁਦ ਮਾਰੇ, ਉਹਨਾਂ ਦੀ ਪੀੜ ਮੈਨੂੰ ਅਜੇ ਤੱਕ ਵੀ ਬੇਚੈਨ ਕਰਦੀ ਹੈ। ਮੇਰਾ ਦੋਸ਼ ਕੋਈ ਨਹੀਂ ਸੀ, ਜੇ ਦੋਸ਼ ਹੁੰਦਾ ਤਾਂ ਸ਼ਾਇਦ ਮੈਂ ਉਦੋਂ ਵੱਡੀ ਸਜ਼ਾ ਵੀ ਕੱਟ ਲੈਂਦਾ। ਜਿਹੜਾ ਉਸ ਸਟੇਜ 'ਤੇ ਧਿਆਨਪੁਰ ਸਕੂਲ ਦੇ ਸਟੇਜ 'ਤੇ ਖਲੋ ਕੇ ਜਿਹੜੇ 8 ਰੂਲ ਮੈਨੂੰ ਪਏ, ਉਹ ਮੈਨੂੰ ਹੁਣ ਤੱਕ ਰੜਕਦੇ ਆ। ਅਤੇ ਮੈਂ ਜਿੰਨੇ ਸਾਲ ਜ਼ਿੰਦਗੀ 'ਚ ਟੀਚਰ ਰਿਹਾ ਵਾਂ, ਮੈਂ ਕਦੇ ਵੀ ਕਿਸੇ ਦੋਸ਼ ਤੋਂ ਬਿਨਾਂ ਕਿਸੇ ਬੱਚੇ ਨਾਲ ਇਸ ਕਿਸਮ ਦਾ
ਕੌੜਾ ਵਿਹਾਰ ਨਹੀਂ ਕੀਤਾ, ਆਪਣੀ ਨਲਾਇਕੀ ਕੱਢਣ ਲਈ ਨਹੀਂ ਕੀਤਾ ਘੱਟੋ ਘੱਟ। ਹਾਂਜੀ, ਹੋ ਸਕਦਾ ਉਹ ਸੋ ਉਹਨਾਂ ਸਾਰੀਆਂ ਸਿਚੁਏਸ਼ਨਸ ਨੇ ਮੈਨੂੰ ਇਸ ਤਰ੍ਹਾਂ ਦਾ ਬਣਾ ਦਿੱਤਾ ਕਿ ਮੈਂ ਆਪਣੇ ਵਿਹਾਰ ਦੇ ਵਿੱਚ ਨਰਮਾਈ ਰੱਖਾਂ, ਪਰ ਇਹ ਕਿਸੇ ਨੂੰ ਹੱਕ ਨਾ ਮਿਲ ਜਾਵੇ ਕਿ ਉਹ ਫੜ ਕੇ ਮਖਾਣਿਆਂ ਨੂੰ ਮੂੰਹ 'ਚ ਪਾ ਲਵੇ। ਉਹ ਕਰੜਾਈ ਵਾਲਾ ਮੇਰਾ ਬੇਟੇ ਪ੍ਰਭਾਵ ਤਾਂ ਕਰਕੇ ਹੈਗਾ। ਬਾਕੀ ਮੈਂ ਐਡਾ ਸਿੱਧਾ ਪੱਧਰਾ ਵੀ ਨਹੀਂ, ਮੈਂ ਕੌੜਾ ਜ਼ਬਾਨ ਦਾ। ਇਹ ਮੈਂ ਆਪਣਾ ਮਾਣ ਨਾਲ ਨਹੀਂ ਕਹਿ ਰਿਹਾ, ਮੈਂ ਬੜੀ ਕੋਸ਼ਿਸ਼ ਕਰਦਾ ਕਿ ਕੜਤਨ ਘਟਾਵਾਂ, ਪਰ ਨਹੀਂ ਘਟਦੀ, ਹੁਣ ਕੀ ਕਰਾਂ, ਆਦਤ ਬਣ ਗਈ। ਪਰ ਜਿੱਥੇ ਕਿਤੇ ਹੱਕ ਸੱਚ ਇਨਸਾਫ ਹੈ ਉੱਥੇ ਕੌੜਾ ਮੈਂ, ਜਣੇ ਖਣੇ 'ਤੇ ਗੱਲ ਨਹੀਂ ਪੈਂਦਾ। ਇਸ ਕਰਕੇ ਮੈਂ ਸਮਝਦਾ ਹਾਂ ਕਿ ਨਾਰੀਅਲ ਜਿਵੇਂ ਬਾਹਰੋਂ ਤੁਹਾਨੂੰ ਲੱਗਦਾ ਕਿ ਕੰਡਿਆਲਾ, ਉਹਦੇ ਰੇਸ਼ੇ ਤੁਹਾਨੂੰ ਐਂ ਲੱਗਦੇ ਨੇ ਕਿ ਅੰਦਰ ਇਹਦੀ ਕੱਖ ਵੀ ਨਹੀਂ ਹੋਣਾ। ਜੇ ਥੋੜ੍ਹਾ ਜਿਹਾ ਗਾਂਹ ਜਾਂਦੇ ਹੋ ਤੁਸੀਂ ਤਾਂ ਤੁਹਾਨੂੰ ਗਿਰੀ ਮਿਲ ਜਾਂਦੀ ਵਿੱਚੋਂ, ਥੋੜ੍ਹਾ ਬਹੁਤਾ ਪਾਣੀ ਮਿਲ ਜਾਂਦਾ ਹੈ, ਅੰਮ੍ਰਿਤ ਵਰਗਾ ਪਾਣੀ ਹੁੰਦਾ, ਉਹਦੀ ਗਿਰੀ ਖਾਣ ਯੋਗ ਹੁੰਦੀ ਹੈ, ਜ਼ਿੰਦਗੀ ਨੂੰ ਹੁਸੀਨ ਬਣਾਉਂਦੀ ਹੈ। ਸੋ ਮੈਨੂੰ ਲੱਗਦਾ ਕਿ ਮੇਰੀ ਜਿਹੜੀ ਇਸ ਕਿਸਮ ਦੀ ਜਿਹੜੀ ਬਦਨਾਮੀ ਹੈ, ਸ਼ੁਕਰ ਹੈ ਤੈਨੂੰ ਪਤਾ। ਮੈਂ ਗੱਲ ਕਰ ਰਹੀ ਸੀ ਤੁਹਾਡੇ ਲਿਖਣ ਦੇ ਝੁਕਾਅ ਦੀ, ਹੈ ਨਾ। ਪਹਿਲੀ ਕਿਤਾਬ ਜਦੋਂ ਤੁਸੀਂ ਜਗਰਾਓਂ ਅਧਿਆਪਕ ਦੇ ਤੌਰ 'ਤੇ ਆਪਣੀ ਸੇਵਾ ਨਿਭਾ ਰਹੇ ਸੀ, ਉਸ ਸਮੇਂ ਤੁਸੀਂ ਪਬਲਿਸ਼ ਕਰਵਾਈ। ਇਹ ਲਿਖਣ ਵੱਲ ਤੁਹਾਡਾ ਕਿਵੇਂ ਮਨ ਬਣਿਆ ਕਿ ਮੈਂ ਇੱਕ ਕਵੀ ਬਣਨਾ ਹੈ? ਮੇਰੇ ਘਰ ਦੇ ਵਿੱਚ ਬੇਟੇ ਚੰਗੇ ਮੈਗਜ਼ੀਨ ਅਤੇ ਚੰਗੇ ਅਖਬਾਰ ਮੇਰੇ ਵੱਡੇ ਭਰਾਵਾਂ ਕਰਕੇ, ਮੇਰੇ ਭਾਈ ਸਾਹਿਬ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਔਰ ਪ੍ਰੋਫੈਸਰ ਸੁਖਵੰਤ ਸਿੰਘ ਗਿੱਲ ਜਿਹੜੇ ਮੇਰੇ ਵੱਡੇ ਵੀਰ ਨੇ, ਇਹਨਾਂ ਸਦਕਾ ਸਾਡੇ ਘਰ ਦੇ ਵਿੱਚ ਚੰਗੇ ਮੈਗਜ਼ੀਨ ਉਹਨਾਂ ਵਕਤਾਂ 'ਚ ਆਉਂਦੇ ਹੁੰਦੇ ਸੀ, ਜਿਨ੍ਹਾਂ 'ਚੋਂ ਪ੍ਰੀਤ ਲੜੀ ਦਾ ਪ੍ਰਮੁੱਖ ਥਾਂ ਹੈ। ਇੱਕ ਮੈਗਜ਼ੀਨ ਦੇਸ਼ ਭਗਤੀ ਯਾਦਗਾਰ ਦਾ ਹੁੰਦਾ ਸੀ, ਦੇਸ਼ ਭਗਤੀ ਯਾਦਾਂ। ਇੱਕ ਕੌਮੀ ਲਹਿਰ ਸੀ ਯੁਵਕ ਕੇਂਦਰ ਵੱਲੋਂ, ਅਤੇ ਇੱਕ ਹਫ਼ਤਾਵਾਰੀ ਅਖਬਾਰ ਅਜੀਤ ਦਾ ਐਡੀਸ਼ਨ ਸੀ ਜਿਹੜਾ ਸਪਤਾਹਕ ਅੰਕ, ਉਹ ਸਾਡੇ ਘਰ ਡਾਕ ਰਾਹੀਂ ਆਉਂਦਾ ਸੀ, ਕਿਉਂਕਿ ਸਾਹਿਬ ਰਜਿੰਦਰ ਸਿੰਘ ਹਮਦਰਦ ਜਿਹੜੇ ਨੇ ਮੇਰੇ ਵੱਡੇ ਭਾਈ ਸਾਹਿਬ ਦੇ ਸੱਜਣ ਪਿਆਰੇ ਸੀ, ਅਤੇ ਉਹਨਾਂ ਸਾਕੋਂ ਸਾਡੇ ਘਰ ਦੇ ਵਿੱਚ ਡਾਕ ਰਾਹੀਂ ਉਹ ਅਖਬਾਰ ਆਉਂਦਾ ਸੀ। ਉਹ ਪੜ੍ਹਦਿਆਂ ਐਸੀ ਚੇਟਕ ਲੱਗੀ ਕਿ ਉਹਨੇ ਦਿਨਾਂ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਪੰਚਾਇਤ ਵਾਸਤੇ ਇੱਕ ਲਾਇਬ੍ਰੇਰੀ ਆ ਗਈ, ਅਤੇ ਸਰਪੰਚ ਸਾਹਿਬ ਸਾਡੇ ਬੜੇ ਨੇਕ ਇਨਸਾਨ ਸੀ, ਸਰ ਰਤਨ ਸਿੰਘ ਜੀ ਨੇ ਸਾਡੇ ਪਿੰਡ ਦਾ ਪ੍ਰਾਇਮਰੀ ਸਕੂਲ ਵੀ ਖੁਲਵਾਇਆ। ਉਹਨਾਂ ਨੇ, ਕਿਉਂਕਿ ਅਨਪੜ੍ਹ ਸੀ ਉਹ, ਅਤੇ ਉਹਨਾਂ ਨੇ ਮੇਰੀ ਜ਼ਿੰਮੇਵਾਰੀ ਮੇਰੇ ਵੱਡੇ ਵੀਰ ਦੀ ਲਾਤੀ, ਸੁਖਵੰਤ ਸਿੰਘ ਗਿੱਲ ਹੋਰਾਂ ਦੀ, ਜਿਹੜੇ ਉਦੋਂ ਬੇਰਿੰਗ ਕਾਲਜ ਬਟਾਲੇ ਪੜ੍ਹਦੇ ਸੀ, ਕਿ ਸੁਖ, ਮਤਲਬ ਮੈਂ ਤੁਹਾਨੂੰ ਫਰਕ ਦੱਸਦਾ ਵੀ ਉਦੋਂ ਦੀ ਸਰਪੰਚੀ ਅਤੇ ਹੁਣ ਦੀ ਸਰਪੰਚ 'ਚ ਕੀ ਫਰਕ ਹੈ। ਹੁਣ ਤਾਂ ਲੱਖਾਂ ਦੀ ਗ੍ਰਾਂਟ ਖਾ ਕੇ ਵੀ ਸਰਪੰਚ ਸਾਹਿਬ ਡਕਾਰ ਵੀ ਨਹੀਂ ਮਾਰਦੇ। ਬਿਲਕੁਲ। ਅਤੇ ਉਦੋਂ ਉਹਨੂੰ ਸਰਪੰਚ ਸਾਡੇ ਪਿੰਡ ਵਾਲੇ ਨੂੰ 51 ਕਿਤਾਬਾਂ ਦਾ ਫਿਕਰ ਪੈ ਗਿਆ ਵੀ ਕਿਤੇ ਇਹ ਜੇ ਕਿਤੇ ਗਵਾਚ ਗੂਚ ਗਈਆਂ ਤਾਂ ਮੇਰੇ 'ਤੇ ਗਬਨ ਦਾ ਕੇਸ ਨਾ ਪੈ ਜਾਵੇ। ਅਤੇ ਉਹ ਕੋਈ 51 ਕਿਤਾਬਾਂ ਕਿੰਨੇ ਕੁ ਦੀਆਂ ਹੋਣਗੀਆਂ? 5000 ਤੋਂ ਥੱਲੇ ਹੋਣਗੀਆਂ। ਉਹਨੂੰ 5000 ਦਾ ਡਰ ਸੀ ਵੀ ਕਿਤੇ ਮੈਂ ਗਬਨ ਦੇ ਕੇਸ 'ਚ ਨਾ ਫੜਿਆ ਜਾਵਾਂ। ਉਹ ਕਹਿੰਦੇ ਪੁੱਤਰ ਤੇਰੀ ਜ਼ਿੰਮੇਵਾਰੀ ਹੈ ਇਹਨਾਂ ਕਿਤਾਬਾਂ ਦੀ ਰਖਵਾਲੀ ਕਰਨੀ। ਉਹ ਐਕਸੈਸ਼ਨ ਨੰਬਰ ਲਾਉਣ ਵਾਸਤੇ, ਨੰਬਰਿੰਗ ਕਰਨ ਵਾਸਤੇ ਘਰੇ ਲੈ ਆਏ। ਉਹ ਪੜ੍ਹਨ ਜਾਂਦੇ ਸੀ, ਇਸ ਕਰਕੇ ਵਕਤ ਲੱਗ ਗਿਆ, ਅਤੇ ਮੈਂ ਉਹਦੇ 'ਚੋਂ ਉਹਨਾਂ ਤੋਂ ਚੋਰੀ ਪੜ੍ਹਦਿਆਂ ਲਗਭਗ 10-12 ਕਿਤਾਬਾਂ ਪੜ੍ਹ ਗਿਆ। ਮੈਨੂੰ ਅਜੇ ਵੀ ਯਾਦ ਹੈ ਕਿਹੜੀਆਂ ਕਿਤਾਬਾਂ ਸੀ ਉਹ। ਉਹਨਾਂ 'ਚ ਰਾਮ ਸਰੂਪ ਪਣਖੀ ਦੀ ਕਹਾਣੀਆਂ ਦੀ ਕਿਤਾਬ ਸੁੱਤਾ ਨਾਗ ਸੀ, ਪਹਿਲੀ ਕਿਤਾਬ ਉਹਨਾਂ ਦੀ। ਉਹਦੇ 'ਚ ਅਵਤਾਰ ਸਿੰਘ ਦਲੇਰ ਦੀ ਕਿਤਾਬ ਅੱਡੀ ਟੱਪਾ ਸੀ। ਉਹਦੇ ਪ੍ਰੀਤਮ ਸਿੰਘ ਰਾਹੀ ਦੀ ਕਿਤਾਬ ਕੰਜਕਾਂ ਸੀ, ਉਹ ਵੀ ਉਹਨਾਂ ਦੀ ਪਹਿਲੀ ਕਿਤਾਬ ਸੀ। ਉਹਦੇ ਸ਼ਿਵਕੁਮਾਰ ਬਟਾਲਵੀ ਦੀ ਲੂਣਾ ਸੀ। 4 5ਵੀਂ ਕਿਤਾਬ ਸ਼ਾਇਦ ਉਹਦੇ ਵਿੱਚ ਪ੍ਰੋਫੈਸਰ ਮੋਹਨ ਸਿੰਘ ਹੋਰਾਂ ਦੀ ਕੋਈ ਉਹਨਾਂ ਦੇ ਨਸ਼ਾ ਵੀ ਕਿਤਾਬ ਸੀ। ਅਤੇ ਇੱਕ ਪੰਜਾਬ ਦੇ ਲੋਕ ਗੀਤ ਸੀ ਡਾਕਟਰ ਐਮ ਐਸ ਰੰਧਾਵਾ ਦੇ। ਇਹ 6-7 ਕਿਤਾਬਾਂ ਮੈਨੂੰ ਯਾਦ ਨੇ। ਪਰ ਜਦੋਂ ਉਹ ਲਾਇਬ੍ਰੇਰੀ ਸਰਪੰਚ ਸਾਹਿਬ ਦੀ ਅਲਮਾਰੀ 'ਚ ਪਹੁੰਚ ਗਈ, ਅਤੇ ਫਿਰ ਉੱਥੋਂ ਵੀ ਲੈ ਕੇ ਸਾਰੀਆਂ ਕਿਤਾਬਾਂ ਲਗਭਗ ਪੜ੍ਹਦੀਆਂ 51 ਹੀ ਮੈਂ ਜਿਹੜੀਆਂ ਨੇ ਸਾਲ ਦੇ ਵਿੱਚ ਬੇਟੇ ਪੜ੍ਹ ਦਿੱਤੀਆਂ। ਉਹਦੇ ਨਾਲ ਮੇਰੀ ਸ਼ਬਦ ਸੱਭਿਆਚਾਰ ਨਾਲ ਸਾਂਝ ਪਈ। ਮੈਨੂੰ ਚੰਗਾ ਲੱਗਦਾ ਸੀ ਕਿ ਸ਼ਬਦ ਤੁਹਾਡੇ ਅੰਦਰ ਕੁਛ ਤੋਰਦਾ, ਜਿਹਨੂੰ ਸਿਰਜਣਾਤਮਕਤਾ ਕਹਿੰਦੇ ਆ, ਕ੍ਰੀਏਟਿਵਿਟੀ ਕਹਿੰਦੇ ਆ। ਉਦੋਂ ਬਾਅਦ ਜਦੋਂ 10ਵੀਂ ਕਰਕੇ ਮੈਂ ਕਾਲਜ ਜਾਣਾ ਸੀ, ਤਾਂ ਮਾਪਿਆਂ ਦਾ ਜੀ ਕਰੇ ਕਿ ਇਹਨੂੰ ਵਿਗਿਆਨ ਪੜ੍ਹਾਈਏ, ਅਤੇ ਮੇਰਾ ਵਿਗਿਆਨ 'ਚ ਸੱਚ ਬਹੁਤ ਇੰਟਰਸਟ ਕੋਈ ਨਹੀਂ ਸੀ। ਇੰਟਰਸਟ ਕੀ, ਮੈਂ ਡਰਦਾ ਸੀ, ਭੈ ਭੀਤ ਸੀ। ਪੇਂਡੂ ਸਕੂਲ ਦਾ ਪੜ੍ਹਿਆ ਹੋਣ ਕਰਕੇ ਮੇਰੀ ਮੈਰਿਟ ਬਹੁਤੀ ਜ਼ਿਆਦਾ ਨਹੀਂ ਸੀ, ਬਹੁਤ ਥੋੜ੍ਹੇ ਜਿਹੇ ਨੰਬਰ ਸੀ ਜਦੋਂ ਮੈਂ 10ਵੀਂ ਕਰ ਗਿਆ, ਭੈੜੀ ਜੀ 2nd ਕਲਾਸ ਦੇ ਵਿੱਚ। ਅਤੇ
ਮੇਰੇ ਬਾਰੇ ਫੈਸਲਾ ਕਰਨਾ ਸੀ ਮੇਰੇ ਪਰਿਵਾਰ ਦੇ ਜੀਆਂ ਨੇ ਬਹਿ ਕੇ ਕਿ ਇਹ ਹੁਣ ਵਿਗਿਆਨ ਪੜ੍ਹੇ ਕਿ ਸਾਹਿਤ ਪੜ੍ਹੇ, ਆਰਟਸ ਪੜ੍ਹੇ ਕਿ ਸਾਇੰਸ ਪੜ੍ਹੇ। ਮੈਂ ਬਜ਼ਿੱਦ ਸੀ ਕਿ ਮੈਂ ਸਾਇੰਸ ਨਹੀਂ ਪੜ੍ਹਨੀ। ਮਾਪੇ ਬਜ਼ਿੱਦ ਸੀ ਕਿ ਤੂੰ, ਮਾਪੇ ਨਹੀਂ ਮੇਰੇ ਵੱਡੇ ਵੀਰ, ਮਾਪੇ ਤੇ ਮੇਰਿਆਂ ਨੂੰ ਪਤਾ ਹੀ ਨਹੀਂ ਸੀ ਕਿਉਂਕਿ ਉਹਦੇ ਸਿੱਧੇ ਚਿੱਟੇ ਅਨਪੜ੍ਹ ਸੀ। ਫੈਸਲਾ ਤੇ ਭਰਾਵਾਂ ਨੇ ਕਰਨਾ ਸੀ ਜਾਂ ਮੇਰੇ ਕਜ਼ਨਸ ਨੇ ਕਰਨਾ ਸੀ। ਅਲਟੀਮੇਟਲੀ ਮੈਂ ਲੁਧਿਆਣੇ ਉਨੀ ਦਿਨ ਆਇਆ ਹੋਇਆ ਸੀ 10ਵੀਂ ਦੇ ਪੇਪਰਾਂ ਤੋਂ ਬਾਅਦ 'ਚ ਰਿਜ਼ਲਟ ਆਏ ਤੇ ਵੀ ਇੱਥੇ ਸੀ ਮੈਂ, ਅਤੇ ਪਿੰਡੋਂ ਚਿੱਠੀ ਆ ਗਈ ਵੀ ਬੇਅਰਿੰਗ ਕਾਲਜ ਤੋਂ ਪ੍ਰੋਸਪੈਕਟਸ ਮੰਗਵਾ ਲਿਆ ਬਟਾਲੇ ਤੋਂ, ਅਤੇ ਉਹਨੂੰ ਭੇਜ ਦਿਓ। ਅਤੇ ਮਤਲਬ ਇੱਥੇ ਪੰਗਾ ਫਸਿਆ ਹੋਇਆ ਵੀ ਮੈਂ ਮਤਲਬ ਸਾਇੰਸ ਨਹੀਂ ਪੜ੍ਹਨੀ। ਅਲਟੀਮੇਟਲੀ ਮੇਰੇ ਕਜ਼ਨ ਨੇ, ਭੂਆ ਜੀ ਦੇ ਬੇਟੇ, ਬਹੁਤ ਵੱਡੇ ਵਿਦਵਾਨ ਨੇ, ਪ੍ਰੋਫੈਸਰ ਮਨਿੰਦਰਜੀਤ ਸਿੰਘ ਵੜੈਚ ਇੰਜੀਨੀਅਰਿੰਗ ਕਾਲਜ ਪ੍ਰੋਫੈਸਰ ਹੁੰਦੇ ਸੀ ਲੁਧਿਆਣੇ ਇੱਥੇ। ਉਹ ਜਦੋਂ ਸਾਰਾ ਮੇਰੇ ਦਾ ਮੱਥਾ ਮਾਰ ਮੂਰ ਹਟੇ ਸਾਰੇ, ਮੇਰੇ ਵੱਡੇ ਭਾਜੀ ਵੀ ਪ੍ਰਿੰਸੀਪਲ ਜਸਵੰਤ ਸਿੰਘ ਗਿੱਲ ਉਦੋਂ ਪ੍ਰੋਫੈਸਰ ਸੀ ਖਾਲਸਾ ਕਾਲਜ 'ਚ, ਅਤੇ ਮੈਂ ਬਜ਼ਿੱਦ ਵੀ ਮੈਂ ਨਹੀਂ ਸਾਇੰਸ ਪੜ੍ਹਨੀ। ਉਹ ਉਹਨਾਂ ਦੇ ਭਾਜੀ ਦੇ ਦੋਸਤ ਸੀਗੇ ਪ੍ਰੋਫੈਸਰ ਹਰੀ ਸਿੰਘ, ਬਾਅਦ 'ਚ ਪ੍ਰਿੰਸੀਪਲ ਬਣੇ GNE ਦੇ। ਉਹਨਾਂ ਦੀ ਡਿਊਟੀ ਲਾ ਦਿੱਤੀ ਵੀ ਤੂੰ ਸਮਝਾ ਕੇ ਦੇਖ, ਸਾਡੇ ਕੋਲ ਤਾਂ ਨਹੀਂ ਮੰਨਿਆ। ਮੈਨੂੰ ਕਹਿੰਦੇ ਬੇਟਾ ਤੂੰ ਪੜ੍ਹਨਾ ਕੀ ਚਾਹੁੰਦਾ? ਮੈਂ ਭਾਜੀ ਮੈਂ ਸਾਇੰਸ ਨਹੀਂ ਪੜ੍ਹਨੀ, ਮੈਨੂੰ ਬੜਾ ਡਰ ਆਉਂਦਾ, ਅਤੇ ਫੇਲ ਹੋਣ ਦੀ ਬੇਸ਼ਰਮੀ ਮੈਂ ਚੱਲ ਨਹੀਂ ਸਕਣੀ। ਉਹਨਾਂ ਜਾ ਕੇ ਫੈਸਲਾ ਸੁਣਾ ਦਿੱਤਾ ਬਈ ਜੱਸ, ਭਾਜੀ ਦਾ ਨਾਂ, ਘਰ ਦਾ ਨਾਂ ਜੱਸ, ਕਹਿੰਦੇ ਜੱਸ ਬਰਿੰਦਰਜੀਤ ਭਾਜੀ ਨੂੰ ਆਪੇ ਮਨਾ ਲਾਂਗਾ, ਇਹਨੂੰ ਆਰਟਸ ਪੜ੍ਹਨ ਦਿਓ। ਕਿ ਤੂੰ ਆਰਟਸ ਕਿਉਂ ਪੜ੍ਹਨਾ ਚਾਹੁੰਦਾ? ਮੈਂ ਕਿਹਾ ਜੀ ਮੇਰਾ ਸਾਹਿਤ 'ਚ ਇੰਟਰਸਟ ਹੈ, ਲਿਟਰੇਚਰ 'ਚ ਇੰਟਰਸਟ ਹੈ, ਅਤੇ ਮੈਂ ਉਹਦੇ ਰਾਹੀਂ ਪੜ੍ਹ ਸਕਾਂਗਾ। ਜਦੋਂ ਪਿੰਡ ਆਇਆ ਮੈਂ, ਅਤੇ ਪਤਾ ਲੱਗਿਆ ਅਫਵਾਹ ਉੱਡੀ ਸੀ ਸਾਡੇ ਇਲਾਕੇ 'ਚ ਵੀ ਕਾਲੇ ਅਫਗਾਨੇ ਕਾਲਜ ਖੁੱਲ੍ਹ ਰਿਹਾ। ਮੈਂ ਹੋਰ ਵੀ ਖੁਸ਼ ਵੀ 4-5 ਕਿਲੋਮੀਟਰ ਪਿੰਡੋਂ ਕਾਲਜ ਖੁੱਲ੍ਹ ਰਿਹਾ, ਉੱਥੇ ਦਾਖਲ ਹੋਵਾਂਗੇ, ਉੱਥੇ ਪੜ੍ਹਾਂਗੇ। ਅਤੇ ਮੈਂ ਮਾੜੀ ਮੋਟੀ ਕਬੱਡੀ ਖੇਡਦਾ ਹੁੰਦਾ ਸੀ ਜਾਂ ਥੋੜ੍ਹਾ ਬਹੁਤਾ ਵਜ਼ਨ ਚੁੱਕਦਾ ਹੁੰਦਾ ਸੀ। ਪਿੰਡ ਦੇ ਦੇਸੀ ਜਿਹੜੀ ਬੋਰੀ ਦੇ ਵਿੱਚ ਮਿੱਟੀ ਪਾ ਕੇ ਚੁੱਕਣ ਦਾ ਇੱਕ ਸ਼ੌਕ ਜਿਹਾ ਹੁੰਦਾ, ਉਸ ਕਿਸਮ ਦਾ। ਫਿਜ਼ੀਕਲੀ ਫਿੱਟ ਰੱਖਣ 'ਚ ਮੇਰੇ ਬਾਪੂ ਜੀ ਦਾ ਬੜਾ ਯੋਗਦਾਨ ਸੀ। ਡੰਡ ਬੈਠਕਾਂ ਕਢਾਉਣੀਆਂ ਉਹਨਾਂ ਨੇ, ਮਾਲਸ਼ਾਂ ਕਰਨੀਆਂ, ਆਪ ਘਿਓ, ਮੈਨੂੰ ਮੈਂ ਖਾਣਾ ਨਹੀਂ ਲਫ਼ਜ਼ ਵਰਤਾਂਗਾ, ਉਹਨਾਂ ਨੇ ਆਪ ਘਿਓ ਚਾਰਨਾ। ਸਾਡੇ ਪਿੰਡ 'ਚ ਇਹ ਕਹਿੰਦੇ ਵੀ ਘਿਓ ਕਿੰਨਾ ਚਾਰਿਆ ਮੁੰਡੇ ਨੂੰ ਹੈਂ। ਅਤੇ ਸੱਚੀ ਗੱਲ ਹੈ ਕਿ ਮੇਰੇ ਸ਼ੌਕ ਮੇਰੇ ਬਾਪੂ ਜੀ ਨੇ ਸਾਰੀਆਂ ਥੋੜ੍ਹਾਂ ਦੇ ਬਾਵਜੂਦ ਜਿੰਨੇ ਚਾਅ ਪੂਰੇ ਕੀਤੇ, ਜਿੰਨੇ ਕੁ ਵੱਧ ਤੋਂ ਵੱਧ ਕੋਈ ਆਪਣੇ ਪੁੱਤਰ ਧੀ ਦੇ ਕਰ ਸਕਦਾ, ਉਹਨੇ ਚਾਅ ਕੀਤੇ ਉਹਨਾਂ ਨੇ। ਉਹ ਕਾਲਜ ਖੁੱਲ੍ਹ ਗਿਆ ਸਾਡੇ ਕਾਲਾ ਅਫਗਾਨਾ। ਉੱਥੇ ਮੈਂ 11ਵੀਂ ਅਤੇ 12ਵੀਂ 2 ਜਮਾਤਾਂ ਉੱਥੇ ਮੈਂ ਪਾਸ ਕੀਤੀਆਂ। ਉੱਥੇ ਮੇਰੀ ਚੰਗੀ ਕਿਸਮਤ ਕਹਿ ਲਓ ਜਾਂ ਹਾਲਾਤ ਕਹਿ ਲਓ ਬਣਨੀ ਹੁੰਦੀ ਹੈ, ਵਿਧਾ ਬਣਨੀ ਹੁੰਦੀ ਹੈ। ਉੱਥੇ ਮੇਰੇ ਅਧਿਆਪਕ ਸੀ ਸੁਰਿੰਦਰ ਗਿੱਲ, ਜਿਹੜੇ ਸ਼ਾਇਰ ਨੇ ਜ਼ੁਬਾਨ ਦੇ ਬੜੇ ਅੱਛੇ ਪੰਜਾਬੀ ਜ਼ੁਬਾਨ ਦੇ, ਡਾਕਟਰ ਸੁਰਿੰਦਰ ਗਿੱਲ। ਉਹ ਮੇਰੇ ਵੱਡੇ ਭਾਈ ਸਾਹਿਬ ਦੇ ਜਮਾਤੀ ਹੋਣ ਕਰਕੇ ਮੇਰੀ ਉਹਨਾਂ ਨਾਲ ਸਤਿ ਸ਼੍ਰੀ ਅਕਾਲ ਚੰਗੀ ਸੀ, ਅਤੇ ਉਹਨਾਂ ਨੇ ਵੇਖਿਆ ਵੀ ਬੜੇ ਸਲੀਕੇ ਨਾਲ ਸਤਿ ਸ਼੍ਰੀ ਅਕਾਲ ਬੁਲਾਉਂਦਾ, ਅਤੇ ਮੈਨੂੰ ਉਹਨਾਂ ਨੇ ਪੰਜਾਬੀ ਸੈਕਸ਼ਨ ਦਾ ਐਡੀਟਰ ਬਣਾ ਦਿੱਤਾ। ਤੀਸਰੀ ਅੱਖ ਸਾਡਾ ਮੈਗਜ਼ੀਨ ਸੀ, ਉਹਦਾ ਮੈਂ ਐਡੀਟਰ ਬਣ ਗਿਆ। ਹੁਣ ਐਡੀਟਰ ਇਹ ਤਾਂ ਨਹੀਂ ਲੋਕਾਂ ਦੀਆਂ ਕਵਿਤਾਵਾਂ ਜੋੜ ਕੇ ਛਾਪ ਦੇਗਾ। ਉਹ ਕਹਿੰਦੇ ਤੇਰੀ ਆਪਣੀ ਕਵਿਤਾ। ਮੈਂ ਸਾਡੇ ਪਿੰਡ ਦਾ ਗਿਆਨੀ ਕਰਦਾ ਸੀ ਨੌਜਵਾਨ, ਅਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਭਾ ਮੈਨੂੰ ਕਵਿਤਾ ਦੇ ਦੇ, ਮੈਂ ਆਪਣੇ ਮੈਗਜ਼ੀਨ 'ਚ ਦੇਣੀ ਹੈ। ਉਹ ਮੇਰੇ ਨਾਲ ਖੇਡ ਗਿਆ, ਚਲਾਕੀ ਕਰ ਗਿਆ। ਹੁਣ ਵੀ ਮੈਨੂੰ ਬੜਾ ਹਾਸਾ ਆਉਂਦਾ। ਉਹਨੇ ਮੈਨੂੰ ਕਿਸੇ ਹੋਰ ਦੀ ਰੁਬਾਈ ਲਿਖ ਕੇ ਦੇ ਦਿੱਤੀ, 5-7 ਰੁਬਾਈਆਂ ਦੇ ਦਿੱਤੀਆਂ ਵੀ ਆਹ ਦੇ ਦੀ ਜਾ ਕੇ। ਮੈਂ ਜਾ ਕੇ ਜੋ ਪੈਸਾ ਦਿੱਤੀਆਂ, ਅਤੇ ਮੈਨੂੰ ਹੱਸ ਕੇ ਕਹਿੰਦੇ ਸੁਰਿੰਦਰ ਗਿੱਲ ਹੋਰੀ, ਕਹਿੰਦੇ ਇੱਕ ਤਾਂ ਹੁੰਦਾ ਚੋਰੀ, ਇਹ ਤਾਂ ਡਾਕਾ ਹੈ। ਇਹ ਤਾਂ ਕਵਿਤਾਵਾਂ ਜਿਹੜੀਆਂ ਨੇ ਰੁਬਾਈਆਂ ਨੇ ਫਲਾਣੇ ਪੋਇਟ ਦੀਆਂ ਨੇ, ਤੇਰੀ ਤਾਂ ਹੈ ਹੀ ਨਹੀਂ ਇਹ। ਅਤੇ ਮੈਂ ਉਹ ਜਿਵੇਂ ਝਟਕੀ ਫੌੜ ਮਾਰੀ ਦਾ, ਮੈਂ ਕਿਹਾ ਇਹ ਕਿਹੜੀ ਗੱਲਾਂ 'ਚੋਂ ਗੱਲ ਹੈ, ਮੈਂ ਤੁਹਾਨੂੰ ਕੱਲ੍ਹ ਨੂੰ ਹੋਰ ਲਿਆ ਦਿੰਦਾ। ਮੈਂ ਘਰ ਬੈਠਾ, ਸਾਡੇ ਇੱਕ ਬੋਰਡ 'ਤੇ ਪਿੱਪਲ ਸੀ ਇਕੱਠੇ, ਮੈਂ ਸਿਰ ਜੁੜਦਾ ਸੀ ਉੱਤੋਂ। ਸਾਡੇ ਪਿੰਡ ਦੇ ਬਹੁਤ ਸਾਰੇ ਜੀ ਜਿਹੜੇ ਨੇ ਨਾ, ਉਹਦੇ ਥੱਲੇ ਬੈਠ ਕੇ ਗਰਮੀਆਂ ਕੱਟਦੇ ਹੁੰਦੇ ਸੀ। ਈਵਨ ਜੇ ਕੱਪੜਾ ਵੇਚਣ ਵਾਲਾ ਬਜਾਜੀ ਵਾਲਾ ਕੋਈ ਆਉਣਾ, ਅਤੇ ਉਹਨੇ ਵੀ ਫੇਰੀ ਵਾਲੇ ਨੇ ਵੀ ਉੱਥੇ ਬਹਿ ਕੇ ਕੱਪੜਾ ਵੇਚਿਆ ਕਰਨਾ। ਜੇ ਕਿਸੇ ਚੂੜੀਆਂ ਚੜਾਉਣ ਵਾਲੇ ਵਣਜਾਰੇ ਨੇ ਆਉਣਾ, ਉਹਨੇ ਉੱਥੇ ਬਹਿ ਜਾਣਾ। ਜੇ ਕਿਸੇ ਸਪੇਰੇ ਨੇ ਸੱਪ ਦਿਖਾਉਣਾ ਆਉਣਾ, ਉਹਨੂੰ ਉਸੇ ਬੋਰਡ ਥੱਲੇ ਹੋਣਾ। ਜੇ ਕਿਤੇ ਛੋਟੀ ਮੋਟੀ ਕੋਈ ਹੋਰ ਮਨੋਰੰਜਨ ਦੀ ਗੱਲ ਕਰਨ ਕਿਸੇ ਨੇ ਆਉਣਾ, ਮਰਾਸੀਆਂ ਨੇ ਆਉਣਾ, ਤਾਂ ਉਹਨਾਂ ਨੇ ਉੱਥੇ ਆ ਜਾਣਾ। ਜੇ ਖੁਸਰਾ ਨੱਚਣਾ ਆਉਣਾ, ਉਹਨੇ ਉੱਥੇ ਆ ਜਾਇਆ ਕਰਨਾ। ਉਹਨਾਂ ਵੇਲਿਆਂ 'ਚ ਅਕਸਰ ਹੀ ਬੋਰਡ ਹੋਇਆ, ਮਤਲਬ ਸਾਰਾ ਕੁਛ, ਮਤਲਬ ਪਿੰਡ ਦੀ ਜਿਹੜੀ ਉਹ ਹੈਬੀਟੇਟ ਸੀ ਬੜੀ ਅੱਛੀ। ਮੈਂ ਉਹਦੇ ਬਾਰੇ ਕਵਿਤਾ ਲਿਖ ਕੇ ਅਤੇ ਉਹਨਾਂ ਨੂੰ ਬੋੜਾਂ ਪਿੱਪਲਾਂ ਦੀ ਛਾਂ ਲਿਖ ਕੇ ਤੇ ਦੇ ਦਿੱਤੀ। ਉਹ ਕਹਿੰਦਾ ਆਹ ਤਾਂ ਹੋਈ ਨਾ ਗੱਲ। ਮੈਂ ਸੋਚਿਆ ਯਾਰ ਵੀ ਮੈਂ ਆ ਜਿਹੜਾ ਸਾਰਾ ਸਮਾਨ ਇਕੱਠਾ ਕਰਕੇ ਦਿੱਤਾ ਇਹਨਾਂ ਨੂੰ, ਵੀ ਇਹਨੂੰ ਜੇ ਗੱਲ ਕਹਿੰਦੇ ਨੇ ਅਤੇ ਇਹਦਾ ਮਤਲਬ ਵੀ ਇਹੋ ਜਿਹੀ ਗੱਲ ਤਾਂ ਮੈਂ ਕਰ ਹੀ ਸਕਦਾ। ਉਹ ਜੀ ਮੈਂ ਫਿਰ ਇਸ ਤਰ੍ਹਾਂ ਉਸ ਪਹਿਲੇ ਪਾਏ ਭੁਲੇਖੇ ਦਾ ਪੱਟਿਆ ਹੁਣ ਤੱਕ ਪੁੱਤਰ ਤੁਰਿਆ ਫਿਰਦਾ। ਬਿਲਕੁਲ। ਵੈਸੇ ਤੁਹਾਨੂੰ ਪੜ੍ਹਨ ਵਾਲੇ ਇਹ ਕਹਿੰਦੇ ਨੇ ਕਿ ਤੁਸੀਂ
ਕਵਿਤਾ ਨਾਲੋਂ ਵੀ ਤੁਹਾਡੀ ਜਿਹੜੀ ਵਾਰਤਕ ਆ ਉਹ ਬਹੁਤ ਜ਼ਿਆਦਾ ਸੋਹਣੀ ਆ। ਜੇਕਰ ਤੁਸੀਂ ਵਾਰਤਕ ਲਿਖਦੇ ਤਾਂ ਸ਼ਾਇਦ ਤੁਹਾਡਾ ਜਿਹੜਾ ਅੱਜ ਨਾਂ ਹੈ ਵਾਰਤਕ ਦੇ ਉੱਚੇ ਉੱਚੇ ਲੇਖਕਾਂ ਦੇ ਵਿੱਚ ਵੀ ਹੈ ਨਾ ਤੁਹਾਡਾ ਜ਼ਿਕਰ ਹੁੰਦਾ। ਇੱਕੋ ਇੱਕ ਸਿਰਫ ਇਕਲੌਤੀ ਕਿਤਾਬ ਆ ਜਿਹੜੀ ਤੁਸੀਂ ਬਰਜਿੰਦਰ ਸਿੰਘ ਹਮਦਰਦ ਹੁਣਾਂ ਦੇ ਕਹਿਣ 'ਤੇ ਵਾਰਤਕ ਦੀ ਲਿਖੀ ਹੈ। ਵਾਰਤਕ ਵੱਲ ਤੁਹਾਡਾ ਜਿਹੜਾ ਝੁਕਾਅ ਹੈ ਉਹ ਕਿਉਂ ਨਹੀਂ ਬਣਿਆ? ਦਰਅਸਲ ਗੱਲ ਬੇਟੇ ਪਤਾ ਕੀ ਹੈ, ਜਿਹੜੇ ਮੇਰੇ ਸ਼ੁਭਚਿੰਤਕ ਮੇਰੀ ਵਾਰਤਕ ਨੂੰ ਅੱਜ ਐਪਰੀਸ਼ੀਏਟ ਕਰ ਰਹੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਉਹਦੇ ਵਿੱਚ ਘੱਟੋ ਘੱਟ 45 ਸਾਲ ਦੀ ਕਵਿਤਾ ਦੀ ਤਪੱਸਿਆ ਹੈ। ਉਹ ਕਵਿਤਾ ਖੁਰ ਖੁਰ ਕੇ ਵਾਰਤਕ 'ਚ ਆਉਂਦੀ ਹੈ। ਜੇ ਮੈਂ ਕਵੀ ਨਾ ਹੁੰਦਾ ਸ਼ਾਇਦ ਮੈਂ ਵਾਰਤਕ ਵੀ ਨਾ ਲਿਖ ਸਕਦਾ। ਪਰ ਮੈਂ ਇਹ ਗੱਲ ਬੜੇ ਚਾਅ ਨਾਲ ਦੱਸਦਾ ਤੁਹਾਨੂੰ, ਦਾਅਵੇ ਨਾਲ ਨਹੀਂ ਲਫ਼ਜ਼ ਵਰਤ ਰਿਹਾ, ਮੈਂ ਚਾਅ ਨਾਲ ਕਹਿ ਰਿਹਾ ਕਿ ਸੱਚ ਜਾਣੀ ਬੱਚਾ ਮੇਰਾ ਬੜਾ ਜੀਅ ਕਰਦਾ ਕਿ ਮੈਂ ਵਾਰਤਕ ਦੀ ਕੋਈ ਗੰਭੀਰ ਵੱਡੀ ਰਚਨਾ ਕਰਾਂ। ਟੁੱਟਵੀਆਂ ਲਿਖਤਾਂ ਮੇਰੀਆਂ ਲਗਭਗ 2-3 ਕਿਤਾਬਾਂ ਦਾ ਮਟੀਰੀਅਲ ਮੇਰਾ ਤਾਂ ਹੈਗਾ ਤਿਆਰ, ਜਿਹੜੇ ਮੈਂ ਕਿਤਾਬੀ ਰੂਪ 'ਚ ਨਹੀਂ ਦੇ ਸਕਿਆ। ਪਰ ਮੈਂ ਕੋਸ਼ਿਸ਼ 'ਚ ਹਾਂ ਕਿ ਮੈਂ ਉਹ ਕਿਤਾਬਾਂ ਵੀ ਛਾਪ ਦਿਆਂ ਔਰ ਨਾਲ ਦੀ ਨਾਲ ਜਿਹੜਾ ਮੈਂ ਜਿੰਨਾ ਕੁ ਵੀ ਵਾਰਤਕ ਦਾ ਮੇਰੇ ਮਨ 'ਚ ਫਰੇਮ ਬਣਦੇ ਨੇ ਕੁਛ ਕਰਨ ਵਾਲੇ ਕੰਮ, ਉਹ ਮੈਂ ਨੀਅਰ ਫਿਊਚਰ ਦੇ ਵਿੱਚ ਕਰਾਂਗਾ, ਲਾਜ਼ਮੀ ਕਰਾਂਗਾ। ਪਰ ਇਹ ਗੱਲ ਕਦੇ ਨਾ ਵਿਸਾਰਿਓ ਕਿ ਜਿਹੜੀ ਮਸ਼ਕ ਹੈ ਕਵਿਤਾ ਦੀ, ਉਹਦੇ ਸਦਕਾ ਮਤਲਬ ਮੇਰੇ ਕੋਲ ਸ਼ਬਦ ਭੰਡਾਰ ਜਿਹੜਾ ਹੈਗਾ ਉਹ ਮੈਨੂੰ ਮਤਲਬ ਜਾਂ ਜਿੰਨੀ ਐਨਾਲਿਟੀਕਲ ਆਈ ਨਾਲ ਵਿਸ਼ਲੇਸ਼ਣੀ ਅੱਖ ਨਾਲ ਮੈਂ ਜ਼ਿੰਦਗੀ ਨੂੰ ਵੇਖਿਆ, ਜਾਂ ਜਿੰਨੀ ਵੰਨ-ਸੁਵੰਨਤਾ ਜ਼ਿੰਦਗੀ ਦੀ ਮੈਨੂੰ ਨਸੀਬ ਹੋਈ ਹੈ, ਬੜੇ ਥੋੜ੍ਹੇ ਲੋਕਾਂ ਨੂੰ ਨਸੀਬ ਹੁੰਦੀ ਹੈ। ਮੈਂ ਕੁਛ ਦਿਨ ਪਹਿਲਾਂ ਗੱਲ ਕਰ ਰਿਹਾ ਸੀ ਕਿਸੇ ਯਾਰ ਦੋਸਤ ਨਾਲ, ਸ਼ਮਸ਼ੇਰ ਨਾਲ ਹੀ ਕਰ ਰਿਹਾ ਸੀ, ਆਪਣੇ ਸੰਧੂ ਨਾਲ ਹੀ। ਮੈਂ ਕਿਹਾ ਸ਼ਮਸ਼ੇਰ ਆਪਾਂ ਕਿੰਨੇ ਭਾਗਾਂ ਵਾਲੇ ਯਾਰ, ਵੀ ਆਪਾਂ ਪ੍ਰਿੰਸੀਪਲ ਸੁਜਾਨ ਸਿੰਘ ਵੇਖਿਆ, ਮੁਲਾਕਾਤਾਂ ਕੀਤੀਆਂ, ਇਕੱਠੇ ਬੈਠੇ, ਅਸੀਂ ਪ੍ਰੋਫੈਸਰ ਮੋਹਨ ਸਿੰਘ ਦੀ ਸੰਗਤ ਮਾਣੀ, ਪ੍ਰਿੰਸੀਪਲ ਸੰਤ ਸਿੰਘ ਸੇਖੋਂ ਨਾਲ ਤਾਂ ਸਾਡਾ ਇਸ ਤਰ੍ਹਾਂ ਸੀ ਜਿਵੇਂ ਆਪਣੇ ਬਾਬਲ ਨਾਲ ਕੋਈ ਗੱਲ ਕਰਨ ਤੋਂ ਝਿਜਕੀਦਾ, ਪਰ ਇੱਕ ਵੱਡੇ ਬਾਪੂ ਨਾਲ ਗੱਲ ਕਰ ਲਈਦੀ ਹੈ। ਅਸੀਂ ਸੂਰ ਸਿੰਘ ਸੀਤੂਲਾ ਦੇ ਚਰਨਾਂ 'ਚ ਬੈਠੇ, ਅਸੀਂ ਉਸਤਾਦ ਲਾਲ ਚੰਦ ਯਮਲਾ ਜੱਟ ਦੀ ਸੰਗਤ ਮਾਣੀ, ਨਰਿੰਦਰ ਬੀਬਾ ਦੀ ਸੰਗਤ ਮਾਣੀ। ਅਸੀਂ ਵੱਡੇ ਤੋਂ ਵੱਡੇ ਜਿਹੜੇ ਕੱਦਾਵਰ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਵਰਗੇ ਹੋਏ ਨੇ, ਗੁਰਬਚਨ ਸਿੰਘ ਭੁੱਲਰ ਵਰਗੇ ਨੇ, ਗੁਲਜ਼ਾਰ ਸੰਧੂ ਵਰਗੇ ਨੇ, ਉਹਨਾਂ ਦੀ ਸੰਗਤ ਮਾਣ ਰਹੇ ਹਾਂ। ਸੁਰਜੀਤ ਪਾਤਰ ਦੇ ਸ਼ਹਿਰ 'ਚ ਰਹਿਣ ਕਰਕੇ ਸੁਰਜੀਤ ਪਾਤਰ ਨਾਲ ਅਸੀਂ ਮੁਹੱਬਤ ਦਾ ਰਿਸ਼ਤਾ 72 ਤੋਂ ਲਗਾਤਾਰ ਨਿਭਾ ਰਹੇ ਹਾਂ। ਇਹ ਕਿੰਨੇ ਕੁ ਲੋਕਾਂ ਨੂੰ ਨਸੀਬ ਹੁੰਦਾ ਹੈ? ਬੜੇ ਥੋੜ੍ਹਿਆਂ ਨੂੰ। ਡਾਕਟਰ ਐਮ ਐਸ ਰੰਧਾਵਾ ਨਾਲ ਮੈਂ 3.5 ਸਾਲ ਕੰਮ ਕੀਤਾ ਪੰਜਾਬੀ ਸਾਹਿਤ ਅਕਾਡਮੀ 'ਚ, 84 ਤੋਂ ਲੈ ਕੇ ਉਹਨਾਂ ਦੇ ਆਖਰੀ ਸਵਾਸਾਂ ਤੱਕ। ਪ੍ਰੋਫੈਸਰ ਪ੍ਰੀਤਮ ਸਿੰਘ ਹੋਰਾਂ ਦੀ ਸੰਗਤ ਮਾਣੀ ਹੈ, ਇਸੇ ਅਕੈਡਮੀ 'ਚ ਕੰਮ ਕਰਦੇ ਹਾਂ। ਹੋਰ ਕਿੰਨੇ ਕੱਦਾਵਰ ਲੋਕ ਨੇ ਜਿਨ੍ਹਾਂ ਦੇ ਕੋਲੋਂ ਅਸੀਂ ਜ਼ਿੰਦਗੀ ਦੇ ਵਿੱਚ, ਔਰ ਵੱਡੀ ਗੱਲ ਕਿ ਮੈਂ ਜਿਹੜੇ ਲੁਧਿਆਣੇ ਜੀਜਨ ਖਾਲਸਾ ਕਾਲਜ 71 'ਚ ਪੜ੍ਹਨ ਆਇਆ, ਅਤੇ ਉਸ ਕਾਲਜ ਦਾ ਮਾਹੌਲ ਜਿਹੜਾ ਸੀ ਇੰਨਾ ਕੁ ਲਿਟਰੇਰੀ ਸੀ ਉਹਨਾਂ ਵਕਤਾਂ 'ਚ। ਪ੍ਰਿੰਸੀਪਲ ਸੁਰਜੀਤ ਸਿੰਘ ਹੋਰਾਂ ਦੀ ਸਰਪ੍ਰਸਤੀ ਥੱਲੇ ਡਾਕਟਰ SP ਸਿੰਘ ਹੋਰਾਂ ਵੱਲੋਂ ਸਾਰਿਆ ਹੋਇਆ ਕਿ ਮੇਰਾ ਖਿਆਲ ਹੈ ਵੀ ਕੋਈ ਵੱਡਾ ਲਿਖਾਰੀ, ਵੱਡੇ ਤੋਂ ਵੱਡਾ ਉਹਨਾਂ ਵਕਤਾਂ 'ਚ ਜਿਨ੍ਹਾਂ ਨੂੰ ਚਰਨ ਬੰਦਨਾ ਅਸੀਂ ਨਾ ਕੀਤੀ ਹੋਵੇ, ਵਜ਼ਾਰ ਸਾਨੀ ਸਾਹਿਬ, ਜਸਵੰਤ ਸਿੰਘ ਕੰਵਲ, ਮੋਹਨ ਕਾਲੋਂ, ਮੈਡਮ ਦਲੀਪ ਕੌਰ ਟਿਵਾਣਾ ਨੂੰ ਜਦੋਂ ਸਾਹਿਤ ਅਕਾਡਮੀ ਨਾਮ ਮਿਲਿਆ ਇਹ ਹਮਾਰਾ ਜੀਵਣਾ 'ਤੇ, ਉਹਨਾਂ ਨੂੰ ਬੁਲਾ ਕੇ ਸੁਣਿਆ। ਪ੍ਰੇਮ ਪ੍ਰਕਾਸ਼ ਖੰਨਵੀ, ਰੱਬ ਤੁਹਾਡਾ ਭਲਾ ਕਰੇ, ਸੁਰਜੀਤ ਪਾਤਰ ਹੋਰਾਂ ਨੂੰ ਪਹਿਲਾ ਰੂਬਰੂ ਜਿਹੜਾ ਸੀ ਜੀਜਨ ਖਾਲਸਾ ਕਾਲਜ 'ਚ ਕੀਤਾ, ਮੋਹਨਜੀਤ, ਡਾਕਟਰ ਵਿਸ਼ਵਨਾਥ ਤਿਵਾੜੀ, ਡਾਕਟਰ ਹਰਭਜਨ ਸਿੰਘ ਦਿੱਲੀ ਵਾਲੇ, ਸਤਿੰਦਰ ਸਿੰਘ ਨੂਰ, ਉਹਨਾਂ ਸਾਰਿਆਂ ਨੂੰ ਅਸੀਂ ਉੱਥੇ ਮਿਲੇ। ਸੰਤ ਸਿੰਘ ਸੇਖੋਂ ਉਹਨਾਂ ਦਾ ਵੀ ਤੁਸੀਂ ਅਕਸਰ ਜ਼ਿਕਰ ਕਰਦੇ। ਸੇਖੋਂ ਸਾਹਿਬ ਨਾਲ ਤਾਂ ਸਾਡੇ ਲਾਡਲੇ ਘੋਲ ਬੜੇ ਚੱਲਦੇ ਸੀ। ਬਹੁਤ ਥੋੜ੍ਹੇ ਲੋਕ ਨੇ ਬੇਟੇ ਜਿਹੜੇ ਇੰਨੀ ਮੁਹੱਬਤ ਵੰਡ ਸਕਦੇ ਆ। ਔਰ ਇਹ ਮੁਹੱਬਤ ਜਾਂ ਇਹ ਜਿਹੜੀ ਤੁਹਾਨੂੰ ਉਹਨਾਂ ਦੇ ਕੋਲ ਬੈਠਣ ਦੇ ਜਿਹੜੇ ਮੌਕੇ ਨੇ ਤੁਹਾਡੀ ਇਸ ਵਿਖੜੇ ਪੈਂਦੇ ਕਵਿਤਾ ਦੇ ਰਾਹ ਨੇ ਤੁਹਾਨੂੰ ਦਿੱਤੇ? ਉਹ ਪਹਿਲੀ ਥਾਪੜੀ ਉਹਨੇ ਦਿੱਤਾ ਮੈਨੂੰ ਜਦੋਂ ਮੇਰੀ ਕਿਤਾਬ 78 ਛਪਣੀ ਸੀ, ਅਤੇ ਉਹਦਾ ਪ੍ਰੀਫੇਸ ਉਹਨਾਂ ਲਿਖਿਆ, ਸੁਰਜੀਤ ਪਾਤਰ ਸਾਹਿਬ ਨੇ ਲਿਖਿਆ ਉਹਦੇ ਬਾਰੇ। ਉਹਦਾ ਕਾਰਨ ਕੀ ਸੀ ਕਿ ਮੈਂ ਜਗਰਾਓਂ ਪੜ੍ਹਾਉਂਦਾ ਸੀ ਉਦੋਂ ਲਾਜਪਤ ਰਾਏ ਕਾਲਜ ਦੇ ਵਿੱਚ, ਔਰ ਮੇਰੇ ਇੱਕ ਕੁਲੀਗ ਹੁੰਦੇ ਸੀ ਪ੍ਰੋਫੈਸਰ ਅੰਮ੍ਰਿਤ ਸਿੰਘ, ਉਹ ਮੁੱਲਾਂਪੁਰ ਦੇ ਸੀ, ਉਹਨਾਂ ਦੇ ਫਾਦਰ ਡਾਕਟਰ ਬਲਦੇਵ ਸਿੰਘ ਅਤੇ ਸੇਖੋਂ ਸਾਹਿਬ ਕਲਾਸ ਫੈਲੋ ਸੀ। ਅਤੇ ਉਹਨਾਂ ਨੇ ਜਦੋਂ ਕਿਤੇ ਗੱਲ ਕਰਨੀ ਸੇਖੋਂ ਸਾਹਿਬ ਦੀ ਗੱਲ ਕਰਨੀ, ਅਤੇ ਮੈਂ ਕਹਿਣਾ ਸੇਖੋਂ ਸਾਹਿਬ ਜੇ ਕਿਤੇ ਮੇਰੀ ਕਿਤਾਬ ਦਾ ਮੁੱਖ ਬੰਦ ਲਿਖ ਦੇਣ ਤਾਂ ਮੈਨੂੰ ਬਹੁਤ ਚੰਗਾ ਲੱਗੇਗਾ। ਅਸੀਂ ਉਹਨਾਂ ਨੂੰ ਮੈਨੂਸਕ੍ਰਿਪਟ ਦਿੱਤਾ। ਮੈਨੂਸਕ੍ਰਿਪਟ ਮੇਰਾ ਜਿਹੜਾ ਪਹਿਲੀ ਕਿਤਾਬ ਦਾ ਸੀ ਤਿਆਰ ਕਰਨ 'ਚ ਬਹੁਤ ਵੱਡੀ ਕੰਟਰੀਬਿਊਸ਼ਨ ਡਾਕਟਰ ਰਣਧੀਰ ਸਿੰਘ ਚੰਦ ਹੋਰਾਂ ਦੀ ਸੀ, ਅਤੇ ਸ਼ਮਸ਼ੇਰ ਮੇਰਾ ਦੋਸਤ ਹੈ, ਇਹਨਾਂ ਲੋਕਾਂ ਨੇ ਉਹ ਬੜਾ ਕਈ ਸਿਟਿੰਗਸ ਕਰਕੇ ਅਸੀਂ ਉਹਨੂੰ ਫਾਈਨਲ ਕੀਤਾ। ਬੜੀ ਬੇਰਹਿਮੀ ਨਾਲ ਅਸੀਂ ਉਹਨੂੰ ਛਾਂਟਿਆ, ਜਿਹਦੇ ਕਰਕੇ ਉਸ ਕਿਤਾਬ ਨੂੰ, ਪਹਿਲੀ ਕਿਤਾਬ ਨੂੰ ਬੜੀ ਇੱਜ਼ਤ ਮਿਲੀ ਔਰ ਗੁਰੂ ਨਾਨਕ ਯੂਨੀਵਰਸਿਟੀ ਦਾ ਬੈਸਟ ਬੁੱਕ ਅਵਾਰਡ ਮਿਲਿਆ। ਸੇਖੋਂ ਸਾਹਿਬ ਨੇ ਪ੍ਰੀਫੇਸ ਲਿਖਿਆ ਸੀ ਉਹਦਾ, ਔਰ ਨਿਊ ਏਜ ਬੁੱਕ ਸੈਂਟਰ ਅੰਮ੍ਰਿਤਸਰ ਵਾਲਿਆਂ ਨੇ ਛਾਪੀ ਸੀ ਕਿਤਾਬ ਉਹ। ਇਸ ਕਰਕੇ ਇਹ ਜਿਹੜੇ ਵੱਡੇ ਲੋਕ ਨੇ ਨਾ ਬੇਟੇ,
ਇਹਨਾਂ ਦੀ ਸਰਪ੍ਰਸਤੀ ਥੱਲੇ ਕੁਝ ਪਲ ਗੁਜ਼ਾਰਨਾ ਹੀ ਮੈਂ ਕਹਿੰਦਾ ਸੁਭਾਗ ਹੁੰਦਾ। ਉਹ ਜਦੋਂ ਕਿਤੇ ਗੱਲ ਕਰਦੇ ਨੇ ਨਾ, ਜਿਵੇਂ ਇੱਕ ਦਿਨ ਡਾਕਟਰ ਜੌਹਲ ਸਾਹਿਬ ਨਾਲ ਕਿਸੇ ਬੈਠੇ ਸੀ ਤੇ ਡਾਕਟਰ ਜੌਹਲ ਨੇ ਗੱਲ ਸੁਣਾਈ ਡਾਕਟਰ MS ਰੰਧਾਵਾ ਦੇ ਰੈਫਰੈਂਸ ਨਾਲ, ਗੱਲ ਬੜੀ ਕਮਾਲ ਦੀ ਗੱਲ ਸੀ। ਉਹ ਕਹਿੰਦੇ ਵੱਡਾ ਬੰਦਾ ਉਹ ਨਹੀਂ ਹੁੰਦਾ ਜਿਹਦੀ ਕੁਰਸੀ ਵੱਡੀ ਹੋਵੇ, ਉਹ ਵੀ ਨਹੀਂ ਵੱਡਾ ਹੁੰਦਾ ਜਿਹੜਾ ਵੱਡੀਆਂ ਗੱਲਾਂ ਕਰੇ, ਉਹ ਵੀ ਨਹੀਂ ਵੱਡਾ ਹੁੰਦਾ ਜਿਹਦੀ ਉਮਰ ਬਹੁਤ ਵੱਡੀ ਹੋਵੇ। ਮੈਂ ਕਿਹਾ ਡਾਕਟਰ ਸਾਹਿਬ ਵੱਡਾ ਫਿਰ ਹੁੰਦਾ ਕੌਣ ਹੈ? ਕਹਿੰਦਾ ਵੱਡਾ ਬੰਦਾ ਉਹ ਹੁੰਦਾ ਹੈ ਜਿਹਦੇ ਕੋਲ ਬੈਠੇ ਬੰਦੇ ਨੂੰ ਕਦੇ ਆਪਣੇ ਛੋਟੇ ਹੋਣ ਦਾ ਅਹਿਸਾਸ ਨਾ ਹੋਵੇ। ਬੱਲੇ 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 ਬੱਲੇ। ਗੱਲ ਤੁਹਾਡੀਆਂ ਲਿਖਤਾਂ ਦੀ ਚੱਲ ਰਹੀ ਸੀ ਤਾਂ ਪਹਿਲਾਂ ਮੈਂ ਚਾਹਾਂਗੀ ਕਿ ਲਿਖਤਾਂ ਬਾਰੇ ਹੀ ਥੋੜ੍ਹੀਆਂ ਜਿਹੀਆਂ ਗੱਲਾਂ ਆਪਾਂ ਹੋਰ ਕਰ ਲਈਏ। ਤੁਹਾਡੀ ਇੱਕ ਲੋਰੀ ਜਿਹੜੀ ਬਹੁਤ ਜ਼ਿਆਦਾ ਮਸ਼ਹੂਰ ਹੋਈ ਹੈ ਨਾ, ਤਕਰੀਬਨ 20 ਦੇ ਕਰੀਬ ਜਿਹੜੇ ਗਾਇਕ ਨੇ ਉਹਨਾਂ ਨੇ ਵੀ ਉਹਨੂੰ ਆਵਾਜ਼ ਦਿੱਤੀ। ਹੁਣ ਇੱਕ ਕਰ ਲਿਆ। ਅੱਜ ਰਾਤੀ ਇੱਕ ਰਾਗੀ ਦਾ ਮੈਨੂੰ ਫੋਨ ਆਇਆ, ਹਾਂਜੀ, ਉਹ ਕਹਿੰਦਾ ਮੈਨੂੰ ਰਿਕਾਰਡ ਕਰਾਉਣਾ ਚਾਹੁੰਦਾ। ਮੈਂ ਕਿਹਾ ਪੁੱਤਰਾ ਕਰਾ ਲਾ, ਤੂੰ ਵੀ ਕਰਾ ਲੈ, ਤੂੰ ਰਹਿ ਗਿਆ। ਹੁਣ ਇੱਕ ਹੀ ਕਹਿ ਸਕਦੇ ਆ। ਬਿਲਕੁਲ। ਤੁਸੀਂ ਹੋਰ ਵੀ ਬਹੁਤ ਸਾਰੇ ਗੀਤ ਲਿਖੇ ਨੇ ਹਨਾ, ਤੇ ਪਰ ਮੈਂ ਫਿਰ ਵੀ ਚਾਹੂੰਗੀ ਕਿ ਇਹ ਲੋਰੀ ਹੈ ਜਿਹੜੀ, ਇਹਦੀਆਂ 2 ਜਾਂ 4 ਸਤਰਾਂ ਤੁਸੀਂ ਸਾਨੂੰ ਜ਼ਰੂਰ ਸੁਣਾਓ। ਉਸ ਤੋਂ ਬਾਅਦ ਮੈਂ ਤੁਹਾਡੀ ਜ਼ਿੰਦਗੀ ਦੇ ਅਗਲੇ ਪੜਾਅ ਵੱਲ ਆਪਾਂ ਵਧਾਂਗੇ। ਮੈਂ ਲੋਰੀ ਦੀ ਸਿਰਜਣ ਪ੍ਰਕਿਰਿਆ ਬਾਰੇ ਜ਼ਰੂਰ ਤੁਹਾਨੂੰ ਗੱਲ ਕਰਨੀ ਚਾਹਾਂਗਾ, ਕਿਉਂਕਿ ਲੋਰੀ ਦੀ ਰੈਫਰੈਂਸ ਬਿਨਾਂ ਗੱਲ ਨਹੀਂ ਬਣਦੀ। ਮੈਂ ਕੱਲ੍ਹ ਹੀ ਗੱਲ ਕਰ ਰਿਹਾ ਸੀ ਕਿ ਜਦੋਂ ਇੱਕ ਸ਼ਾਰਟ ਫਿਲਮ ਬਣਾਈ ਜਸਵਿੰਦਰ ਭੱਲੇ ਹੋਰਾਂ ਨੇ, ਬਾਲ ਮੁਕੰਦ ਨੇ, ਮਾਸੀ ਨੂੰ ਤਰਸਣਗੇ, ਉਹ ਸ਼ਾਇਦ ਭਰੂਣ ਹੱਤਿਆ ਤੇ ਪਹਿਲਾ ਸਲੋਗਨ ਸੀ ਜਿਹੜਾ ਮਤਲਬ ਸੁਸਾਇਟੀ ਨੂੰ ਜਗਾਉਣ ਵਾਸਤੇ ਕੋਸ਼ਿਸ਼ ਸੀ। ਉਹਨਾਂ ਦਿਨਾਂ ਦੇ ਵਿੱਚ ਹੀ ਗੁਰਵਿੰਦਰ ਸਿੱਧੂ ਨੇ ਇੱਕ ਬਹੁਤ ਅੱਛਾ ਆਰਟੀਕਲ ਅਜੀਤ 'ਚ ਲਿਖਿਆ ਸੀ, ਨਾ ਮੰਮੀ ਨਾ। ਅਬੋਰਸ਼ਨ ਲਈ ਗਈ ਹੋਈ ਮਾਂ ਦੀ ਕੁੱਖ 'ਚ ਧੀ ਉਹਨੂੰ ਐਡਰੈਸ ਕਰਕੇ ਕਹਿੰਦੀ ਹੈ ਕਿ ਤੂੰ ਨਾ ਕਰੀ, ਮੇਰਾ ਜ਼ਿੰਦਗੀ ਵੇਖਣ ਨੂੰ ਜੀ ਕਰਦਾ। ਇਹ 2 ਮੈਨੂੰ ਯਾਦਾਂ ਨੇ ਜਿਹੜੀਆਂ ਮਤਲਬ ਭਰੂਣ ਹੱਤਿਆ 'ਤੇ ਮੇਰੇ ਧਿਆਨ 'ਚ ਆਉਂਦੀਆਂ ਨੇ। ਪਰ ਜਿਹੜੀ ਮੈਂ ਲਿਖਤ ਲਿਖੀ 2002 ਸੀ ਕਿ 2001 ਸੀ, ਮੈਨੂੰ ਯਾਦ ਨਹੀਂ, ਧੁੰਦਲਾ ਜਿਹਾ ਚੇਤਾ। ਲੋਰੀ ਜੀ ਦਾ ਜ਼ਿਕਰ ਤੁਸੀਂ ਕਰ ਰਹੇ ਹੋ, ਉਹਦਾ ਕਾਰਨ ਇਹ ਸੀ ਕਿ ਉਹ ਮੇਰੇ ਮਿੱਤਰ ਨੇ, ਸਾਡੇ ਅਕੈਡਮੀ ਦੇ ਪ੍ਰੈਜ਼ੀਡੈਂਟ ਇਸ ਵੇਲੇ ਪ੍ਰੋਫੈਸਰ ਰਵਿੰਦਰ ਭੱਠਲ, ਉਹਨਾਂ ਦੇ ਸਾਲੇ ਦੇ ਬੱਚਾ ਬੱਚੀ ਹੋਇਆ, ਅਤੇ ਉਹ ਸਾਨੂੰ ਸਾਹਮਣੇ ਬਿਲਕੁਲ ਘਰ ਹੈ ਸਾਡੇ ਸਾਹਮਣੇ, 90F ਉਹਨਾਂ ਦਾ ਘਰ ਹੀ ਸਾਡੇ ਸਾਹਮਣੇ, ਜਿਹੜਾ ਤੁਸੀਂ ਪੁੱਛ ਰਹੇ ਸੀ ਮੈਨੂੰ। ਅਤੇ ਉਹ ਕਹਿੰਦੇ ਵੀ ਅਸੀਂ ਨਾ ਹਸਪਤਾਲ ਜਾ ਕੇ ਘੁਬਾਰ ਮੰਡੀ ਬੱਚਾ ਵੇਖ ਆਈਏ, ਅਤੇ ਬੇਟਾ ਹੋਇਆ ਕਹਿੰਦੇ। ਅਤੇ ਅਸੀਂ ਰੋਟੀ ਆ ਕੇ ਇੱਧਰ ਇਕੱਠੇ ਅਸੀਂ ਅਕਸਰ ਖਾ ਖੂ ਲੈਂਦੇ ਰੋਟੀ ਇਕੱਠੇ, ਦੋਵੇਂ ਟੱਬਰ, ਅਤੇ ਰੋਟੀ ਆ ਕੇ ਖਾਵਾਂਗੇ, ਸਾਡੇ ਵੀ ਫੁਲਕੇ ਬਣਵਾ ਲਿਓ। ਜਦੋਂ ਪਰਤ ਕੇ ਆਏ 8:30 ਵਜੇ, ਅਤੇ ਮੈਨੂੰ ਉਮੀਦ ਤਾਂ ਇਹ ਆ ਵੀ ਲੱਡੂ ਲੁੱਡੂ ਲੈ ਕੇ ਆਉਣਗੇ, ਕਿਉਂ ਮੇਰੀ ਲੱਡੂ ਕਮਜ਼ੋਰੀ ਹੈ, ਮੇਰੀ ਤੇ ਨਿਰਮਲ ਜੋੜੇ ਦੀ ਕਮਜ਼ੋਰੀ ਲੱਡੂ ਹੈ। ਇਹੀ ਮੈਂ ਸਮਝਦਾ ਸਾਡੀ ਤਾਕਤ ਹੈ ਵੀ ਸਾਨੂੰ ਬਾਕੀ ਮਿਠਾਈਆਂ ਨਹੀਂ ਪ੍ਰਭਾਵਿਤ ਕਰਦੀਆਂ, ਬਹੁਤ ਚੰਗੇ ਲੱਗਦੇ। ਉਹ ਖਾਲੀ ਹੱਥ ਜਦੋਂ ਆ ਗਏ ਅਤੇ ਮੈਂ ਉਹਨਾਂ ਨੂੰ ਆਖਿਆ, ਮੈਂ ਕਿਹਾ ਤੁਸੀਂ ਮੂੰਹ ਲਮਕਾਇਆ ਹੋਇਆ, ਗੱਲ ਕੀ ਹੈ? ਮੈਂ ਸੋਚਦਾ ਲੱਡੂ ਲੈ ਕੇ ਆਓਗੇ। ਉਹ ਕਹਿੰਦੇ ਉੱਥੇ ਯਾਰ ਜਿਹੜਾ ਸੀਨ ਵੇਖ ਕੇ ਆਇਆ ਨਾ, ਉਹਨੇ ਬੜਾ ਡਿਸਟਰਬ ਕੀਤਾ। ਮੈਂ ਕਿਹਾ ਬੱਚਾ ਤਾਂ ਠੀਕ ਹੈ। ਕਹਿੰਦੇ ਸਾਡਾ ਬੱਚਾ ਤਾਂ ਠੀਕ ਹੈ, ਪਰ ਉੱਥੇ ਇੱਕ ਮੁਟਿਆਰ ਆਈ ਹੋਈ ਸੀ ਜਿਹਦੀਆਂ 2 ਨਿੱਕੀਆਂ ਨਿੱਕੀਆਂ ਧੀਆਂ ਉਹਦੇ ਕੋਲ ਸਨ, ਅਤੇ ਇੱਕ ਬਜ਼ੁਰਗ ਉਹਨੂੰ ਲੈ ਕੇ ਆਇਆ ਹੋਇਆ ਸੀ। ਕਹਿੰਦੇ ਉਹ ਬਜ਼ੁਰਗ ਨੂੰ ਅਸੀਂ ਪੁੱਛਿਆ ਕਿ ਬਾਪੂ ਜੀ ਤੁਸੀਂ ਹਸਪਤਾਲ ਕਿਵੇਂ ਆਏ ਹੋਏ ਹੋ, ਕਿਉਂਕਿ ਵੇਖਣ ਨੂੰ ਔਰਤ ਪ੍ਰੈਗਨੈਂਟ ਤਾਂ ਲੱਗਦੀ ਨਹੀਂ ਸੀ ਵੀ ਡਿਲੀਵਰੀ ਲਈ ਆਈ ਹੋਵੇ। ਕਹਿੰਦੇ ਉਹ ਇੰਨੀ ਗੱਲ ਕਹਿਣ ਦੀ ਦੇਰ ਸੀ, ਬਾਪੂ ਫਿਸ ਪਿਆ, ਰੋ ਪਿਆ। ਕਹਿੰਦੇ ਉਹਦੀਆਂ ਅੱਖਾਂ 'ਚੋਂ ਐਨ ਜਿਵੇਂ ਨਾ ਪਰਨਾਲੇ ਵਗਦੇ ਆ, ਇਸ ਤਰ੍ਹਾਂ ਅੱਥਰੂ ਵਗੇ। ਉਹ ਕਹਿੰਦਾ ਇਹ ਮੇਰੀ ਧੀ ਹੈ, ਇਹ ਮੇਰੀਆਂ ਦੋਹਤਰੀਆਂ ਨੇ, ਅਤੇ ਮੇਰੇ ਜਵਾਈ ਨੇ ਪਰਸੋਂ ਆ ਕੇ ਮੈਨੂੰ ਕਹਿ ਦਿੱਤਾ ਵੀ ਮੈਂ ਸਕੈਨਿੰਗ ਕਰਾਈ ਸੀ ਅਤੇ ਤੇਰੀ ਧੀ ਦੇ ਪੇਟ 'ਚ ਜਿਹੜਾ ਤੀਸਰਾ ਬੱਚਾ ਉਹ ਵੀ ਕੁੜੀ ਹੈ, ਅਤੇ ਜੇਕਰ ਤੇ ਤੂੰ ਇਹਦੀ ਅਬਾਰਸ਼ਨ ਕਰਵਾ ਕੇ ਦੇ ਸਕਦਾ ਤਾਂ ਮੈਨੂੰ ਰੱਖ ਲਾਂਗਾ, ਜੇ ਤੂੰ ਨਹੀਂ ਕਰਾਉਣੀ ਚਾਹੁੰਦਾ ਅਤੇ ਜਿਹੜੀਆਂ ਪਹਿਲੀਆਂ ਦੋਵੇਂ ਜੰਮੀਆਂ ਉਹ ਵੀ ਆਪਣੇ ਘਰ ਰੱਖ, ਜਿਹੜੀ ਤੇਰੇ ਘਰ ਜੰਮੀ ਉਹ ਵੀ ਆਪਣੇ ਘਰ ਰੱਖ, ਅਤੇ ਜਿਹੜੀ ਚੌਥੀ ਜੰਮੀ ਉਹ ਵੀ ਆਪਣੇ ਘਰ ਰੱਖੀ, ਮੈਂ ਇਹਨੂੰ ਨਹੀਂ ਵਸਾਉਣਾ। ਕਹਿੰਦੇ ਕੁੜੀ ਜ਼ਿੱਦ ਕਰਦੀ ਸੀ, ਬਾਪੂ ਨਹੀਂ ਮੈਂ ਅਬਾਰਸ਼ਨ ਨਹੀਂ ਕਰਾਉਣੀ, ਮਰਨਾ ਮਨਜ਼ੂਰ ਹੈ, ਮੈਂ ਅਬਾਰਸ਼ਨ ਨਹੀਂ ਕਰਾਉਣੀ। ਕਹਿੰਦਾ ਬੜੀ ਮੁਸ਼ਕਿਲ ਨਾਲ ਮਨਾ ਮਨੂ ਕੇ ਨੂੰ ਮੈਂ ਲਿਆਇਆ। ਇਹਨੇ ਕਿਹਾ ਵੀ ਤੇਰੀ ਉਮਰ ਵੀ, ਉਹਦੀ ਸ਼ਾਇਦ ਬੀਵੀ ਦੀ ਡੈਥ ਹੋਈ ਬਜ਼ੁਰਗ ਦੀ,
ਤੇ ਮੈਨੂੰ ਕਹਿਣ ਲੱਗੀ ਕਿ ਉਮਰ ਦੇ ਉਸ ਪੜਾਅ 'ਤੇ ਤੁਸੀਂ ਵੀ ਇਹ ਦੁੱਖ ਝੱਲਿਆ ਨਹੀਂ ਜਾਣਾ ਤੁਹਾਡੇ ਕੋਲੋਂ, ਤੇ ਅਬਾਰਸ਼ਨ ਕਰਵਾ ਲੈਂਦੇ ਆ। ਇਹ ਤੋਂ ਗੱਲ ਸੁਣਨ ਤੋਂ ਬਾਅਦ ਅਸੀਂ ਡਾਈਨਿੰਗ ਟੇਬਲ 'ਤੇ ਬਹਿ ਗਏ ਤੇ ਰੋਟੀ ਵਾਲੇ ਵੇਖੀ, ਰੋਟੀ ਲੱਗੇ ਵੀ ਰੋਟੀ ਸਾਨੂੰ ਖਾਣ ਨੂੰ ਆ ਰਹੀ ਹੈ, ਲੰਘੇ ਨਾ ਬੁਰਕੀ। ਖੈਰ ਉਹ ਮਾੜਾ ਮੋਟਾ ਲੰਘ ਲੰਘਾ ਕੇ ਗੱਲ ਸੁਣਨ ਤੋਂ ਬਾਅਦ ਡਿਸਟਰਬ, ਉਹ ਵੀ ਡਿਸਟਰਬ ਸੀ, ਮੈਂ ਵੀ ਡਿਸਟਰਬ। ਮੈਂ ਪਲਸੇਟੇ 'ਚ ਮਾਰੀ ਜਾਵਾਂ ਤੇ ਮੇਰੀ ਸਿੰਘਣੀ ਕਹਿੰਦੀ ਵੀ ਸੌਂ ਨਹੀਂ ਰਹੇ ਤੁਸੀਂ। ਮੈਂ ਕਿਹਾ ਮੇਰੇ ਮਨ 'ਤੇ ਉਹ ਇੰਸੀਡੈਂਟ ਬਹੁਤ ਬੁਰੀ ਤਰ੍ਹਾਂ ਨਾਲ ਹਾਵੀ ਹੋਈ ਹੈ ਕਿ 8:30 ਵਜੇ ਉਹ ਸਾਡੇ ਵਾਪਸ ਆਏ ਨੇ, ਵੀ 9-10 ਵਜੇ ਉਹਦੀ ਅਬਾਰਸ਼ਨ ਉਹਨਾਂ ਨੇ ਕਰ ਦਿੱਤੀ ਹੋਣੀ ਹੈ। ਅਤੇ ਮੈਨੂੰ ਉਹ ਬੱਚਾ ਦਿਸੀ ਜਾਂਦਾ, ਮਤਲਬ ਮੇਰੀ ਅੱਖਾਂ ਕੋਲ ਨਹੀਂ ਜਾ ਰਹੀ ਉਹ ਜਿਹੜੀ ਅਬਾਰਟ ਹੋਈ ਬੱਚੀ ਹੈ, ਭਰੂਣ ਜਿਹੜਾ ਹੈਗਾ। ਮੈਂ ਕਿਹਾ ਤੂੰ ਸੌਂ ਜਾ, ਮੈਂ ਸੌਂ ਜਾਗਾ, ਤੂੰ ਕੋਈ ਗੱਲ ਨਹੀਂ। ਮੈਂ ਆਪਣੇ ਸਟੱਡੀ ਰੂਮ ਜਾ ਕੇ ਤਖਤ ਪੋਸ਼ 'ਤੇ ਜਾ ਕੇ ਪੈ ਗਿਆ। 1 ਵਜੇ ਦੇ ਕਰੀਬ ਰਾਤ ਨੂੰ ਪੁੱਤਰ ਮੈਂ ਇਹ ਮਨ 'ਚ ਆਇਆ ਵੀ ਜੇ ਉਹ ਬੱਚੀ ਜਿਉਂਦੀ ਹੁੰਦੀ ਜਾਂ ਉਹ ਕੁਛ ਵੀ ਕਹਿ ਸਕਦੀ ਹੁੰਦੀ, ਆਪਣੀ ਮਾਂ ਨੂੰ ਕੀ ਕਹਿੰਦੀ। ਮੈਂ ਫਿਰ ਲਿਖਿਆ ਕਿ ਮਾਏ ਨੀ ਅਣਜੰਮੀ ਧੀ ਨੂੰ, ਆਪਣੇ ਨਾਲੋਂ ਵਿਛੜੇ ਜੀ ਨੂੰ, ਜਾਂਦੀ ਵਾਰੀ ਮਾਏ ਨੀ ਇੱਕ ਲੋਰੀ ਦੇ ਦੇ, ਬਾਬਲ ਤੋਂ ਭਾਵੇਂ ਚੋਰੀ ਨੀ ਇੱਕ ਲੋਰੀ ਦੇ ਦੇ। ਮੰਨਿਆ ਤੇਰੇ ਘਰ ਵਿੱਚ ਵੱਧ ਗਏ ਧੀਆਂ ਵਾਲੇ ਗੁੱਡੀ ਪਟੋਲੇ, ਤੇਰੇ ਦਿਲ ਦਾ ਹੌਕਾ ਨਹੀਂ ਮੈਂ ਸੁਣਦੀ ਰਹੀ ਹਾਂ ਤੇਰੇ ਓਲੇ, ਮੈਨੂੰ ਮਾਰ ਮਕਾਉਣ ਦੀ ਗੱਲ ਕਿਉਂ ਤੂੰ ਪਹਿਲਾਂ ਤੋਰੀ ਨਹੀਂ ਇੱਕ ਲੋਰੀ ਦੇ ਦੇ। ਮਾਏ ਨੀ ਮੇਰੀ ਨਾਨੀ ਦੇ ਘਰ ਤੂੰ ਵੀ ਸੀ ਕਦੇ ਧੀ ਬਣ ਜੰਮੀ, ਕੁੱਖ ਵਿੱਚ ਕਤਲ ਕਰਾਉਣ ਵਾਲੀ ਕਿਉਂ ਕੀਤੀ ਤੂੰ ਗੱਲ ਨਿਕੰਮੀ, ਵੀਰਾ ਲੱਭਦੀ ਹੋ ਗਈ ਕਿਉਂ ਮਮਤਾ ਤੋਂ ਕੋਰੀ ਨਹੀਂ ਇੱਕ ਲੋਰੀ ਦੇ ਦੇ। ਹੋਰ ਵੀ ਮੰਦ ਬਹੁਤ ਸੀ। ਅਤੇ ਉਹਦੀ ਲਾਸਟ ਮੈਂ ਇਹ ਲਿਖਿਆ ਕਿ ਸੁੱਤਿਆਂ ਲਈ 100 ਯਤਨ ਵਸੀਲੇ, ਜਾਗਦਿਆਂ ਨੂੰ ਕਿਵੇਂ ਜਗਾਵਾਂ, ਰੱਖੜੀ ਦੀ ਤੰਦ ਖਤਰੇ ਵਿੱਚ ਆ ਚੁੱਪ ਨੇ ਕੁੱਲ ਧਰਤੀ ਦੀਆਂ ਮਾਵਾਂ, ਅੰਬੜੀਏ ਮੈਨੂੰ ਗੁੜਤੀ ਦੀ ਥਾਂ ਦੇ ਨਾ ਜ਼ਹਿਰ ਕਟੋਰੀ ਨਹੀਂ ਇੱਕ ਲੋਰੀ ਦੇ ਦੇ। ਉਹ ਲਿਖ ਕੇ ਤੇ ਮੈਂ ਰਾਤ ਨੂੰ 2 ਵਜੇ ਲਿਖੀ ਹੋਏਗੀ ਮੈਨੂੰ ਲੱਗਦਾ, ਅਤੇ ਮੈਂ ਆਪਣੇ ਕਮਰੇ ਜਾ ਕੇ ਬੱਤੀ ਜਗਾਈ ਅਤੇ ਜਸਵਿੰਦਰ ਮੇਰੀ ਸਰਦਾਰਨੀ ਕਹਿੰਦੀ ਸੁੱਤੇ ਨਹੀਂ। ਮੈਂ ਕਿਹਾ ਨਹੀਂ ਮੈਂ ਹੁਣ ਸੌਵਾਂਗਾ, ਆਹ ਮੈਂ ਚੀਜ਼ ਲਿਖੀ ਹੈ, ਹੁਣ ਮੈਂ ਮਤਲਬ ਅਪਰਾਧ ਮੁਕਤਾ, ਮੇਰੇ ਮਨ ਤੋਂ ਭਾਰ ਉਤਰਿਆ ਹੋਇਆ। ਕਹਿੰਦੀ ਸੁਣਾਓ, ਉੱਠ ਕੇ ਬਹਿ ਗਈ, ਮੈਨੂੰ ਸੁਣਾਈ ਅਤੇ ਉਹ ਤੋਂ ਬਾਅਦ ਮੈਂ ਸੌਂ ਗਿਆ। ਉਹ ਤੜਕਸਾਰ ਸੂਰਜ ਚੜ੍ਹਨ ਤੱਕ ਨਹੀਂ ਸੌਂ ਸਕੀ। ਤੁਹਾਡੀਆਂ ਸ਼ੁਰੂਆਤੀ ਗੱਲਾਂ ਦੇ ਵਿੱਚ ਜਦੋਂ ਆਪਾਂ ਗੱਲਾਂ ਕਰ ਰਹੇ ਸੀ ਤਾਂ ਮੈਨੂੰ ਇਹ ਲੱਗਦਾ ਹੈ ਕਿ ਤੁਸੀਂ ਜਦੋਂ ਤੁਹਾਡਾ ਪਰਿਵਾਰ ਪਾਕਿਸਤਾਨ ਤੋਂ ਆਇਆ, ਤੁਸੀਂ ਉਸ ਪਰਿਵਾਰ ਦੀ ਦੂਜੀ ਪੀੜ੍ਹੀ ਸੀ। ਤੁਹਾਡੀਆਂ ਗੱਲਾਂ ਦੇ ਵਿੱਚ ਉਹ ਉਦਰੇਵਾਂ ਉਸ ਧਰਤੀ ਲਈ, ਉਸ ਜੂਹ ਲਈ ਬਹੁਤ ਜ਼ਿਆਦਾ ਹੈ, ਕਿਉਂਕਿ ਜਦੋਂ ਜਗੀਰਾਂ ਜਾਇਦਾਦਾਂ ਛੱਡ ਕੇ ਪਰਿਵਾਰ ਇੱਧਰ ਆ ਕੇ ਇਸ ਤਰੀਕੇ ਨਾਲ ਇੱਕ ਗਰੀਬੀ ਦਾ ਮਾਹੌਲ ਜਾਂ ਤੰਗੀਆਂ ਤੁਰਸ਼ੀਆਂ ਦਾ ਮਾਹੌਲ ਹੰਡਾਉਂਦਾ, ਤਾਂ ਤੁਸੀਂ ਉਸ ਪੀੜ੍ਹੀ ਨੂੰ ਨੇੜਿਓਂ ਵੇਖਿਆ, ਆਪਣੇ ਉਹਨਾਂ ਬਜ਼ੁਰਗਾਂ ਨੂੰ ਨੇੜਿਓਂ ਵੇਖਿਆ। ਅਤੇ ਉਸੇ ਮੈਂ ਸਮਝਦੀ ਹਾਂ ਕਿ ਉਦਰੇਵੇਂ ਦਾ ਇੱਕ ਹਿੱਸਾ ਸੀ ਕਿ ਤੁਹਾਡੇ ਵੱਡੇ ਭਾਈ ਸਾਹਿਬ ਜਸਵੰਤ ਸਿੰਘ ਗਿੱਲ ਹੁਣੀ ਆਪਣੀ ਜਿਹੜੀ 50ਵੀਂ ਵਰ੍ਹੇਗੰਢ ਆ ਉਹ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਮਨਾ ਕੇ ਆਉਂਦੇ ਨੇ। ਤੁਹਾਡੇ ਅੰਦਰ ਉਹ ਦਰੇਵਾਂ, ਤੁਹਾਡੇ ਬਜ਼ੁਰਗਾਂ ਦੇ ਅੰਦਰ ਉਹ ਦਰੇਵਾਂ ਸੀ, ਪਰ ਆਉਣ ਵਾਲੀ ਪੀੜ੍ਹੀ ਦੇ ਵਿੱਚ ਕਿੰਨਾ ਕੁ ਮਹਿਸੂਸ ਕਰਦੇ ਹਾਂ ਕਿ ਉਸ ਧਰਤੀ ਦੇ ਪ੍ਰਤੀ ਮਨ ਦੇ ਵਿੱਚ ਉਹ ਖਿੱਚ ਦਾ ਜਿਹੜਾ ਭਵਿੱਖ ਕਿਵੇਂ ਦਾ ਹੋਇਆ? ਇੱਕ ਗੱਲ ਕਦੇ ਨਾ ਰੁਪਿੰਦਰ ਭੁੱਲੀ ਮਿੱਤਰ, ਹਾਂਜੀ, ਸਾਡੇ ਮਨ 'ਚ ਦਰੇਵਾਂ ਨਹੀਂ ਹੈ, ਸਾਡੇ ਮਨ 'ਚ ਭੁੱਖ ਹੈ, ਹਾਂਜੀ, ਸਿੱਕ ਹੈ, ਤਲਬ ਹੈ, ਦਰੇਵਾਂ ਨਹੀਂ ਹੈ। ਅਸੀਂ ਉਸ ਮਿੱਟੀ ਨੂੰ ਉਧਰੇ ਹੋਏ ਨਹੀਂ, ਆਹ ਮਿੱਟੀ ਵੀ ਉਨੀ ਹੀ ਪਵਿੱਤਰ ਹੈ ਜਿੱਥੇ ਰਹਿ ਰਹੇ ਹਾਂ। ਇਹਨੇ ਸਾਨੂੰ ਵਿਕਾਸ ਦੇ ਮੌਕੇ ਦਿੱਤੇ ਨੇ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਧਰਤੀ ਸਾਨੂੰ ਦੁੱਪਰਿਆ ਰਹੀ ਹੈ, ਇਹ ਵਤਨ ਦੁੱਪਰਿਆ ਰਿਹਾ, ਨਹੀਂ ਬਿਲਕੁਲ ਨਹੀਂ ਹੈ। ਪਰ ਉਹਦੀ ਭੁੱਖ ਅਤੇ ਸਿੱਕ ਜਿਹੜੀ ਹੈਗੀ ਹੈ ਖਾਸ ਕਰਕੇ ਉਹ ਇਸ ਕਰਕੇ ਹੈ ਕਿਉਂਕਿ ਜਿੰਨਾ ਕੁਛ ਮੇਰੀ ਪਹਿਲੀ ਜਨਰੇਸ਼ਨ ਨੇ ਉੱਥੇ ਉਸਾਰਿਆ, ਮਾਣਿਆ, ਅਤੇ ਜਿਸ ਕਿਸਮ ਦਾ ਇੱਕ ਸਾਂਝਾ ਸੱਭਿਆਚਾਰ ਉਹਨਾਂ ਲੋਕਾਂ ਨੇ ਜੀਵਿਆ, ਉਹ ਸਾਨੂੰ ਬਾਰ-ਬਾਰ ਉਸ ਮਿੱਟੀ ਨਾਲ ਜੋੜਦਾ। ਇਸੇ ਕਰਕੇ ਮੈਂ ਲਿਖਿਆ ਸੀ, ਇੱਕ ਮੇਰੀ ਗਜ਼ਲ ਦਾ ਸ਼ੇਅਰ ਹੈ, ਸ਼ਾਇਦ ਰਾਵੀ 'ਚ ਹੀ ਸ਼ਾਮਲ ਹੈ, ਕਿਸੇ ਹੋਰ ਕਿਤਾਬ 'ਚ, ਕਿ ਜਦੋਂ ਮੈਂ ਲਾਹੌਰ ਗਿਆ ਨਾ 2013 ਦੇ ਵਿੱਚ, ਅਤੇ ਤੁਹਾਨੂੰ ਪਿੰਡ ਜਾਣ ਤੋਂ ਮਨਾ ਕਰ ਦਿੱਤਾ ਗਿਆ? ਨਹੀਂ, ਪਿੰਡ ਦੀ ਮੈਂ ਤਾਂ ਕਦੇ ਇੱਛਾ ਨਹੀਂ ਕੀਤੀ। ਉਹਦਾ ਰੀਜ਼ਨ ਇਹ ਹੈ ਕਿ ਪਿੰਡ ਜਾਣ ਨਹੀਂ ਦੇਣਾ, ਮੈਨੂੰ ਪਤਾ ਵੀ ਨਹੀਂ ਜਾਣ ਦੇਣਾ, ਵੀਜ਼ਾ ਬਿਨਾਂ ਨਹੀਂ ਜਾਣ ਦੇਣਾ। ਨਨਕਾਣਾ ਸਾਹਿਬ ਜਾਣ ਦੀ ਇੱਛਾ
ਸੀ ਤੇ ਉਹਨਾਂ ਨੇ ਕਿਹਾ ਕਿ ਨਹੀਂ ਜਾ ਸਕਣਾ ਤੁਸੀਂ, ਕਿਉਂਕਿ ਉਦੋਂ ਟਰਕੀ ਦਾ ਪ੍ਰੈਜ਼ੀਡੈਂਟ ਆਇਆ ਹੋਇਆ ਸੀ ਤੇ ਹੋਮ ਮਿਨਿਸਟਰੀ ਉਹਨਾਂ ਦੀ ਬਿਜ਼ੀ ਸੀ, ਸਾਰੇ ਉਹ ਨਹੀਂ ਸੀ ਵੀਜ਼ਾ ਐਕਸਟੈਂਡ ਕਰਕੇ ਦੇ ਰਹੇ ਸਾਨੂੰ। ਮੈਂ ਲਿਖਿਆ ਕਿ ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ? ਮੈਂ 47 ਮਗਰੋਂ ਜੰਮਿਆ, ਮੇਰੇ ਪਿੰਡੇ ਲਾਸ ਕਿਉਂ ਹੈ? ਸ਼ਹਿਰ ਲਾਹੌਰ 'ਚ ਆ ਕੇ ਜੇ ਨਨਕਾਣੇ ਵੀ ਮੈਂ ਜਾ ਨਹੀਂ ਸਕਦਾ, ਤਾਂ ਗਲਵਕੜੀ ਪਾ ਕੇ ਮਿਲਦਾ ਸਤਲੁਜ ਨਾਲ ਬਿਆਸ ਕਿਉਂ ਹੈ? ਹਰੀ ਕੇ ਪੱਤਣ ਦੇ ਜੱਫੀ ਪਾ ਕੇ ਮਿਲਦੇ ਹਨ ਦੋਵੇਂ। ਸ਼ਹਿਰ ਲਾਹੌਰ 'ਚ ਆ ਕੇ ਜੇ ਨਨਕਾਣੇ ਵੀ ਮੈਂ ਜਾ ਨਹੀਂ ਸਕਦਾ, ਤਾਂ ਗਲਵਕੜੀ ਪਾ ਕੇ ਮਿਲਦਾ ਸਤਲੁਜ ਨਾਲ ਬਿਆਸ ਕਿਉਂ ਹੈ? ਸੋ ਇਹ ਜਿਹੜੀ ਇੱਕ ਖਾਸ ਭੁੱਖ ਹੈ ਨਾ, ਉਹ ਸਾਂਝੀ ਰੁੱਖੀ ਮਿੱਸੀ ਤਹਿਜ਼ੀਬ ਨੂੰ ਮਾਨਣ ਦੀ ਇੱਕ ਸਿੱਖ ਹੈ, ਜਿਹੜੀ ਮੈਨੂੰ ਬਾਰ-ਬਾਰ, ਮੈਂ 7 ਵਾਰ ਪਾਕਿਸਤਾਨ 'ਚ ਆਇਆ। ਪਹਿਲੀ ਵਾਰ 97 'ਚ ਗਿਆ, ਜਥੇ 'ਚ ਗਿਆ। ਦੂਜੀ ਵਾਰ ਮੈਂ ਵਰਲਡ ਪੰਜਾਬੀ ਕਾਨਫਰੰਸ 'ਤੇ ਗਿਆ। ਤੀਜੀ ਵਾਰ ਮੈਂ ਜਿਹੜੀ ਪਹਿਲੀ ਬੱਸ ਗਈ ਨਨਕਾਣਾ ਸਾਹਿਬ, ਉਸ 'ਚ ਗਵਰਨਮੈਂਟ ਆਫ ਇੰਡੀਆ ਦਾ ਡੈਲੀਗੇਸ਼ਨ ਸੀ ਸ਼ਾਮਲ, ਉਹ 'ਚ ਮੈਂ ਤੇ ਰਣਜੋਤ ਸਿੰਘ ਗਏ। ਉਸ ਤੋਂ ਬਾਅਦ ਵਿੱਚ ਫਿਰ ਮੈਂ 3 ਹੋਰ ਕਾਨਫਰੰਸਾਂ ਜਾ ਕੇ ਆਇਆ। ਹੁਣੇ ਪਿਛਲੇ ਇਸੇ ਸਾਲ ਦੇ ਵਿੱਚ ਹੀ ਫਿਰ ਜਾ ਕੇ ਆਇਆ, ਜਨਵਰੀ ਫਰਵਰੀ ਦੇ ਵਿੱਚ। ਸੋ ਕਹਿਣ ਦਾ ਮਤਲਬ ਵੀ ਬਾਰ-ਬਾਰ ਜਾਣ ਨੂੰ ਜਿਹੜਾ ਜੀਅ ਕਰਦਾ ਨਾ, ਉਹ ਇਸ ਕਰਕੇ ਨਹੀਂ ਜੇ ਕਰਦਾ ਕਿ ਉਹ ਵਤਨ ਬੜਾ ਸਾਨੂੰ ਕੋਈ ਅਟਰੈਕਟ ਕਰਦਾ, ਉਹ ਰਿਸ਼ਤੇ ਰੀਲਿਵ ਕਰਨ ਜਾਂਦਾ, ਮੈਂ ਦੁਬਾਰਾ ਜਿਉਣ ਜਾਂਦਾ ਕਿ ਯਾਰ ਉਹ ਕਿਸ ਕਿਸਮ ਦੇ ਰਿਸ਼ਤੇ ਨੇ, ਔਰ ਉਹਦੇ ਆਸਰੇ ਨਾਲ ਹੀ ਫਿਰ ਮੈਂ ਆਪਣੇ ਆਪ ਨੂੰ ਐਨਰਿਚ ਮਹਿਸੂਸ ਕਰਦਾ। ਸ਼ਾਇਦ ਉਹੀ ਤਲਬ ਸੀ ਜਿਹੜੀ ਮੇਰੇ ਵੱਡੇ ਵੀਰ ਨੂੰ 50ਵੀਂ ਵਰ੍ਹੇਗੰਢ ਮਨਾਉਣ ਵਾਸਤੇ ਨਨਕਾਣਾ ਸਾਹਿਬ ਸੌਰੀ ਇੱਥੇ ਕਰਤਾਰਪੁਰ ਸਾਹਿਬ ਲੈ ਗਈ। ਅਦਰਵਾਈਜ਼ ਤਾਂ ਪਰ ਮੈਂ ਉਨੀਆਂ ਚੰਗੀਆਂ ਅਤੇ ਮਿੱਠੀਆਂ ਸੇਵੀਆਂ ਕਦੇ ਨਹੀਂ ਖਾਧੀਆਂ ਜਿਹੜੀਆਂ ਸਾਡੇ ਜੱਦੀ ਪਿੰਡ ਤੋਂ ਉਸ ਪਿੰਡ ਦਾ ਇੱਕ ਮੁਸਲਮਾਨ ਪਰਿਵਾਰ ਇੱਕ ਪੋਟਲੀ ਬੰਨ੍ਹ ਕੇ ਮੇਰੇ ਭਰਾ ਨੂੰ ਦੇ ਗਿਆ ਕਿ ਤੁਸੀਂ ਸਾਰੇ ਪਰਿਵਾਰ 'ਚ ਵੰਡ ਦਿਓ। ਭਾਵੇਂ ਤੇ ਇੱਕ ਡੰਗ ਦੀਆਂ ਵੀ ਨਹੀਂ ਸੀ ਪੂਰੀਆਂ, ਉਹ ਸਾਡੇ ਹਿੱਸੇ ਆਈਆਂ, ਪਰ ਉਹਦੀ ਖੁਸ਼ਬੋਈ ਅਤੇ ਉਹਦੀ ਮਹਿਕ ਅਤੇ ਉਹਦਾ ਸਾਰਾ ਸਿਲਸਿਲਾ ਸੀ ਜਿਹੜਾ, ਉਹ ਬੇਟੇ ਨਾ ਜ਼ਿੰਦਗੀ 'ਚ ਉਦੋਂ ਪਹਿਲਾਂ ਉਨੀਆਂ ਸਵਾਦ ਖਾਧੀਆਂ ਸੀ, ਨਾ ਉਦੋਂ ਮਗਰੋਂ ਸ਼ਾਇਦ ਕਦੇ ਨਸੀਬ ਹੋਣ। ਇਸ ਪਿਆਰ ਮੁਹੱਬਤ ਦੀ ਜਿਸ ਦੀ ਤੁਸੀਂ ਗੱਲ ਕਰਦੇ ਹੋ ਕਿ ਉਹ ਖਿੱਚ ਆ ਜਿਹੜੀ ਬਾਰ-ਬਾਰ ਉਹ ਬੁਲਾਉਂਦੀ ਹੈ ਉੱਥੇ ਜਾਣ ਲਈ, ਹੈ ਨਾ। ਜਦੋਂ ਅਸੀਂ ਕਈ ਵਾਰੀ TV ਔਨ ਕਰਦੇ ਹਾਂ, ਕਈ ਵਾਰੀ ਨਹੀਂ ਰੋਜ਼ਾਨਾ ਦੀਆਂ ਇਹ ਗੱਲਾਂ ਹੋ ਗਈਆਂ ਸੀ ਇਸ ਮਾਹੌਲ ਕਰੋਨਾ ਦੇ ਮਾਹੌਲ ਬਣਨ ਤੋਂ ਪਹਿਲਾਂ ਦੀਆਂ, ਕਿ ਅਸੀਂ ਜਦੋਂ ਵੀ TV ਔਨ ਕਰਦੇ ਸੀ ਤਾਂ ਸਾਨੂੰ ਸਿਰਫ ਇੱਕੋ ਹੀ ਚੀਜ਼ ਦੇਖਣ ਨੂੰ ਮਿਲਦੀ ਸੀ ਕਿ ਪਾਕਿਸਤਾਨ ਅਤੇ ਭਾਰਤ ਆ ਜਿਹੜਾ, ਉਹ ਇੱਦਾਂ ਲੱਗ ਰਿਹਾ ਸੀ ਕਿ ਹਮੇਸ਼ਾ ਜੰਗ ਦੇ ਕਤਾਰ 'ਤੇ ਖੜ੍ਹੇ ਨੇ, ਹੈ ਨਾ। ਪਰ ਜਦੋਂ ਅਸੀਂ ਉਹਨਾਂ ਲੋਕਾਂ ਨਾਲ ਗੱਲ ਕਰਦੇ ਹਾਂ ਜਿਨ੍ਹਾਂ ਨੇ ਇੱਧਰਲੀ ਸਰਹੱਦ ਨੂੰ ਟੱਪ ਕੇ ਉਹਨਾਂ ਉੱਧਰਲੇ ਲੋਕਾਂ ਦਾ ਨਿੱਘ ਮਾਣਿਆ, ਜਾਂ ਫਿਰ ਉੱਧਰਲਿਆਂ ਨੇ ਇੱਧਰਲਿਆਂ ਦਾ, ਤਾਂ ਉੱਥੇ ਸਿਵਾਏ ਸਾਨੂੰ ਮੁਹੱਬਤ ਦੇ ਹੋਰ ਕੁਝ ਵੀ ਨਜ਼ਰ ਨਹੀਂ ਆਉਂਦਾ। ਤੁਸੀਂ ਇੱਕ ਲੇਖਕ ਹੋਣ ਦੇ ਨਾਤੇ ਕੀ ਮਹਿਸੂਸ ਕਰਦੇ ਹੋ ਕਿ ਉਹ ਬਹਿਸ ਸੱਚੀ ਹੈ, ਜਾਂ ਫਿਰ ਉਹ ਮੁਹੱਬਤ ਜਿਹੜੀ ਤੁਸੀਂ ਕਰਾਚੀ, ਲਾਹੌਰ, ਇਸਲਾਮਾਬਾਦ ਦੀਆਂ ਗਲੀਆਂ ਦੇ ਵਿੱਚ ਮਾਣ ਕੇ ਆਉਂਦੇ ਹੋ, ਉੱਥੋਂ ਦੇ ਲੋਕਾਂ ਦੇ ਮਨਾਂ ਦੇ ਵਿੱਚ ਉਹੀ ਖਿੱਚ ਤੁਹਾਨੂੰ ਮਹਿਸੂਸ ਹੁੰਦੀ ਹੈ ਜਿਹੜੀ ਕਿ ਜਦੋਂ ਲੋਕ ਇੱਧਰੋਂ ਜਾ ਕੇ ਉਹਨਾਂ ਦੇ ਨਾਲ ਦਿਨ ਮਾਣ ਕੇ ਇੱਧਰ ਆ ਕੇ ਦੱਸਦੇ ਨੇ ਕਿ ਇੱਧਰੋਂ ਮਾਸੀ ਆਵਾਜ਼ਾਂ ਮਾਰਦੀ ਹੈ ਅਤੇ ਉੱਧਰੋਂ ਮਾਂ? ਵੇਖੋ ਪੁੱਤਰ, ਜਦੋਂ ਨਾ ਤੁਸੀਂ ਉੱਜੜੇ ਨਹੀਂ ਹੁੰਦੇ ਕਦੇ, ਤੁਹਾਨੂੰ ਵਸਣ ਦਾ ਸਵਾਦ ਨਹੀਂ ਆਉਂਦਾ, ਅਤੇ ਜਿੰਨਾ ਚਿਰ ਤੁਸੀਂ ਉੱਜੜ ਕੇ ਉਸ ਸੇਕ ਨੂੰ ਨਹੀਂ ਆਪ ਪਿੰਡੇ 'ਤੇ ਹੰਢਾਉਂਦੇ, ਉਹਨਾਂ 'ਚ ਤੁਹਾਨੂੰ ਉੱਜੜਨ ਦਾ ਪਤਾ ਵੀ ਨਹੀਂ ਲੱਗਦਾ ਉੱਜੜਨ ਦੀ ਪੀੜ ਕੀ ਹੁੰਦੀ ਹੈ। ਸਰਹੱਦ ਦੇ ਪਿੰਡ ਹੋਣ ਕਰਕੇ ਪੁੱਤਰ ਮੈਂ 65 ਵਾਲਾ ਉਜਾੜਾ ਵੇਖਿਆ ਹੋਇਆ, 71 ਦੇ ਖੌਫ ਨੂੰ ਵੀ ਹੰਢਾਇਆ ਹੋਇਆ, ਜਦੋਂ ਬੰਗਲਾਦੇਸ਼ ਵਾਰ ਦੇ ਵਿੱਚ ਇਹ ਬਾਰਡਰ ਤਪਿਆ ਸੀ। ਫਿਰ ਦੁਬਾਰਾ ਕਾਰਗਿਲ ਦੀ ਜੰਗ ਵੇਲੇ ਜਿਹੜੇ ਬਕਸੇ ਪਿੰਡਾਂ 'ਚ ਆਏ ਨੇ, ਉਹ ਮੈਨੂੰ ਅਜੇ ਵੀ ਉਸ ਤਰ੍ਹਾਂ ਨਾਲ ਚੇਤੇ ਆਉਂਦੇ ਨੇ ਕਿ ਕਿਹੜੇ ਕਿਹੜੇ ਪਿੰਡ ਦੇ ਵਿੱਚ ਕਿਵੇਂ ਕਿਵੇਂ ਸਿਵੇ ਬਲੇ, ਕਿਵੇਂ ਕਿਵੇਂ ਭੈਣਾਂ ਵਿਧਵਾਵਾਂ ਹੋਈਆਂ, ਕਿਵੇਂ ਕਿਵੇਂ ਉਹ ਚਿੱਟੀਆਂ ਚੁੰਨੀਆਂ ਜਿਹੜੀਆਂ ਨੇ ਕਦੇ ਉਹਨਾਂ ਗੁਲਾਬੀ ਨਹੀਂ ਹੋ ਸਕਣਾ। ਇਹ ਜਿਹੜਾ ਜੰਗ ਦਾ ਚਾਅ ਚੜ੍ਹ ਕੇ ਲੋਕ ਤੁਰੇ ਫਿਰਦੇ ਨੇ ਨਾ, ਇਹਨਾਂ ਲੋਕਾਂ ਨੂੰ ਉੱਜੜਨ ਦੀ ਪੀੜ ਨਹੀਂ ਹੈ। ਇਸ ਕਰਕੇ ਚਾਹੇ ਉਹ ਪਾਕਿਸਤਾਨ ਦੇ ਵਿੱਚ ਵਸਦੇ ਲੋਕ ਨੇ ਜਿਹੜੇ ਅਮਨ ਪਸੰਦ ਨਹੀਂ ਹਨ, ਜਾਂ ਸਾਡੇ ਆਪਣੇ ਵਤਨ ਦੇ ਵਿੱਚ ਨੇ, ਇਹਨਾਂ ਲੋਕਾਂ ਨੇ ਉੱਜੜ ਕੇ ਵੇਖਿਆ ਨਹੀਂ। ਇਹਨਾਂ ਨੂੰ ਜੰਗ ਦੇ ਗੀਤ ਗਾਉਣੇ ਤਾਂ ਚੰਗੇ ਲੱਗਦੇ ਨੇ। ਅਸੀਂ ਚਾਹੁੰਦੇ ਹਾਂ ਸਾਡਾ ਚੀਨ ਨਾਲ ਬਾਰਡਰ ਵੀ ਠੰਡਾ ਹੋਵੇ, ਸਾਡਾ ਬੰਗਲਾਦੇਸ਼ ਨਾਲ ਬਾਰਡਰ ਵੀ ਠੰਡਾ ਹੋਵੇ, ਸਾਡਾ ਨੇਪਾਲ ਨਾਲ ਬਾਰਡਰ ਵੀ ਠੰਡਾ ਹੋਵੇ, ਸਾਡਾ ਪਾਕਿਸਤਾਨ ਨਾਲ ਬਾਰਡਰ ਵੀ ਠੰਡਾ ਹੋਵੇ। ਅਤੇ ਨਾਲੇ ਇੱਕ ਗੱਲ ਹੋਰ ਬੇਟੇ, ਜਿਹੜੀ ਮੈਂ ਬੜੀ ਲੁਕਵੀਂ ਗੱਲ ਤੁਹਾਡੇ ਨਾਲ ਕਰਨੀ ਚਾਹੁੰਦਾ, ਜਿਹੜੀ ਮੇਰੇ ਮਨ 'ਚ ਬੜੀ ਵਾਰੀ ਰੜਕਦੀ ਹੈ ਕਿ ਯਾਰ ਬਾਰ-ਬਾਰ ਪੰਜਾਬ ਦੀ ਹੱਦ ਕਿਉਂ ਬਲਦੀ ਹੈ? ਹੱਦਾਂ ਤਾਂ ਰਾਜਸਥਾਨ ਦੀਆਂ ਵੀ ਲੱਗਦੀਆਂ, ਗੁਜਰਾਤ ਦੀਆਂ ਵੀ ਲੱਗਦੀਆਂ ਪਾਕਿਸਤਾਨ ਨਾਲ, ਉਹ ਕਿਉਂ ਨਹੀਂ ਤਪਦੀਆਂ? ਜੇ ਨਸ਼ਾ ਵੀ ਆਉਂਦਾ ਤਾਂ ਪੰਜਾਬ ਦੀ ਹੱਦ ਰਾਹੀਂ ਕਿਉਂ ਆਉਂਦਾ? ਮੈਨੂੰ ਇਸ ਗੱਲ ਦਾ ਮੇਰੇ ਕੋਲ ਜਵਾਬ ਹੈ ਨਹੀਂ,
ਪਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਾਨੂੰ ਖੱਜਲ ਕਰਨ ਦੀਆਂ ਜਿਹੜੀਆਂ ਚਾਲਾਂ ਨੇ ਨਾ, ਜਿਵੇਂ 47 'ਚ ਪੰਜਾਬ ਹੀ ਵੰਡਿਆ ਗਿਆ, ਬੰਗਾਲ ਹੀ ਵੰਡਿਆ ਗਿਆ, ਉਹ ਕਿਤੇ ਪੰਜਾਬੀ ਤੁਖਮ ਤਾਸੀਰ ਖਤਮ ਕਰਨ ਦੀ ਚਾਲ ਤਾਂ ਨਹੀਂ? ਤੁਸੀਂ ਤੁਖਮ ਤਾਸੀਰ ਦੀ ਗੱਲ ਕਰਦੇ ਹੋ, ਇਹ ਸਵਾਲ ਵੈਸੇ ਮੈਂ ਬਾਅਦ ਚੋਂ ਕਰਨਾ ਚਾਹੁੰਦੀ ਸੀ। ਤੁਸੀਂ ਜਗਦੇਵ ਸਿੰਘ ਹੁਣਾਂ ਦੇ ਨਾਲ ਮਿਲ ਕੇ ਪ੍ਰੋਫੈਸਰ ਮੋਹਨ ਸਿੰਘ ਮੇਲਿਆਂ ਦੀ ਸ਼ੁਰੂਆਤ ਦੇ ਮੋਢੀ ਤੁਹਾਨੂੰ ਮੰਨਿਆ ਜਾਂਦਾ, ਪਰ ਬਹੁਤ ਸਾਰੇ ਲੋਕ, ਜਦੋਂ ਅੱਜ ਮੈਂ ਜੇ ਸੋਸ਼ਲ ਮੀਡੀਆ ਨੂੰ, ਫੇਸਬੁੱਕ ਨੂੰ ਹੀ ਖਾਸ ਕਰਕੇ ਕਹਾਂ, ਤਾਂ ਮੈਂ ਇਹ ਮੰਨਦੀ ਹਾਂ ਵੀ ਉਹ ਵੀ ਇੱਕ ਜ਼ਰੀਆ ਹੈ ਲੋਕਾਂ ਤੱਕ ਉਹਨਾਂ ਚੀਜ਼ਾਂ ਨੂੰ ਪਹੁੰਚਾਉਣ ਦਾ ਜਿਹੜੀਆਂ ਹੁਣ ਤੱਕ ਲੋਕਾਂ ਨੇ ਪੜ੍ਹੀਆਂ ਨਹੀਂ ਸੀ, ਜਾਂ ਲੋਕਾਂ ਤੋਂ ਹੁਣ ਤੱਕ ਅਣਗੌਲੀਆਂ ਰੱਖੀਆਂ ਗਈਆਂ ਕਿਉਂਕਿ ਕਿਸੇ ਅਖਬਾਰਾਂ ਨੇ ਜਾਂ ਕਿਸੇ ਸਰਕਾਰੀ ਥੰਮ ਨੇ ਉਹਨਾਂ ਨੂੰ ਨਹੀਂ ਛਪਣ ਦਿੱਤਾ। ਉਹਨਾਂ ਦੇ ਵਿੱਚ ਅਕਸਰ ਹੀ ਮੈਂ ਬਹੁਤ ਨੌਜਵਾਨਾਂ ਦੇ ਵਿਚਾਰ ਵੀ ਪੜ੍ਹਦੀ ਹਾਂ, ਜਾਂ ਉਹਨਾਂ ਲੋਕਾਂ ਦੇ ਵਿਚਾਰ ਵੀ ਪੜ੍ਹਨ ਨੂੰ ਮਿਲਦੇ ਨੇ ਜਿਨ੍ਹਾਂ ਦੇ ਪਹਿਲਾਂ ਇਹਨਾਂ ਲਹਿਰਾਂ ਦੇ ਨਾਲ ਕੋਈ ਨਾ ਕੋਈ ਤਾਲੁਕਾਤ, ਜਾਂ ਫਿਰ ਉਹਨਾਂ ਨੇ ਇਹਦੇ ਵਿੱਚ ਕੋਈ ਆਪਣਾ ਹਿੱਸਾ ਰੱਖਿਆ। ਉਹਨਾਂ ਦਾ ਕਹਿਣਾ ਸੀ ਕਿ ਜਦੋਂ ਇਹ ਮੇਲਿਆਂ ਦੀ ਸ਼ੁਰੂਆਤ ਹੋਈ ਖੜਕੂਵਾਦ ਦੇ ਦੌਰਾਨ, ਕਿਤੇ ਨਾ ਕਿਤੇ ਇਹ ਵੀ ਪੰਜਾਬ ਦੀ ਜਿਹੜੀ ਗਰਮ ਤਾਸੀਰ ਆ ਉਹਨੂੰ ਭਟਕਾਉਣ ਲਈ ਜਿਹੜੇ ਗਾਇਕਾਂ ਵਾਲਾ ਜਾਂ ਫਿਰ ਇਹ ਜਿਹੜਾ ਐਂਟਰਟੇਨਮੈਂਟ ਦਾ ਇੱਕ ਕਲਚਰ ਪੈਦਾ ਕਰ ਦਿੱਤਾ ਗਿਆ, ਉਹਨੇ ਬਹੁਤ ਵੱਡੀ ਸ਼ਮੂਲੀਅਤ ਕੀਤੀ ਆ ਪੰਜਾਬ ਦੀ ਨੌਜਵਾਨੀ ਨੂੰ ਉਸ ਲਹਿਰ ਨਾਲੋਂ ਤੋੜਨ ਦੀ। ਕੀ ਤੁਸੀਂ ਇਸ ਚੀਜ਼ ਨੂੰ ਸੱਚ ਸਮਝਦੇ ਹੋ? ਨਹੀਂ, ਇਹ ਗੱਲਾਂ ਮੈਂ ਵੀ ਪੜ੍ਹਦਾ, ਮੈਂ ਵੀ ਸੁਣਦਾ। ਰਾਦਰ ਮੇਰੇ ਕੁਝ ਦੋਸਤ ਨੇ ਜਿਹੜੇ ਉਹਨਾਂ ਵਕਤਾਂ 'ਚ ਖਾੜਕੂ ਹੁੰਦੇ ਸੀ, ਪਰ ਬਾਅਦ ਵਿੱਚ ਉਹ ਮੁੱਖ ਧਾਰਾ ਦੇ ਵਿੱਚ ਸ਼ਾਮਲ ਹੋ ਕੇ ਸਿਆਸਤ ਦਾ ਹਿੱਸਾ ਨੇ। ਉਹ ਵੀ ਗੱਲ ਕਰਦੇ ਨੇ ਕਿ ਇੱਕ ਚਾਲ ਸੀ ਜੀ, ਆਹ ਸੀ ਜੀ, ਉਹ ਸੀ ਜੀ। ਪਹਿਲੀ ਗੱਲ ਤਾਂ ਜਦੋਂ ਮੋਹਨ ਸਿੰਘ ਮੇਲਾ ਸ਼ੁਰੂ ਹੋਇਆ, ਇਹ ਸ਼ੁਰੂ ਹੋਇਆ ਅਕਤੂਬਰ 78 ਦੇ ਵਿੱਚ, ਅਤੇ ਪੰਜਾਬ ਦੇ ਸਿਹਤ ਦਾ ਤਕੜਾ ਕੱਢਿਆ ਗਿਆ ਵਿਸਾਖੀ 78 ਦੇ ਵਿੱਚ। ਸਮਝ ਗਏ? ਉਦੋਂ ਤੱਕ ਜੇ ਨਾ ਤਾਂ ਪੰਜਾਬ 'ਚ ਅੱਤਵਾਦੀ ਐਡਾ ਸਿਖਰ 'ਤੇ ਸੀ, ਅਤੇ ਨਾ ਹੀ ਐਡਾ ਕੋਈ, ਅਤੇ ਨਾਲੇ ਜਿਹੜੇ ਉਹਨਾਂ ਵਕਤਾਂ ਦੇ ਜਿਹੜੇ ਖਾੜਕੂ ਸੀ ਉਹ ਪਾਗਲ ਨਹੀਂ ਸੀ ਹੈਗੇ। ਉਹ ਉਸ ਮੇਲੇ 'ਚ ਵੀ ਗੋਲੀ ਚਲਾ ਸਕਦੇ ਜੇ ਉਹਨੂੰ ਲੱਗਦਾ ਕਿ ਲੋਕ ਦੁਸ਼ਮਣ ਨੇ। ਤਾਂ ਬਹੁਤ ਸਾਰੇ ਉਹਨਾਂ ਵਕਤਾਂ ਦੇ ਜਿਹੜੇ ਖਾੜਕੂ ਨੇ ਬਾਅਦ 'ਚ ਆਪਣੀ ਯਾਦਾਂ ਦੇ ਵਿੱਚ ਕਿਤੇ ਲਿਖਦਿਆਂ ਕਹਿੰਦੇ ਨੇ, ਕੁਛ ਦੱਸਦੇ ਕਿਤੇ ਰਿਕਾਰਡਿੰਗ ਦੇ ਵਿੱਚ ਪਤਾ ਲੱਗ ਜਾਂਦਾ ਕਿ ਬਹੁਤ ਸਾਰੇ ਕਹਿੰਦੇ ਨੇ ਕਿ ਅਸੀਂ ਭੇਸ ਬਦਲ ਕੇ ਮੇਲਾ ਵੇਖਣ ਆਉਂਦੇ ਹੁੰਦੇ ਸੀ। ਔਰ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਬੇਟੇ ਮੈਂ ਕਹਿਣੀ ਚਾਹੁੰਦਾ ਕਿ ਧਰਤੀ ਦੇ ਕਿਸੇ ਵੀ ਵਿਅਕਤੀ ਨੂੰ ਹਰ ਵੇਲੇ ਬੰਦੂਕ ਨਹੀਂ ਚਾਹੀਦੀ, ਉਹਨੂੰ ਅਲਗੋਜ਼ੇ ਵੀ ਚਾਹੀਦੇ ਨੇ, ਉਹਨੂੰ ਢੋਲ ਵੀ ਚਾਹੀਦਾ, ਉਹਨੂੰ ਸ਼ਬਦ ਵੀ ਚਾਹੀਦਾ, ਉਹਨੂੰ ਸੁਰ ਵੀ ਚਾਹੀਦਾ, ਉਹਨੂੰ ਤੂੰਬੀ ਦੀ ਟੁਣਕਾਰ ਵੀ ਚਾਹੀਦੀ ਹੈ। ਬੰਦਾ ਕੋਈ ਲੱਕੜ ਦਾ ਬੰਦੇ ਬਣਿਆ ਹੋਇਆ ਆਕਾਰ ਨਹੀਂ ਹੁੰਦਾ ਕਿ ਉਹਨੂੰ ਜਿਵੇਂ ਮਰਜ਼ੀ ਢਾਲ ਲਓ। ਜਿਹੜੀ ਜੰਗ ਪੰਜਾਬ ਲੜ ਰਿਹਾ ਸੀ ਉਸ ਵਕਤ ਆਪਣੇ ਹੱਕ ਹਕੂਕ ਦੀ, ਉਹਦਾ ਵਿਧਾਨਕ ਨਿਜ਼ਾਮ ਜਿਹੜਾ ਸੀ ਉਹ ਅਨੰਦਪੁਰ ਸਾਹਿਬ ਦਾ ਮਤਾ ਸੀ, ਅਤੇ ਉਹ ਤਾਂ ਮਤਾ ਡਰਾਫਟਿੰਗ ਕਮੇਟੀ ਦੇ ਵਿੱਚ ਵੀ ਸਰਦਾਰ ਜਗਦੇਵ ਸਿੰਘ ਜਸਵਾਲ ਸੀ। ਜਦੋਂ ਸਰਦਾਰ ਕਪੂਰ ਸਿੰਘ ICS ਉਹਨਾਂ ਨੇ ਡਰਾਫਟ ਕੀਤਾ, ਜਸਵੀਰ ਸਿੰਘ ਆਹਲੂਵਾਲੀਆ ਨੇ ਬਾਅਦ 'ਚ ਉਹਨੂੰ ਰਿਵਾਈਜ਼ ਕੀਤਾ, ਸਰਦਾਰ ਭਰਪੂਰ ਸਿੰਘ ਹੋਰੀ ਔਰ ਸਾਰੇ ਜਿਹੜੇ ਨੇ ਸਰਦਾਰ ਜਗਦੇਵ ਸਿੰਘ ਜਸਵਾਲ ਦੀ ਕੋਠੀ ਬੈਠ ਕੇ ਉਹ ਡਰਾਫਟ ਫਾਈਨਲ ਕੀਤਾ। ਬੜੇ ਥੋੜ੍ਹੇ ਲੋਕਾਂ ਨੂੰ ਇਸ ਗੱਲ ਦਾ ਪਤਾ, ਭਾਵੇਂ ਅਕਾਲੀ ਦਲ ਦੇ ਵਿੱਚ ਉਦੋਂ ਨਹੀਂ ਸੀ ਸਰਦਾਰ ਜਗਦੇਵ ਸਿੰਘ ਜਸਵਾਲ, ਇਹ ਇੰਡੀਪੈਂਡੈਂਟ ਸੀ ਉਦੋਂ ਉਹਨਾਂ ਵਕਤਾਂ ਦੇ ਵਿੱਚ। ਪਰ ਕਿਉਂਕਿ ਆਪ ਪੰਜਾਬ ਦਰਦੀ ਸੀ, ਹਰ ਗੱਲ ਉਹਨਾਂ ਨੂੰ ਪੰਜਾਬ ਦੇ ਦਰਦ ਵਾਲੀ ਉਹਨਾਂ ਨੂੰ ਚੰਗੀ ਲੱਗਦੀ ਸੀ ਕਿ ਇਹ ਗੱਲ ਹੋਣੀ ਚਾਹੀਦੀ ਹੈ। ਉਹ ਡਰਾਫਟਿੰਗ ਕਮੇਟੀ ਦੇ ਵਿੱਚ ਅਨਅਫੀਸ਼ੀਅਲੀ ਹਾਜ਼ਰ ਸੀ, ਸਾਰੀਆਂ ਹਰ ਪ੍ਰੋਸੈਸ ਸ਼ਾਮਲ ਸੀ। ਦੂਸਰੀ ਗੱਲ ਇੱਕ ਕਦੇ ਨਾ ਭੁੱਲੀਏ ਕਿ 84 ਤੱਕ, ਆਪਰੇਸ਼ਨ ਬਲੂ ਸਟਾਰ ਤੱਕ, ਪੰਜਾਬ ਦੇ ਨੌਜਵਾਨਾਂ ਦੇ ਅੰਦਰ ਉਸ ਕਿਸਮ ਦੀ ਇੱਕ ਅੱਗ ਨਹੀਂ ਸੀ ਬਲੀ। ਉਦੋਂ ਸਿਰਫ ਅਤੇ ਸਿਰਫ ਅਜੇ ਸਾਡੀ ਵੱਧ ਅਧਿਕਾਰਾਂ ਦੀ, ਪਾਣੀਆਂ ਦੀ, ਪੰਜਾਬੋਂ ਬਾਹਰ ਰਹਿ ਗਏ ਇਲਾਕਿਆਂ ਦੀ, ਜ਼ਬਾਨ ਦੀ, ਚੰਡੀਗੜ੍ਹ ਦੀ, ਇਸ ਕਿਸਮ ਦਾ ਹੀ ਇੱਕ ਖਾਸ ਨਿਜ਼ਾਮ ਸੀ। ਈਵਨ ਸੰਤ ਜਰਨੈਲ ਸਿੰਘ ਉਹਨਾਂ ਦਾ ਜਿਹੜਾ ਸੀਗਾ ਸਾਰਾ, ਮੈਂ ਓਰੇਸ਼ਨਸ ਸੁਣੀਆਂ ਨੇ, ਉਹਨਾਂ ਦੇ ਭਾਸ਼ਣ ਸੁਣੇ ਨੇ, ਉਹਨਾਂ ਦੇ ਵਿੱਚ ਕਿਤੇ ਵੀ ਹੋਰ ਕਿਸੇ ਕਿਸਮ ਦੀ ਇਸ ਕਿਸਮ ਦੀ ਗੱਲ ਨਹੀਂ ਸੀ ਆਉਂਦੀ ਜਿਹਦੇ 'ਚ ਪੰਜਾਬ ਦੇ ਹੱਕ ਹਕੂਕ ਵਧੇਰੇ ਲੈਣ ਦੀ ਗੱਲ ਨਾ ਹੋਵੇ। 84 ਤੋਂ ਬਾਅਦ ਜਦੋਂ ਦਿੱਲੀ ਵਾਲਾ ਘਟਨਾ ਚੱਕਰ ਚੱਲ ਗਿਆ, ਜਿਸ 'ਚ ਹਜ਼ਾਰਾਂ ਸਿੱਖ ਨੌਜਵਾਨਾਂ, ਬਜ਼ੁਰਗ, ਬੱਚੇ, ਔਰਤਾਂ, ਧੀਆਂ ਭੈਣਾਂ ਦਾ ਕਤਲੇਆਮ ਹੋਇਆ, ਔਰ ਇੰਨੀ ਬੇਰਹਿਮੀ ਨਾਲ ਹੋਇਆ ਕਿ ਉਸ ਨੂੰ ਧਰਤੀ ਦੇ ਇਤਿਹਾਸ ਦੇ ਉੱਤੇ ਇਹ ਤੋਂ ਵੱਧ ਬੁੱਚੜ ਸ਼ਾਹੀ ਨਹੀਂ ਹੋ ਸਕਦੀ। ਉਸ ਵੇਲੇ ਸ਼ਾਇਦ ਅਸੀਂ ਮਹਿਸੂਸ ਕੀਤਾ ਕਿ ਸਾਨੂੰ ਆਪਣੀ ਧਰਤੀ ਦੀ ਜ਼ਰੂਰਤ ਨਹੀਂ। ਅਸੀਂ ਤਾਂ ਕੌਣ ਮਹਿਸੂਸ ਕਰਨ ਵਾਲੇ? ਆਪਣੀ ਧਰਤੀ, ਹਰ ਧਰਤੀ ਆਪਣੀ ਹੁੰਦੀ ਹੈ। ਮੈਂ ਇਸ ਗੱਲ ਦੇ ਵਿੱਚ ਤਾਂ ਨਹੀਂ ਜਾਵਾਂਗਾ ਕਿ ਸਾਨੂੰ ਆਪਣੀ ਧਰਤੀ ਦੀ ਲੋੜ ਮਹਿਸੂਸ ਹੋਈ। ਮੈਂ ਇਹ ਜ਼ਰੂਰ ਕਹਾਂਗਾ ਕਿ ਉਦੋਂ ਬੇਗਾਨਗੀ ਦਾ ਅਹਿਸਾਸ ਜ਼ਰੂਰ ਹੋਇਆ। ਉਦੋਂ ਸ਼ਬਦ ਜਿਹੜਾ ਭਾਈ ਹਰਜਿੰਦਰ ਸਿੰਘ ਗਾਉਂਦੇ ਹੁੰਦੇ ਸੀ ਨਾ, ਮਨ ਪਰਦੇਸੀ ਜੇ ਥੀਏ ਸਭ ਦੇਸ ਪਰਾਇਆ, ਉਦੋਂ ਮਨ ਪਰਦੇਸੀ ਹੋਇਆ। ਇਹ ਨਾ ਕਹੀਏ ਕਿ ਮਨ ਪਰਦੇਸੀ ਨਹੀਂ ਹੋਇਆ। ਉਸ ਮਨ ਪਰਦੇਸੀ ਹੋਣ ਦਾ ਕਾਰਨ ਸੀ ਕਿ ਬਹੁਤ ਸਾਰੇ ਜਵਾਨ ਜਿਹੜੇ ਨੇ, ਜਿਹੜੇ ਘਰਾਂ 'ਚ ਬੈਠੇ ਸੀ, ਉਹਨਾਂ ਨੇ ਵੀ ਉਸ ਵਕਤ ਆਪਣੇ ਆਪ ਨੂੰ ਹਥਿਆਰਬੰਦ
ਸੰਘਰਸ਼ ਦੇ ਰਾਹ ਤੋਰਿਆ। ਪਰ ਉਹ ਵੀ ਤਾਂ ਨੌਜਵਾਨ ਸੀ ਜੇ ਤੂੰ ਵੀ ਟਣਕਾ ਰਹੇ ਸੀ ਉਸ ਵਕਤ, ਉਹ ਵੀ ਤਾਂ ਸੀ ਜਿਹੜੇ ਲਗੋਜ਼ੇ ਵਜਾ ਰਹੇ ਸੀ ਉਸ ਵਕਤ, ਉਹ ਵੀ ਤਾਂ ਜਿਹੜੇ ਭੰਗੜਾ ਪਾ ਰਹੇ ਸੀ ਜਿਹੜੇ ਉਸ ਵਕਤ। ਹੁਣ ਪ੍ਰੋਬਲਮ ਕੀ ਹੋ ਗਈ ਸਾਡੀ ਕਿ ਅਸੀਂ ਇੰਨੇ ਜ਼ਿਆਦਾ ਲੱਕੜ ਹੋ ਗਏ ਹਾਂ ਸੁਭਾਅ ਨੂੰ, ਸੰਵੇਦਨਸ਼ੀਲ ਨਾ ਰਹਿਣ ਕਰਕੇ, ਕਿ ਸਾਨੂੰ ਹੁਣ ਭੰਗੜਾ ਪਾਉਂਦੇ ਬੁੱਤਾਂ ਤੋਂ ਵੀ ਭੈ ਆਉਣ ਲੱਗ ਗਿਆ। ਅਸੀਂ ਜੜੋਂ ਖਾੜ ਰਹੇ ਹਾਂ। ਉਹ ਬੁੱਤ ਥੋੜ੍ਹੇ ਨੇ, ਉਹ ਤੁਹਾਡੀ ਵਿਰਾਸਤ ਦੇ ਇੱਕ ਅੰਗ ਵਰਗੀ ਸ਼ੈ ਨੇ। ਪਰ ਤੁਹਾਨੂੰ ਨਹੀਂ ਲੱਗਦਾ ਕਿ ਇਹ ਨਾਰਾਜ਼ਗੀ ਵੀ ਸਹੀ ਹੈ ਕਿ ਲੋਕਾਂ ਦਾ ਇਹ ਕਹਿਣਾ ਕਿ ਹਰ ਚੀਜ਼ ਦੀ ਇੱਕ ਥਾਂ ਹੁੰਦੀ ਹੈ, ਜੇ ਦਰਬਾਰ ਸਾਹਿਬ ਦੇ ਬਾਹਰ ਇਹ ਬੁੱਤ ਲੱਗੇ ਨੇ ਤਾਂ ਉਸ ਜਗ੍ਹਾ ਤੇ ਇਹਨਾਂ ਦਾ ਜਿਹੜਾ ਅਸਲ ਥਾਂ ਨਹੀਂ ਬਣਦੀ? ਲੋਕਾਂ ਨੇ ਇਹ ਸੋਚ ਕੇ ਵੀ ਇਤਰਾਜ਼ ਵੇਖੋ ਕੀਤਾ। ਮੈਂ ਸਮਝਦਾ ਕਿ ਕਸਟੋਡੀਅਨ ਜਿਹੜੇ ਨੇ ਸਾਡੇ ਹੈਰੀਟੇਜ ਦੇ, ਉਹਨਾਂ ਦੇ ਵਿੱਚ 100 ਸਾਲ ਦੀ ਹਿਸਟਰੀ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਹੈ। ਉਦੋਂ ਵੀ ਕਮੇਟੀਆਂ ਬਣੀਆਂ ਹੋਣਗੀਆਂ ਕਿ ਇਸ ਨੂੰ ਹੈਰੀਟੇਜ ਸਟਰੀਟ ਨੂੰ ਕਿਵੇਂ ਸਜਾਉਣਾ। ਇਹ ਤਾਂ ਹੈ ਨਹੀਂ ਕਿ ਉਹ ਗੱਡ ਦੇ ਕਿਸੇ ਨੇ ਆ ਕੇ। ਉਸ ਹਕੂਮਤ ਦੇ ਹੁੰਦਿਆਂ ਉਸ ਹੈਰੀਟੇਜ ਸਟਰੀਟ ਨੂੰ ਵਾਕਈ ਬਹੁਤ ਖੂਬਸੂਰਤ ਬਣਾਇਆ ਗਿਆ। ਜਾਂ ਤਾਂ ਉਦੋਂ ਜਿਹੜੇ ਸੋਚਣ ਵਾਲੇ ਸੀ ਉਹ ਸੋਚਦੇ ਕਿ ਇੱਥੇ ਸਿਰਫ ਸਿੱਖ ਹਿਸਟਰੀ ਦੇ ਸੀ ਜਿਹੜੇ ਸੰਬੰਧਿਤ ਜਿਹੜੇ ਕੁਛ ਐਸੀਆਂ ਚੀਜ਼ਾਂ ਤਿਆਰ ਕਰਵਾ ਕੇ ਲਾਈਏ ਤਾਂ ਕਿ ਸਾਨੂੰ ਉਸ ਦਾ ਪ੍ਰਭਾਵ ਜਾਵੇ। ਹੁਣ ਜਾਂ ਤਾਂ ਅਸੀਂ ਉੱਥੇ ਜਿਹੜਾ ਬਾਕੀ ਸੌਦਾ ਸੂਤ ਵਿਕਦਾ, ਉਵੇਂ ਜੁੱਤੀਆਂ ਵਿਕੀ ਜਾਂਦੀਆਂ ਨੇ, ਉਵੇਂ ਪੱਗਾਂ ਵਿਕੀ ਜਾਂਦੀਆਂ, ਉਵੇਂ ਪਾਪੜ ਵਿਕੀ ਜਾਂਦੇ, ਉਵੇਂ ਬੜੀਆਂ ਵਿਕੀ ਜਾਂਦੀਆਂ ਨੇ, ਉਹ ਤਾਂ ਸਾਰਾ ਕੁਝ ਜ਼ਿੰਦਗੀ ਦਾ ਹਿੱਸਾ ਹੀ ਨੇ। ਅਤੇ ਤੁਸੀਂ ਉੱਠ ਕੇ ਇਸ ਗੱਲ ਦਾ ਸਿਰਫ ਵਿਰੋਧ ਕਰਨ ਲੱਗ ਜਾਓ ਕਿ ਅਸੀਂ ਇਸ ਨੂੰ ਇਸ ਵਾਸਤੇ ਉਖਾੜ ਰਹੇ ਹਾਂ ਕਿ ਇਹ ਨੱਚਣ ਗਾਉਣ ਦਾ, ਔਰ ਐਡੇ ਭੈੜੇ ਲਫ਼ਜ਼ ਵਰਤੇ ਕਿ ਮਾਫ਼ ਕਰਨਾ, ਸਾਡੇ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀਆਂ ਨੇ ਵੀ ਐਡੇ ਭੈੜੇ ਲਫ਼ਜ਼ ਵਰਤੇ ਉਸ ਭੰਗੜੇ ਅਤੇ ਗਿੱਧੇ ਦੇ ਖਿਲਾਫ। ਮੈਨੂੰ ਉਸ ਦਿਨ ਲੱਗਿਆ ਕਿ ਮੈਨੂੰ ਇਸ ਪੰਜਾਬ ਦੇ ਵਿੱਚ ਇਹਨਾਂ ਲੋਕਾਂ ਦੀ ਥਾਂ 'ਤੇ ਸ਼ਰਮਸਾਰ ਹੋਣਾ ਚਾਹੀਦਾ ਹੈ ਕਿ ਇਹ ਸ਼ਬਦ ਇਹਨਾਂ ਨੂੰ ਨਹੀਂ ਵਰਤਣੇ ਚਾਹੀਦੇ ਜਿਹੜੇ ਉਹਨਾਂ ਵਾਸਤੇ ਵਰਤੇ, ਭੈੜੇ ਸ਼ਬਦ ਮੈਂ ਆਪਣੀ ਜੀਭ ਤੋਂ ਨਹੀਂ ਲਿਆਉਣੇ ਚਾਹੁੰਦਾ। ਪਰ ਇੱਥੇ ਵੀ ਤੁਹਾਡੇ ਜਵਾਬ ਦੇ ਵਿੱਚੋਂ ਹੀ ਮੇਰੇ ਮਨ ਦੇ ਵਿੱਚ ਵੀ 2-3 ਸਵਾਲ ਉੱਠ ਰਹੇ ਨੇ। ਪਹਿਲਾ ਸਵਾਲ ਕਿ ਤੁਸੀਂ ਜਿਵੇਂ ਹੁਣ ਕਿਹਾ ਕਿ ਉਹਨਾਂ ਮੇਲਿਆਂ ਨੂੰ ਲੋਕ ਸਾਹਿਤਕ ਮੇਲਿਆਂ ਦੇ ਤੌਰ 'ਤੇ ਵੀ ਯਾਦ ਕਰਦੇ ਨੇ, ਹੈ ਨਾ? ਤੁਸੀਂ ਕਹਿ ਰਹੇ ਕਿ ਉਹਨਾਂ ਮੇਲਿਆਂ ਦੇ ਵਿੱਚ ਕਦੇ ਵੀ ਲੱਚਰਤਾ ਗਾਉਣ ਵਾਲਿਆਂ ਨੂੰ ਤੁਸੀਂ ਆਗਿਆ ਨਹੀਂ ਦਿੱਤੀ ਸਟੇਜ 'ਤੇ ਚੜ੍ਹਨ ਦੀ, ਹੈ ਨਾ? ਪਰ ਜੇ ਉਸੇ ਸਮੇਂ 'ਚ ਉਹਨਾਂ ਮੇਲਿਆਂ ਤੋਂ ਹੀ ਉਪਜੇ ਲੋਕਾਂ ਦੀ ਗੱਲ ਕਰੀਏ ਤਾਂ ਜਿਹਦੇ ਵਿੱਚ ਬਚਨ ਬੇਦਲ ਆਉਂਦੇ ਨੇ, ਉਹਨਾਂ ਨੇ ਬਾਅਦ 'ਚੋਂ ਗਾਣਾ ਵੀ ਲਿਖਿਆ ਲੱਕ 28 ਕੁੜੀ ਨਹੀਂ, ਪਰ ਬਚਨ ਬੇਦਲ ਤਾਂ ਜਿਹਨੇ ਝੰਡੇ ਖਾਲਸਾ ਰਾਜ ਦੇ ਉਹਨਾਂ ਦਿਨਾਂ 'ਚ ਰਿਕਾਰਡ ਕਰਵਾਇਆ। ਹਾਂਜੀ, ਕੁਲਦੀਪ ਮਾਨਕ ਨੇ ਗਾਇਆ ਸੀ। ਇਹਦਾ ਮਤਲਬ ਇਹ ਤਾਂ ਨਹੀਂ ਨਾ ਵੀ ਜੇ ਕੋਈ ਗੀਤ ਮਾੜਾ ਕਿਸੇ ਨੇ ਬਾਅਦ 'ਚ ਲਿਖ ਦਿੱਤਾ ਅਤੇ ਅਸੀਂ ਉਹਨੂੰ ਕਹੀਏ ਵੀ ਤੂੰ ਪਿਛਲੇ ਜਨਮ ਦੇ ਵਿੱਚ ਕੀ ਸੀ ਅਤੇ ਤੂੰ ਨਿੱਕੇ ਹੁੰਦਿਆਂ ਠੇਡਾ ਲਾ ਕੇ ਡਿੱਗਿਆ ਸੀ, ਤੂੰ ਓਲੰਪਿਕਸ ਦਾ ਗੋਲਡ ਮੈਡਲ ਕਿਵੇਂ ਜਿੱਤ ਸਕਦਾ? ਇੱਦਾਂ ਨਹੀਂ ਹੁੰਦਾ ਕਦੇ ਵੀ ਜ਼ਿੰਦਗੀ ਦੇ ਵਿੱਚ। ਪਰ ਕੀ ਇਹ ਘਟਨਾ ਸੱਚੀ ਹੈ ਕਿ ਉਹ ਗਾਣਾ? ਬਚਨ ਬੇਦਲ ਤਾਂ ਇੱਕ ਲੇਖਕ ਸੀ, ਉਹ ਤਾਂ ਇੱਕ ਮੇਲੇ 'ਚ ਥੋੜ੍ਹਾ ਕਿਤੇ ਵੀ ਉਹ ਮੇਲੇ ਦਾ ਕੋਈ ਨਾਇਕ ਥੋੜ੍ਹਾ ਸੀ ਉਹ। ਹਾਂਜੀ, ਉਹ ਮੇਲੇ ਦਾ ਕਦੇ ਨਾਇਕ ਨਹੀਂ ਰਿਹਾ। ਉਹ ਤਾਂ ਇੱਕ ਗੀਤਕਾਰ, ਜਿਵੇਂ ਲੋਕਾਂ ਦੇ ਗੀਤ ਗਾਏ ਜਾਂਦੇ ਨੇ, ਉਸ ਗੀਤ ਉਹਦੇ ਵੀ ਲਿਖੇ ਹੋਏ ਗਾਏ ਜਾਂਦੇ ਸੀਗੇ। ਇੰਨੀ ਗੱਲ ਹੀ, ਇਹ ਤੋਂ ਵੱਧ ਕੁਛ ਨਹੀਂ ਸੀਗੇ। ਪਰ ਜਿਵੇਂ ਦੂਜੇ ਪਾਸੇ ਇੱਕ ਹੋਰ ਗੱਲ ਵੀ ਕਰਨੀ ਚਾਹਾਂ ਕਿ ਇਹ ਘਟਨਾ ਵੀ ਸੱਚ ਹੈ। ਮੈਨੂੰ ਸੁਣਨ 'ਚ ਆਈ ਹੈ ਕਿ ਜਦੋਂ ਦਲਜੀਤ ਦੋਸਾਂਝ ਇਹ ਗਾਣਾ ਗਾਉਂਦੇ ਨੇ ਲੱਕ 28 ਕੁੜੀ ਦਾ, ਉਸ ਤੋਂ ਬਾਅਦ ਉਹ ਨਿੱਜੀ ਤੌਰ 'ਤੇ ਤੁਹਾਨੂੰ ਮਿਲ ਕੇ ਤੁਹਾਡੇ ਕੋਲ ਆਣ ਕੇ ਤੁਹਾਡੇ ਤੋਂ ਮਾਫ਼ੀ ਮੰਗਦੇ ਨੇ ਅਤੇ ਅਰਜ਼ ਵੀ ਕਰਦੇ ਨੇ ਕਿ ਇਹਨੂੰ ਕਿਸੇ ਅਖਬਾਰ ਦੀ ਸੁਰਖੀ ਨਾ ਬਣਾਇਆ ਜਾਵੇ। ਉਹ ਪੂਰੀ ਘਟਨਾ ਕੀ ਸੀ? ਉਹ ਗੱਲ ਤਾਂ ਸਧਾਰਨ ਜਿਹੀ ਸੀ, ਗੱਲ ਬਹੁਤ ਵੱਡੀ ਕਿਸੇ ਨੇ ਲਿਖ ਦਿੱਤੀ ਜਾਂ ਕਿਸੇ ਦੋਸਤ ਨੇ ਉਹਦੀ ਵੀਡੀਓ ਵੀ ਬਣਾਈ ਹੋਈ ਹੈ। ਪਰ ਗੱਲ ਸਿਰਫ ਇੰਨੀ ਸੀ ਕਿ ਦਲਜੀਤ ਇੱਕ ਸਧਾਰਨ ਬੱਚਾ ਹੈ, ਜਿੰਨਾ ਮਰਜ਼ੀ ਹੀਰੋ ਸ਼ੀਰੋ ਬਣ ਜਾਓ, ਅਜੇ ਵੀ ਸਾਡਾ ਸਧਾਰਨ ਬੱਚਾ ਹੀ ਹੈ। ਉਹ ਨਿੱਕਾ ਹੁੰਦਾ ਲਾਡਲਾ ਜਿਹਾ ਬੱਚਾ। ਮੋਹਨ ਸਿੰਘ ਮੇਲੇ 'ਤੇ ਇੱਕ ਵਾਰੀ ਯਾਦ ਹੈ ਮੈਨੂੰ ਵੀ ਨਿਰਮਲ ਜੌੜਾ ਸਟੇਜ ਕੰਡਕਟ ਕਰ ਰਿਹਾ ਸੀ ਅਤੇ ਲਾਈਟ ਚਲੀ ਗਈ ਅਤੇ ਸਟੇਜ 'ਤੇ ਮਾੜੀ ਜਿਹੀ ਬੱਤੀ ਜਗਦੀ ਸੀ ਅਤੇ ਉਹਨੇ ਕਿਹਾ ਵੀ ਜਿਹਨੇ ਸਭ ਤੋਂ ਸੋਹਣੀ ਪੱਗ ਬੰਨੀ ਹੈ, ਜਿਹਨੂੰ ਭੰਗੜਾ ਪਾਉਣਾ ਆਉਂਦਾ, ਸਟੇਜ 'ਤੇ ਜਾ ਜਾਵੇ। ਅਤੇ ਛੜੱਪਾ ਮਾਰ ਕੇ ਸਟੇਜ 'ਤੇ ਚਲਾ ਗਿਆ ਅਤੇ ਢੋਲ ਵਾਲੇ ਨੇ ਢੋਲ ਵਜਾਇਆ ਅਤੇ ਨਾਲ ਨੱਚਣ ਲੱਗ ਗਿਆ। ਉਹਨੂੰ ਫਿਰ ਪਤਾ ਨਹੀਂ ਕਿਹੜੀ ਚੀਜ਼ ਉਹਨੂੰ ਇਨਾਮ ਦੇ ਰੂਪ 'ਚ ਦਿੱਤੀ ਗਈ ਉੱਥੇ। ਉੱਥੋਂ ਸ਼ੁਰੂ ਹੁੰਦਾ ਉਹ। ਉਦੋਂ ਬਾਅਦ ਵਿੱਚ ਉਹਨੂੰ ਕੈਸਟ ਕੰਪਨੀ ਰਿਕਾਰਡ ਕਰਦੀਆਂ ਨੇ ਅਤੇ ਮੈਨੂੰ ਸੁਣਾਉਂਦਾ ਉਹਦਾ ਮਾਲਕ, ਫਾਈਨ ਟੋਨ ਕੰਪਨੀ ਦਾ ਮਾਲਕ, ਵੀ ਮੈਂ ਨਾ ਇੱਕ ਮੁੰਡਾ ਰਿਕਾਰਡ ਕੀਤਾ ਜਿਹਦਾ ਨਾਂ ਦਲਜੀਤ ਹੈ। ਉਹ ਦੋਸਾਂਝ ਨਹੀਂ ਸੀ ਉਦੋਂ, ਦਲਜੀਤ ਹੀ ਸੀ ਇਕੱਲਾ। ਮੈਂ ਉਹਨੂੰ ਹੱਸ ਕੇ ਕਿਹਾ, ਜਸੋਲ ਸਾਹਿਬ ਕੋਲ ਬੈਠੇ ਸੀ, ਮੈਂ ਕਿਹਾ ਯਾਰ ਜੇ ਬੱਚੇ ਦਾ ਨਾਂ ਦਿਲਜੀਤ ਕਰ ਦੇਵੇਂ। ਉਹ ਕਹਿੰਦਾ ਜੇ ਉਹਨੂੰ ਇਤਰਾਜ਼ ਨਾ ਹੋਵੇ। ਮੈਨੂੰ ਤਾਂ ਚੰਗੀ ਗੱਲ ਲੱਗੀ ਵੀ ਦਿਲਜੀਤ ਹੋਵੇ ਤਾਂ ਸੰਗੀਤ ਨੇ ਦਿਲ ਹੀ ਜਿੱਤਣੇ ਨੇ। ਖੈਰ ਉਹ ਮੁੰਡਾ ਵੀ ਮੰਨ ਗਿਆ ਅਤੇ ਕੰਪਨੀ ਨੇ ਉਹਦਾ ਨਾਂ ਦਿਲਜੀਤ ਨਾਂ ਥੱਲੇ ਇਸ਼ਕ ਦਾ ਊੜਾ ਐੜਾ ਕੈਸਟ ਰਿਲੀਜ਼ ਕਰ ਦਿੱਤੀ। ਉਦੋਂ ਬਾਅਦ ਉਹ ਦਿਲਜੀਤ ਹੋ ਗਿਆ। ਉਹ ਸਾਡਾ ਬਹੁਤ ਪਿਆਰਾ ਰਾਗੀ ਹੈ ਭਾਈ ਦਵਿੰਦਰ ਸਿੰਘ ਸੋਢੀ, ਉਹਦਾ ਆਪਣੇ ਵਿਆਹ ਸਕਾ ਇੱਥੇ ਸਾਡੇ ਅਰਬਨ ਸਟੇਟ ਦੁਗਰੀ 'ਚ ਲੁਧਿਆਣੇ ਰਹਿੰਦਾ। ਅਤੇ ਉਹ
ਤੁਰਦੇ ਤੁਰਦੀ ਕਹਾਣੀ ਇੰਨੀ ਹੋ ਗਈ ਕਿ ਉਹ ਮਤਲਬ ਬਹੁਤ ਪ੍ਰਚਲਿਤ ਹੋ ਗਿਆ ਬੱਚਾ, ਬੜਾ ਹੀ ਪ੍ਰਚਲਿਤ ਹੋ ਗਿਆ। ਸੋਹਣੇ ਗੀਤ ਗਾਏ ਉਹਨੇ, ਕੋਈ ਮਾੜਾ ਗੀਤ ਨਹੀਂ ਗਾਇਆ, ਐਵੇਂ ਕਹਿ ਮਾੜਾ ਗੀਤ ਗਾਇਆ ਉਹਨੇ। ਅਚਨਚੇਤ ਉਹਨੇ ਇੱਕ ਗੀਤ ਗਾ ਦਿੱਤਾ, ਲੱਕ 28 ਕੁੜੀ ਦਾ, 47 ਵੇਟ ਕੁੜੀ ਦਾ, ਇਸ ਕਿਸਮ ਦਾ ਗੀਤ ਸੀ ਕੋਈ। ਉਹ ਦੂਰਦਰਸ਼ਨ 'ਤੇ ਕੋਈ ਮੇਰੀ ਇੰਟਰਵਿਊ ਸੀ ਅਤੇ ਮੈਂ ਉਹਦੇ 'ਚ ਕਿਹਾ, ਮੈਂ ਕਿਹਾ ਵੀ ਇਸ ਕਿਸਮ ਦੇ ਗੀਤਕਾਰ ਅਤੇ ਇਸ ਕਿਸਮ ਦੇ ਗਾਇਕ ਜਿਹੜੇ ਨੇ ਉਹਨਾਂ ਨੂੰ ਰੀਥਿੰਕ ਕਰਨਾ, ਦੁਬਾਰਾ ਸੋਚਣਾ ਚਾਹੀਦਾ ਕਿ ਇਹ ਪੰਜਾਬ ਦੀ ਸੱਭਿਆਚਾਰਕ ਮਰਿਆਦਾ ਜਿਹੜੀ ਹੈਗੀ ਉਹਦਾ ਉਲੰਘਣ ਹੈ, ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਉਹ ਤੀਸਰੇ ਦਿਨ ਮੈਨੂੰ ਬਚਨ ਬੇਦਲ ਦਾ ਫੋਨ ਆ ਗਿਆ, ਮੇਰਾ ਉਹ ਸੱਜਣ, ਚੰਗਾ ਸੱਜਣ ਹੈ, ਵਧੀਆ ਗੀਤਕਾਰ ਹੈ, ਐਵੇਂ ਕਹਾਂ। ਉਹਦੀ ਪਿੰਡ ਬਾਜਾਂ ਮਾਰਦਾ ਦੀ ਐਸੀ ਕਮਾਲ ਦੀ ਕਿਤਾਬ ਹੈ ਕਿ ਮੈਂ ਉਹਦਾ ਮਤਲਬ ਮਦਾਂ ਹੈ ਉਸ ਬੰਦੇ ਦੀ ਕਿਤਾਬ ਦਾ। ਉਸ ਦਾ ਕਹਿੰਦਾ, ਭਾਅ ਜੀ ਮੈਂ ਜਿਹੜੇ ਚੰਗੇ ਗੀਤ ਲਿਖੇ ਨੇ ਉਹਦਾ ਤੁਸੀਂ ਜ਼ਿਕਰ ਨਹੀਂ ਕੀਤਾ, ਮਾੜੇ ਗੀਤ ਨੂੰ ਤੁਸੀਂ TV 'ਤੇ ਕਹਿ ਤਾ ਭਾਅ ਜੀ। ਮੈਂ ਕਿਹਾ ਗੱਲ ਸੁਣ ਬਚਨ, ਮੈਂ ਇਹ ਵੀ ਕਿਹਾ ਕਿ ਮੈਂ ਕਿਹਾ ਸੁਸਾਇਟੀ ਦਾ ਕਸੂਰ ਹੈ ਕਿ ਸੁਸਾਇਟੀ ਨੇ ਉਹਦੇ ਚੰਗੇ ਗੀਤਾਂ ਨੂੰ ਉਹਨਾਂ ਹੁੰਗਾਰਾ ਨਹੀਂ ਭਰਿਆ, ਤਾਂ ਹੀ ਉਹਨੂੰ ਇੱਕ ਘਟੀਆ ਗੀਤ ਲਿਖਣਾ ਪੈ ਗਿਆ ਅਤੇ ਆਰਟਿਸਟ ਨੂੰ ਗਾਉਣਾ ਪੈ ਗਿਆ। ਉਹ ਗੱਲ ਤੁਰਦੀ ਤੁਰਦੀ ਇਹ ਮੁੰਡੇ ਕੋਲ ਚਲੀ ਗਈ ਕਿਤੇ, ਆਪਣੇ ਕੋਲ ਦਲਜੀਤ ਦੋਸਾਂਝ ਕੋਲ। ਉਹਦਾ ਇੱਕ ਸੱਜਣ ਹੈ, ਮੇਰਾ ਵੀ ਸੱਜਣ ਹੈ, ਰਵਿੰਦਰ ਰੰਗੂਵਾਲ। ਉਹਨਾਂ ਨੂੰ ਕਹਿ ਦਿੱਤਾ, ਕਹਿੰਦਾ ਭਾਅ ਜੀ ਤੇਰੇ 'ਤੇ ਬਹੁਤ ਔਖੇ ਆ ਅਤੇ ਤੂੰ ਭਾਅ ਜੀ ਨੂੰ ਮਿਲ ਲੈ। ਅੱਛਾ, ਮੈਨੂੰ ਸੱਚੀ ਗੱਲ ਹੈ, ਉਹ ਪਿਆਰ ਮੈਨੂੰ ਬਹੁਤ ਕਰਦਾ ਸੀ, ਪਰ ਮੈਂ ਮਿਲ ਝਿਜਕਦਾ ਹੋਇਆ, ਮਿਲਣ ਕਦੇ ਨਹੀਂ ਸੀ ਆਉਂਦਾ। ਉਹ ਅਚਨਚੇਤ ਇੱਕ ਦਿਨ ਉਹ ਮੇਰੇ ਕੋਲ ਯੂਨੀਵਰਸਿਟੀ ਆ ਗਿਆ ਅਤੇ ਮੈਂ ਬੈਠਾ ਸੀ ਅਤੇ ਰਵਿੰਦਰ ਕਹਿੰਦਾ ਵੀ ਅੰਕਲ ਦਲਜੀਤ ਆ। ਅਤੇ ਉਹ ਨਾ ਬੜਾ ਮਾਸੂਮ ਜਿਹਾ ਬੱਚਾ, ਉਹ ਜੇ ਵੀ ਮਤਲਬ ਇਹ ਕੋਈ ਐਡਾ ਵੱਡਾ ਆਰਟਿਸਟ ਹੋ ਕੇ ਵੀ ਐਡਾ ਕੋਈ ਚਲਾਕੂ ਨਹੀਂ ਹੈਗਾ ਉਹ। ਮੈਂ ਉਹਨੂੰ ਕਿਹਾ ਬਹਿ ਜਾਓ, ਬੈਠੇ ਨਾ। ਮੈਨੂੰ ਕਹਿੰਦਾ, ਅੰਕਲ ਪਹਿਲਾਂ ਮੈਨੂੰ ਮਾफ़ ਕਰੋ। ਮੈਂ ਕਿਹਾ, ਪੁੱਤਰ ਤੂੰ ਮੇਰਾ ਬੱਚਾ ਆ, ਮੈਂ ਤੇ ਨਾਰਾਜ਼ ਹੀ ਨਹੀਂ ਹੈਗਾ। ਨਹੀਂ, ਮੈਨੂੰ ਪਤਾ ਲੱਗਦਾ ਮੇਰੇ ਗੁੱਸੇ ਹੋ। ਮੈਂ ਉਹਨੂੰ ਜੱਫੀ 'ਚ ਲਿਆ, ਪਿਆਰ ਨਾਲ ਬਿਠਾਇਆ। ਉਹ ਕੋਈ ਜਰਨਲਿਸਟ ਦੋਸਤ ਬੈਠਾ ਸੀ, ਉਹਨੇ ਉਹਦੀ ਕਿਸੇ ਵੀਡੀਓ ਸ਼ੂਡੀਓ ਬਣਾ ਲਈ। ਬਾਅਦ ਸ਼ੁਗਲ ਮੇਲਾ ਕਰਦਾ ਰਿਹਾ ਮੇਰੇ ਨਾਲ, ਮੈਂ ਪਬਲਿਕ ਕਰ ਦੇਣੀ। ਮੈਂ ਕਿਹਾ ਨਾ ਨਾ ਨਾ, ਇੱਕ ਬੱਚਾ ਵਿਸ਼ਵਾਸ ਨਾਲ ਤੁਹਾਡੇ ਕੋਲ ਆਇਆ, ਸੌਰੀ ਫੀਲ ਕਰ ਰਿਹਾ, ਅਤੇ ਮੈਂ ਉਹਦਾ ਜਲੂਸ ਕਿਉਂ ਕੱਢਾਂ ਬਈ? ਇੱਕ ਪਿਆਰਾ ਬੱਚਾ, ਉਹ ਕਿਉਂ ਮਤਲਬ ਮੈਂ ਉਹਨੂੰ ਰਾਹੇ ਪੈਂਦੇ ਨੂੰ ਕੁਰਾਹੇ ਫਿਰ ਪਾਵਾਂ, ਕਿਉਂ ਪਾਵਾਂ? ਨਾ, ਇਹ ਮੇਰਾ ਨਹੀਂ ਹੈ। ਮੈਂ ਕਿਹਾ, ਪੁੱਤਰ ਤੇਰੀ ਇੰਨੀ ਮਿੱਠੀ ਆਵਾਜ਼ ਹੈ, ਇਹਨਾਂ ਸੋਹਣੇ ਗੀਤਾਂ ਦੇ ਖਰਚ। ਇਹ ਗੱਲ ਉਹਨੇ ਜਾ ਕੇ ਨਿਊਯਾਰਕ ਆਪਣੇ ਇੱਕ ਪਬਲਿਕ ਸ਼ੋਅ ਦੇ ਵਿੱਚ ਅਮਰੀਕਾ ਜਾ ਕੇ ਉੱਥੇ ਉਹਨੇ ਅਨਾਊਂਸ ਵੀ ਕੀਤੀ ਇਹ ਗੱਲ ਕਿ ਮੈਨੂੰ ਤੁਸੀਂ ਇਹ ਗੀਤ ਸੁਣਾਉਣ ਲਈ ਨਾ ਦੁਬਾਰਾ ਕਿਉਂ, ਮੈਂ ਨਹੀਂ ਸੁਣਾਉਣਾ। ਔਰ ਮੇਰੀ ਜਾਣਕਾਰੀ ਮੁਤਾਬਕ ਉਸ ਤੋਂ ਬਾਅਦ ਵਿੱਚ ਉਸ ਬੱਚੇ ਨੇ ਉਹ ਗੀਤ ਮੰਚ 'ਤੇ ਆਪਣੇ ਕੰਠ ਤੋਂ ਦੁਬਾਰਾ ਨਹੀਂ ਗਾਇਆ। ਇਹ ਅੱਜ ਤੱਕ ਦੀ ਜਾਣਕਾਰੀ ਦੇ ਆਧਾਰ 'ਤੇ ਮੈਂ ਕਹਿ ਰਿਹਾ। ਹੋ ਸਕਦਾ ਮੇਰੇ ਕੋਲ ਜਾਣਕਾਰੀ ਅਧੂਰੀ ਹੋਵੇ, ਉਹ ਤਾਂ ਬੰਬੇ ਕਿਤੇ ਗਾ ਲਿਆ ਹੋਵੇ, ਮੈਨੂੰ ਨਾ ਪਤਾ ਹੋਵੇ, ਜਾਂ ਕਿਤੇ ਹੋਰ ਗਾ ਲਿਆ, ਮੈਨੂੰ ਨਾ ਪਤਾ ਹੋਵੇ। ਪਰ ਮੈਨੂੰ ਜੋ ਦੱਸਿਆ ਗਿਆ ਉਹਦੇ ਮੈਨੇਜਰ ਵੱਲੋਂ, ਮੁੰਡਾ ਇੱਥੋਂ ਜੋਧਾਂ ਤੋਂ ਮੇਰਾ ਦੋਸਤ ਹੈ, ਉਹਨੇ ਮੈਨੂੰ ਦੱਸਿਆ ਵੀ ਨਹੀਂ ਉਹਨੇ ਗਾਇਆ ਕਦੇ। ਚਲੋ ਹੋਰ ਗੀਤ ਕਈ ਉਹਨੇ ਉਦੋਂ ਬਾਅਦ 'ਚ ਵੀ ਗਾਏ ਜਿਹੜੇ ਲਗਭਗ ਉਸੇ ਨਸਲ ਦੇ ਸੀ। ਇੱਕ ਮੰਡੀ ਦੀਆਂ ਲੋੜਾਂ ਨੇ, ਮੰਡੀ ਸਾਡੇ ਪੁੱਤਰਾਂ ਨੂੰ ਗੁੰਮਰਾਹ ਕਰਦੀ ਹੈ। ਸੋ ਸਾਨੂੰ ਮੰਡੀ ਸੁਧਾਰਨ ਵਾਲੇ ਰਾਹ ਤੁਰਨਾ ਚਾਹੀਦਾ। ਵਿਅਕਤੀ ਨਹੀਂ ਹੁੰਦਾ ਦੁਸ਼ਮਣ ਸੁਸਾਇਟੀ ਦਾ, ਵਰਤਾਰਾ ਦੁਸ਼ਮਣ ਹੁੰਦਾ। ਸੋ ਮੈਂ ਵਰਤਾਰੇ ਦੇ ਖਿਲਾਫ ਆ ਇਹਨਾਂ ਦਿਨਾਂ 'ਚ। ਇੰਡੀਵਿਜੂਅਲਸ ਬੜੇ ਗਲਤੀਆਂ ਕਰਦੇ ਨੇ, ਵਿਅਕਤੀਗਤ ਗਲਤੀਆਂ ਬਹੁਤ ਬੰਦੇ ਕਰਦੇ ਨੇ, ਲਿਖਣ ਵਾਲੇ ਵੀ ਕਰਦੇ ਨੇ, ਗਾਉਣ ਵਾਲੇ ਵੀ ਕਰਦੇ ਨੇ। ਪਰ ਅਸੀਂ ਵਰਤਾਰੇ ਦੀ ਵਿਰੋਧਤਾ ਕਰੀਏ ਤਾਂ ਮੇਰੇ ਖਿਆਲ ਜ਼ਿਆਦਾ ਅਸਰ ਚੰਗਾ ਮਿਲੇਗਾ। ਇੰਨੀ ਗੱਲ ਸੀ, ਇਹ ਤੋਂ ਵੱਧ ਕੁਛ ਨਹੀਂ ਸੀ।